ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ ਕਿਰਪਾ ਨਿਧਾਨ, ਪ੍ਰਗਟ ਗੁਰਾਂ ਕੀ ਦੇਹ ਪ੍ਰਤੱਖ ਹਰ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਰਮ ਪਵਿੱਤਰ ਸਤ ਸੰਗਤ ਹਜ਼ੂਰੀ ਦੇ ਅੰਦਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਰਮ ਪਵਿੱਤਰ ਤਪ ਅਸਥਾਨ ਗੁਰਦੁਆਰਾ ਸ੍ਰੀ ਭੋਰਾ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਦੇ ਸਮੇਂ ਤੋਂ ਸਜੇ ਹੋਏ ਦੀਵਾਨਾਂ 'ਚ ਹਾਜ਼ਰੀ ਭਰ ਰਹੇ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਸਤਿਗੁਰਾਂ ਨੇ ਰਹਿਮਤ ਕੀਤੀ ਹੈ। ਗੁਰਬਾਣੀ ਦੇ ਕੀਰਤਨ ਆਪ ਜੀ ਨੇ ਸਰਵਣ ਕੀਤੇ ਹਨ। ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਅੱਜ ਦਾ ਜੋ ਪਾਵਨ ਪਵਿੱਤਰ ਦਿਹਾੜਾ ਹੈ, ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ ਮਹਾਂਪੁਰਖ, ਜਿਨ੍ਹਾਂ ਨੇ ਆਪਣਾ ਸੰਪੂਰਨ ਜੀਵਨ ਗੁਰੂ ਸੇਵਾ ਗੁਰਬਾਣੀ ਲੇਖੇ ਲਾਇਆ, ਉਹਨਾਂ ਦਾ ਪਵਿੱਤਰ ਪਾਵਨ ਜਨਮ ਦਿਹਾੜਾ ਸ਼ਰਧਾ ਭਾਵਨਾ ਦੇ ਸਹਿਤ ਸਿੱਖ ਸੰਗਤਾਂ ਮਨਾ ਰਹੀਆਂ ਹਨ। ਕੈਸੇ ਹਨ ਗੁਰੂ ਨਾਨਕ ਦੇਵ ਪਾਤਸ਼ਾਹ, ਜਿੱਥੇ ਸਤਿਗੁਰੂ ਸਾਹਿਬ ਜੀ ਦੇ ਦਰਬਾਰ ਬਣੇ ਨੇ, ਉੱਥੇ ਸਤਿਗੁਰਾਂ ਨੇ ਆਪਣੀ ਸੇਵਾ ਭਾਵਨਾ ਦੇ ਨਾਲ ਕਰਨ ਵਾਲੇ ਸਿੱਖਾਂ ਦੇ ਵੀ ਬਰਾਬਰ ਦੇ ਹੀ ਦਰਬਾਰ ਬਣਵਾ ਦਿੱਤੇ। ਆਪਣੇ ਬਰਾਬਰ ਦਾ ਮਹਾਰਾਜ ਸਾਹਿਬ ਜੀ ਨੇ ਮਾਣ ਬਖਸ਼ ਦਿੱਤਾ। ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਆ ਨੇੜੇ ਤੁਹਾਡੇ ਕੱਛੂ ਨੰਗਲ ਨਗਰ ਦੇ ਵਿੱਚ ਭਾਈ ਸੁੱਗੇ ਰੰਧਾਵੇ ਦੇ ਘਰ ਮਾਤਾ ਗੌਰਾਂ ਦੀ ਕੁੱਖ ਤੋਂ 1563 ਬਿਕਰਮੀ 7 ਕੱਤਕ ਨੂੰ 22 ਅਕਤੂਬਰ 1606 ਈਸਵੀ ਨੂੰ ਵਾਹਿਗੁਰੂ 22 ਅਕਤੂਬਰ ਵਾਲੇ ਦਿਨ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਬਖਸ਼ਿਸ਼ ਦਾ ਸਦਕਾ ਬਾਬਾ ਬੁੱਢਾ ਸਾਹਿਬ ਜੀ ਪ੍ਰਗਟ ਹੋਏ। ਉਹਨਾਂ ਮਹਾਂਪੁਰਖਾਂ ਦੀ 12 ਸਾਲਾਂ ਦੀ ਉਮਰ ਸੀ। ਹਾਲਾਂ ਜਿਸ ਉਮਰ ਦੇ ਵਿੱਚ ਬੱਚੇ ਆਪਣੀਆਂ ਕਈ ਤਰ੍ਹਾਂ ਦੀਆਂ ਖੇਡਾਂ ਦੇ ਵਿੱਚ ਪਲਚੇ ਰਹਿੰਦੇ ਹਨ, ਕਈ ਤਰ੍ਹਾਂ ਦੀਆਂ ਖੇਡਾਂ ਦੇ ਵਿੱਚ ਭਟਕੇ ਰਹਿੰਦੇ ਹਨ, ਬਾਬਾ ਬੁੱਢਾ ਸਾਹਿਬ ਜੀ 12 ਵਰ੍ਹਿਆਂ ਦੇ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਨਾਲ ਮੇਲ ਹੋਇਆ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਦੇ ਦਰਸ਼ਨ ਕੀਤੇ। ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਵੀ ਮਹਾਰਾਜ ਕਿਰਪਾ ਕਰਕੇ ਮੈਨੂੰ ਨਾਮਦਾਨ ਦਾ ਉਪਦੇਸ਼ ਐਸਾ ਬਖਸ਼ੋ ਜਿਸ ਦਾ ਸਦਕਾ ਮੇਰਾ ਉਧਾਰ ਹੋ ਜਾਵੇ। ਤੇ ਉਸ ਵੇਲੇ ਸਤਿਗੁਰਾਂ ਪੁੱਛਿਆ ਸੀ, ਤੇਰੇ ਅੰਦਰ ਇੰਨੀ ਛੋਟੀ ਉਮਰ ਜੋ ਬਾਲਕਾਂ ਦੀ ਖੇਡਣ ਦੀ ਅਵਸਥਾ ਹੈ, ਇਸ ਅਵਸਥਾ ਦੇ ਵਿੱਚ ਤੇਰਾ ਇੰਨਾ ਇਹ ਗਿਆਨ ਵਾਲਾ ਮਨ ਕਿਵੇਂ ਹੋ ਗਿਆ? ਤੈਨੂੰ ਕਿਵੇਂ ਸਮਝ ਆਈ ਹੈ ਮੌਤ ਦਾ ਭੈ ਕਿਵੇਂ ਹੈ? ਕਿਵੇਂ ਇਹ ਮਨ ਵਿੱਚ ਹੈ ਵੀ ਮੈਂ ਮੁਕਤ ਹੋ ਜਾਵਾਂ, ਨਾਮ ਜਪਾਂ? ਤਾਂ ਦੱਸਿਆ ਵੀ ਮਹਾਰਾਜ ਇੱਕ ਵਾਰ ਸਾਡੇ ਪਿੰਡ ਮੁਗਲ ਆਏ, ਉਹਨਾਂ ਨੇ ਕੱਚੀਆਂ ਪੱਕੀਆਂ ਸਭ ਫਸਲਾਂ ਜਿਹੜੀਆਂ ਉਜਾੜਤੀਆਂ, ਵੱਢ ਕੇ ਲੈ ਗਏ ਧੱਕੇ ਨਾਲ। ਕਿਸਾਨ ਰੋਂਦੇ ਰਹਿ ਗਏ। ਉਹ ਵੇਖ ਕਰਕੇ ਨਜ਼ਾਰਾ ਮਨ ਦੇ ਵਿੱਚ ਐਸਾ ਫੁਰਨਾ ਆਇਆ ਵੀ ਇਹ ਇੰਨੇ ਡਾਢੇ ਹਨ ਵੀ ਇਹਨਾਂ ਨੇ ਇਹ ਕੱਚੀਆਂ ਪੱਕੀਆਂ ਸਾਰੀਆਂ ਫਸਲਾਂ ਵੱਢ ਕੇ ਲੈ ਗਏ ਨੇ, ਜੰਮ ਇਹਨਾਂ ਤੋਂ ਵੀ ਵੱਡੇ ਕਿੱਡੇ ਡਾਢੇ ਹਨ। ਉਹਨਾਂ ਦਾ ਕੀ ਪਤਾ ਹੈ ਉਹ ਬਾਲਕ ਨੂੰ ਲੈ ਜਾਣ, ਜਵਾਨ ਨੂੰ ਲੈ ਜਾਣ, ਬਿਰਧ ਨੂੰ ਲੈ ਜਾਣ, ਕਦੋਂ ਮੌਤ ਆ ਜਾਵੇ। ਮਹਾਰਾਜ ਇਹ ਸੋਚ ਕੇ ਮਨ 'ਚ ਵੈਰਾਗ ਆਇਆ। ਪਾਤਸ਼ਾਹ ਕਹਿਣ ਲੱਗੇ ਵੀ ਤੂੰ ਤਾਂ ਬੱਚਾ ਨਹੀਂ ਹੈ, ਤੇਰੀ ਤਾਂ ਮੱਤ ਬੜੀ ਬਿਰਧਾਂ ਵਾਲੀ ਬੁੱਢਿਆਂ ਵਾਲੀ ਹੈ। ਉਸ ਦਿਨ ਤੋਂ ਹੀ ਬੂੜੇ ਤੋਂ ਨਾਮ ਬੁੱਢਾ ਪੱਕ ਗਿਆ। 12 ਸਾਲ ਦਾ ਬੱਚਾ ਉਹਨੂੰ ਬੁੱਢਾ ਕਹਿਣ ਲੱਗ ਪਏ। ਗੁਰੂ ਸਾਹਿਬ ਦੀ ਸੇਵਾ 'ਚ ਹੀ ਰਹੇ। ਫਿਰ ਸਾਧ ਸੰਗਤ ਬਾਬਾ ਬੁੱਢਾ ਸਾਹਿਬ ਜੀ ਨੇ 125 ਸਾਲ ਉਮਰ ਜਿਹੜੀ ਆ ਸਰੀਰ ਕਰਕੇ ਮਾਣੀ, ਜਿਹਦੇ ਵਿੱਚੋਂ 113 ਵਰ੍ਹੇ ਗੁਰੂ ਘਰ ਦੀ ਸੇਵਾ ਵਿੱਚ ਹੀ ਲੰਘਾਏ ਹਨ। ਸਤਿਗੁਰੂ ਨਾਨਕ ਦੇਵ ਮਹਾਰਾਜ ਜਦੋਂ ਗੁਰਿਆਈ ਦੀ ਪਰਖ ਕੀਤੀ, ਜਿਹੜੇ 3 ਸਿੱਖ ਅਖੀਰ 'ਚ ਰਹਿ ਗਏ ਸਨ, ਉਹਨਾਂ 'ਚ ਬਾਬਾ ਬੁੱਢਾ ਸਾਹਿਬ ਜੀ ਸਨ। ਉਹ ਵੀ ਜਦੋਂ ਕੁਤਕਾ ਡੰਡਾ ਹੀ ਮਾਰਿਆ ਸਿਰ ਤੇ, ਫਿਰ ਪਿਛਾਂ ਹਟੇ। ਤੇ ਫਿਰ ਵੀ ਜਦੋਂ ਭਾਈ ਲਹਿਣਾ ਜੀ ਪਰਖ ਵਿੱਚ ਖਰੇ ਉਤਰੇ ਤਾਂ ਬਾਬਾ ਬੁੱਢਾ ਜੀ ਨੂੰ ਕਿਹਾ ਵੀ ਤੁਸੀਂ ਵੀ
ਪੂਰਿਆਂ ਵਿੱਚ ਹੀ ਉਹ ਗੁਰਿਆਈ ਦਾ ਤਿਲਕ ਤੁਸੀਂ ਲਾਵੋ। ਤੇ ਨਾਲ ਵਰ ਦਿੱਤਾ ਵੀ ਬੁੱਢਿਆ ਤੇਥੋਂ ਓਲੇ ਕਦੀ ਨਾ ਹੋਸਾਂ, ਵੀ ਤੇਰੇ ਤੋਂ ਮੈਂ ਓਲੇ ਨਹੀਂ ਹੋਵਾਂਗਾ, ਤੂੰ ਜਿੱਥੇ ਵੀ ਚਾਹੇ ਮੈਨੂੰ ਲੱਭ ਸਕਦਾ ਹੈ। ਫਿਰ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਦੀ ਸੇਵਾ ਵਿੱਚ ਆਏ। ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਕਿਹਾ ਮਹਾਰਾਜ ਕੋਈ ਉਪਦੇਸ਼ ਦਿਓ। ਉਹਨਾਂ ਨੇ ਕਿਹਾ ਤਿੰਨ ਕੋ ਕਿਆ ਉਪਦੇਸੀ ਹੈ ਜਿਨ ਗੁਰੂ ਨਾਨਕ ਦਿਓ। ਬਾਬਾ ਜੀ ਜਿਨ੍ਹਾਂ ਦੇ ਗੁਰੂ ਨਾਨਕ ਦੇਵ ਸਾਹਿਬ ਹਨ ਉਹਨਾਂ ਨੂੰ ਕੀ ਅਸੀਂ ਉਪਦੇਸ਼ ਦਈਏ, ਤੁਸੀਂ ਤਾਂ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਸਿੱਖ ਹੋ। ਐਸਾ ਮਾਨ ਬਾਬਾ ਬੁੱਢਾ ਸਾਹਿਬ ਨੂੰ ਬਖਸ਼ਿਆ। ਫਿਰ ਜਦੋਂ 6 ਮਹੀਨੇ ਗੁਪਤ ਰਹੇ ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਸਾਹਿਬ ਤੇ ਸੰਗਤ ਵਿਆਕਲ ਹੋਈ, ਵਰ ਮਿਲਿਆ ਸੀ। ਸੰਗਤ ਨੇ ਬਾਬਾ ਬੁੱਢਾ ਸਾਹਿਬ ਜੀ ਦਾ ਰੁਖ ਕੀਤਾ ਵੀ ਤੁਹਾਨੂੰ ਵਰ ਮਿਲਿਆ ਹੈ, ਤੁਸੀਂ ਦੱਸੋ ਵੀ ਉਹ ਕਿੱਥੇ ਹਨ। ਉਹ ਸਵੇਰੇ ਫਿਰ ਬਾਬਾ ਬੁੱਢਾ ਸਾਹਿਬ ਜੀ ਖਡੂਰ ਸਾਹਿਬ ਲੈ ਕੇ ਸੰਗਤ ਨੂੰ ਮਾਈ ਵਰਾਈ ਦੇ ਘਰ, ਜਿੱਥੇ ਮਹਾਰਾਜ ਸਾਹਿਬ ਜੀ ਦਰਵਾਜ਼ੇ ਬੰਦ ਕਰਕੇ ਤੇ ਅੰਦਰ ਹੀ 6 ਮਹੀਨਿਆਂ ਤੋਂ ਬਿਰਾਜਮਾਨ ਸਨ। ਗੁਰੂ ਨਾਨਕ ਦੇਵ ਸਾਹਿਬ ਜੀ ਦੀ ਬਾਣੀ ਦੇ ਸ਼ਬਦ ਪੜ੍ਹੇ। ਕਿਹਾ ਸੀ ਵੀ ਗੁਰੂ ਸਾਹਿਬ ਦੀ ਬਾਣੀ ਪੜ੍ਹੋ, ਆਪਣੇ ਗੁਰੂ ਦਾ ਬਚਨ ਸੁਣ ਕੇ ਮਹਾਰਾਜ ਆਪੇ ਪ੍ਰੇਮ ਵਿੱਚ ਖਿੱਚੇ ਬਾਹਰ ਆਉਣਗੇ। ਗੁਰੂ ਅੰਗਦ ਸਾਹਿਬ ਜੀ ਫਿਰ 6 ਮਹੀਨੇ ਪ੍ਰਗਟ ਹੋਏ। ਇਵੇਂ ਫਿਰ ਤੀਸਰੇ ਪਾਤਸ਼ਾਹ ਨੇ ਤਾਂ ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ ਸੀ ਵੀ ਇਹ ਸਿੱਖੀ ਦੀ ਹੱਦ ਹੈ, ਤੋਂ ਪਰੇ ਸਿੱਖੀ ਕੋਈ ਨਹੀਂ ਹੁੰਦੀ। ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਨੇ, ਕਿਉਂਕਿ ਤੀਸਰੇ ਪਾਤਸ਼ਾਹ ਵੀ ਜਦੋਂ ਸਾਧ ਸੰਗਤ ਨਾਰਾਜ਼ ਹੋ ਕੇ ਚਲੇ ਗਏ ਸਨ ਦਾਤੂ ਦੇ ਲੱਤ ਮਾਰਨ ਕਰਕੇ, ਤੇ ਬਾਸਰ ਕੇ ਗੱਲਾਂ ਨਗਰ ਕੋਠੇ ਦੇ ਬਾਹਰ ਮਹਾਰਾਜ ਨੇ ਦਰਵਾਜ਼ੇ ਤੇ ਲਿਖਿਆ ਵੀ ਜਿਹੜੇ ਦਰਵਾਜ਼ੇ ਦੇ ਰਾਹੀਂ ਸਿੱਖ ਅੰਦਰ ਆਊਗਾ ਉਹ ਸਾਡਾ ਸਿੱਖ ਨਹੀਂ, ਅਸੀਂ ਉਹਦੇ ਗੁਰੂ ਨਹੀਂ, ਉਹਦਾ ਪਰਲੋਕ ਵਿੱਚ ਭਲਾ ਨਹੀਂ ਹੋਊ। ਵੇਖ ਕੇ ਬਾਬਾ ਜੀ ਨੇ ਮਗਰੋਂ ਸੰਨ ਲਾਈ, ਜਿੱਥੇ ਹੁਣ ਸੰਨ ਸਾਹਿਬ ਗੁਰਦੁਆਰਾ, ਜਦੋਂ ਸੰਨ ਲਾ ਕੇ ਲੰਘੇ ਤੇ ਮਹਾਰਾਜ ਅੰਦਰ ਮੁਸਕਰਾ ਰਹੇ ਸਨ, ਘੁੱਟ ਕੇ ਜੱਫੀ 'ਚ ਲੈ ਲਿਆ ਵੀ ਬੁੱਢੇ ਨੂੰ ਪਤਾ ਹੈ ਵੀ ਕਿਵੇਂ ਗੁਰੂ ਪ੍ਰਗਟ ਕਰਨਾ, ਭਾਵੇਂ ਬਾਹਰ ਦਿਖਦੇ ਪ੍ਰਤੱਖ ਦਰਵਾਜ਼ੇ ਹੋਣ, ਪਰ ਜਿਹੜਾ 10ਵਾਂ ਗੁਪਤ ਰਖਾਇਆ ਉਹ ਪ੍ਰਗਟ ਕਰਨਾ ਪੈਂਦਾ, ਉਸ ਰਾਹੀਂ ਗੁਰੂ ਨੂੰ ਮਿਲਿਆ ਜਾਂਦਾ, ਪਰਮੇਸ਼ਰ ਨੂੰ ਮਿਲਿਆ ਜਾਂਦਾ, ਦਿਖਦੇ ਦਰਵਾਜ਼ਿਆਂ ਰਾਹੀਂ ਨਹੀਂ। ਇਵੇਂ ਫਿਰ ਮਹਾਰਾਜ ਸਾਹਿਬ ਚੌਥੇ ਪਾਤਸ਼ਾਹ ਨੇ ਜਦੋਂ ਗੁਰਿਆਈ ਦੇਣੀ ਸੀ 5ਵੇਂ ਸਤਿਗੁਰਾਂ ਨੂੰ, ਤਾਂ ਵੀ ਬਾਬਾ ਬੁੱਢਾ ਸਾਹਿਬ ਜੀ ਦੀ ਸਲਾਹ ਲਈ ਵੀ ਤੁਸੀਂ ਗੁਰੂ ਨਾਨਕ ਸਾਹਿਬ ਨਾਲ ਰਹੇ ਹੋ, ਦੱਸੋ ਵੀ ਇਹ ਗੁਰਿਆਈ ਦੇ ਯੋਗ ਹਨ। ਕਹਿਣ ਲੱਗੇ ਮਹਾਰਾਜ ਤੁਸੀਂ ਸਭ ਕੁਝ ਜਾਣਦੇ ਹੋ, ਜਾਣ ਕੇ ਸਾਨੂੰ ਪੁੱਛਦੇ ਹੋ, ਪਰ ਫਿਰ ਵੀ ਜੇ ਪੁੱਛਦੇ ਹੋ ਤਾਂ ਇਹਨਾਂ ਵਰਗਾ ਲਾਇਕ ਮੈਨੂੰ ਹੋਰ ਕੋਈ ਦਿਖਦਾ ਨਹੀਂ ਹੈ। ਗੁਰੂ ਅਰਜਨ ਦੇਵ ਮਹਾਰਾਜ ਸਾਹਿਬ, ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਤਾਂ ਸ਼ਸਤਰ ਵਿਦਿਆ ਹੀ ਬਾਬਾ ਬੁੱਢਾ ਸਾਹਿਬ ਜੀ ਨੇ ਸਿਖਾਈ, ਵਿਦਿਆ ਦਿੱਤੀ 52 ਤਰ੍ਹਾਂ ਦੀ, ਤੇ ਵਾਰ ਇਹਨਾਂ ਦੇ ਨਾਲ ਹੀ ਪ੍ਰਗਟ ਹੋਏ ਸਨ। ਸੋ ਇਸ ਤਰ੍ਹਾਂ ਪਹਿਲੇ, ਦੂਜੇ, ਤੀਜੇ, ਚੌਥੇ, 5ਵੇਂ, 6ਵੇਂ, 7ਵੇਂ ਤੇ ਫਿਰ 9ਵੇਂ, ਇਹ 8 ਗੁਰੂ ਸਾਹਿਬਾਨਾਂ ਦੇ ਬਾਬਾ ਬੁੱਢਾ ਸਾਹਿਬ ਜੀ ਨੇ ਦਰਸ਼ਨ ਕੀਤੇ। ਸਰੀਰ ਕਰਕੇ ਗੁਰੂ ਕਲਗੀਧਰ ਸਾਹਿਬ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਸਰੂਪ ਨਹੀਂ ਕੇਵਲ ਵੇਖਿਆ, ਬਾਕੀ 9ਵੇਂ ਗੁਰੂ ਤੇਗ ਬਹਾਦਰ ਸਾਹਿਬ, ਕਿਉਂਕਿ ਭਾਵੇਂ ਗੁਰੂ ਨਹੀਂ ਸਨ ਪਰ ਗੁਰੂ ਘਰ ਦੇ ਵਿੱਚ ਉਸ ਵੇਲੇ ਮਹਾਰਾਜ ਦੇ ਦਰ ਵਿੱਚ ਖੇਡਦੇ ਸਨ। 7ਵੇਂ ਪਾਤਸ਼ਾਹ ਅਤੇ ਸਾਰੇ ਗੁਰੂ ਸਾਹਿਬ 8 ਸਤਿਗੁਰੂ ਦੇ ਦਰਸ਼ਨ ਬਾਬਾ ਬੁੱਢਾ ਸਾਹਿਬ ਜੀ ਨੇ ਸਰੀਰ ਕਰਕੇ ਕੀਤੇ। 5 ਗੁਰੂ ਸਾਹਿਬਾਨਾਂ ਨੂੰ ਗੁਰਤਾ ਗੱਦੀ ਦੇ ਤਿਲਕ ਦੀ ਸੇਵਾ ਕੀਤੀ ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਮਾਣ ਮਿਲਿਆ ਹਰਿਮੰਦਰ ਸਾਹਿਬ ਦੇ ਪਹਿਲੇ ਪ੍ਰਬੰਧਕ ਗ੍ਰੰਥੀ, ਮੁੱਖ ਵਾਕ ਲੈਣ ਦਾ, ਗ੍ਰੰਥੀ ਹੋਣ ਦਾ। ਗੁਰੂ ਕੀ ਬੀੜ ਦੇ ਵਿੱਚ ਰੰਬਾ ਲੈ ਕੇ ਘਾਹ ਵੀ ਖੋਦਦੇ ਰਹੇ ਤੇ ਗੁਰੂ ਕੇ ਦਰਬਾਰ ਦੇ ਵਿੱਚ ਗ੍ਰੰਥੀ ਦੀ ਸੇਵਾ ਵੀ ਨਿਭਾਉਂਦੇ ਰਹੇ। ਗੁਰੂ ਸਾਹਿਬ ਦੇ ਦਰ ਦੇ ਗ੍ਰੰਥੀ ਵੀ ਸਨ, ਗੁਰੂ ਮਹਾਰਾਜ ਦੇ ਘੋੜਿਆਂ ਦੀ ਲਿੱਦ ਵੀ ਢਾਉਂਦੇ ਰਹੇ। ਗੁਰੂ ਸਾਹਿਬ ਦੇ ਦਰ ਦੇ ਗ੍ਰੰਥੀ ਵੀ ਸਨ, ਮਹਾਰਾਜ ਸਾਹਿਬ ਜੀ ਦੀਆਂ ਮੱਝਾਂ ਦਾ ਗੋਹਾ ਵੀ ਸੁੱਟਦੇ ਰਹੇ। ਕਹਿ ਤਾਂ ਦਿੰਦੇ ਆ ਨਾ ਵੀ ਪਦਵੀ ਉਹ ਬਾਬਾ ਬੁੱਢਾ ਸਾਹਿਬ ਦੇ ਬਰਾਬਰ ਨਹੀਂ ਕੋਈ, ਉਹਨਾਂ ਦੀ ਕੋਈ ਪਦਵੀ ਨਹੀਂ, ਉਹ ਆਪਣੇ ਆਪ ਦੇ ਵਿੱਚ ਆਪ ਹੀ ਅਟਲ ਗੁਰੂ ਕੇ ਸਿੱਖ ਹਨ। ਸੋ ਐਸੇ ਮਹਾਨ ਆਤਮਾ, ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਮਨ ਕਾ ਇਹ ਸੁਆਉ, ਜਨ ਕਾ ਸੰਗ ਚਿਤ ਆਵੈ ਨਾਉ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕਉ ਸਦਾ ਨਮਸਕਾਰ। ਐਸੇ ਮਹਾਂਪੁਰਖ ਬਾਬਾ ਬੁੱਢਾ ਸਾਹਿਬ ਜੀ, ਜਿਨ੍ਹਾਂ ਦਾ 22 ਅਕਤੂਬਰ 1506 ਦੇ ਵਿੱਚ ਜਨਮ ਹੋਇਆ 7 ਕੱਤਕ ਨੂੰ, ਉਹਨਾਂ ਨੂੰ ਨਮਸਕਾਰ ਹੈ। ਤਾਂ ਆਪਾਂ ਟੂਕ ਮਾਤਰ ਉਹਨਾਂ ਦੇ ਜੀਵਨ ਚੋਂ ਝਾਤ ਮਾਰੀ, ਕਿਉਂਕਿ ਸ਼ਬਦ ਵੀ ਲੰਮੇਰਾ ਹੈ, ਸਮਾਂ ਵੀ ਸੀਮਤ ਹੁੰਦਾ। ਬਾਬਾ ਬੁੱਢਾ ਸਾਹਿਬ ਜੀ ਦੇ 113 ਸਾਲ ਦੇ ਜੀਵਨ ਦੀ ਸੇਵਾ ਨੂੰ ਆਪਾਂ ਕੁਝ ਮਿੰਟਾਂ 'ਚ ਜਾਂ ਕੁਝ ਘੰਟਿਆਂ 'ਚ, ਕੁਝ ਦਿਨਾਂ 'ਚ ਵੀ ਕਿਵੇਂ ਕਹਿ ਸਕਦੇ ਹਾਂ, ਜਿਨ੍ਹਾਂ ਆਪਣੇ ਜੀਵਨ ਦੇ 113 ਸਾਲ ਸੇਵਾ ਜੀ ਲਾਤੇ। ਸਾਧ ਸੰਗਤ ਉਹਦਾ ਬਿਆਨ ਕਰਨਾ ਔਖਾ ਹੈ।
ਗੁਰੂ ਸਾਹਿਬ ਜੀ ਨੇ ਬਹੁਤਾ ਹੀ ਮਾਣ ਬਖਸ਼ਿਆ। ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ ਸ਼ਬਦ ਜੋ ਗੁਰਬਾਣੀ ਵਿੱਚ ਵਰਤਿਆ ਹੈ, ਇਹ ਬ੍ਰਹਮ ਗਿਆਨੀ ਸ਼ਬਦ ਸਾਧ ਸੰਗਤ ਹੋ ਸਕਦਾ ਹੈ ਵੀ ਕਈ ਜਿਹੜੇ ਨੇ ਉਹ ਅਪੇਖੀ ਵੀ ਆਪਣੇ ਨਾਲ ਲਾਈ ਫਿਰਦੇ ਹੋਣ, ਪਰ ਬਾਬਾ ਬੁੱਢਾ ਸਾਹਿਬ ਜੀ ਨੂੰ ਬ੍ਰਹਮ ਗਿਆਨੀ ਕਹਿਣ ਤੋਂ ਕਦੀ ਝਿਜਕਿਆ ਨਾ ਕਰੋ, ਕਿਉਂਕਿ ਐਸੇ ਵੀ ਮੂੜ ਮਤੀਏ ਜੇ ਹੂੜ ਮਤੀਏ ਜੇ ਅਨਮਤੀਏ ਜੇ ਜੰਮੇ ਜਿਹੜੇ ਬਾਬਾ ਬੁੱਢਾ ਸਾਹਿਬ ਜੀ ਨੂੰ ਵੀ ਕਹਿੰਦੇ ਵੀ ਤੁਸੀਂ ਬਾਬਾ ਕਿਉਂ ਕਹਿੰਦੇ ਹੋ, ਉਹਨਾਂ ਨੂੰ ਤੁਸੀਂ ਬ੍ਰਹਮ ਗਿਆਨੀ ਕਿਉਂ ਕਹਿੰਦੇ ਹੋ। ਜੇ ਬਾਬਾ ਬੁੱਢਾ ਸਾਹਿਬ ਬ੍ਰਹਮ ਗਿਆਨੀ ਨਹੀਂ ਫਿਰ ਹੋਰ ਕੌਣ ਹੋ ਹੀ ਨਹੀਂ ਸਕਦਾ ਕੋਈ, ਵੀ ਜੇ ਇੰਨੀ ਸੇਵਾ ਕਰਨ ਵਾਲਾ ਸਿੱਖ ਬ੍ਰਹਮ ਗਿਆਨੀ ਨਹੀਂ ਹੈ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਭੇਖੈ ਏਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਬ੍ਰਹਮ ਗਿਆਨੀ ਦੇ ਲੱਛਣ ਤਾਂ ਇਹੀ ਹੈ, ਮਨ ਵਿੱਚ ਵੀ ਮੁਖ ਵਿੱਚ ਵੀ ਜੀ ਦ੍ਰਿਸ਼ਟੀ ਵਿੱਚ ਵੀ ਇੱਕ ਪਰਮੇਸ਼ਰ ਹੈ, ਉਸ ਮਾਲਕ ਦਾ ਹੀ ਭਰੋਸਾ ਹੈ, ਉਹੀ ਬ੍ਰਹਮ ਗਿਆਨੀ ਹੈ। ਤੇ ਇਹ ਅਵਸਥਾ ਬਾਬਾ ਬੁੱਢਾ ਸਾਹਿਬ ਜੀ ਨੂੰ ਮਿਲੀ ਹੈ। ਧੰਨ ਨੇ ਗੁਰੂ ਕੇ ਸਿੱਖ ਵੀ ਗੁਰੂ ਦਾ ਨਾਮ ਲੈ ਕੇ ਤਾਂ ਮੁਕਤ ਹੋਈਦਾ ਹੈ, ਪਰ ਐਸੇ ਕਮਾਈ ਵਾਲੇ ਸਿੱਖ ਜਿਨ੍ਹਾਂ ਦਾ ਨਾਂ ਲੈ ਕੇ ਵੀ ਸਾਧ ਸੰਗਤ ਮੁਕਤ ਹੋ ਜਾਈਦਾ ਹੈ। ਜੇ ਕੋ ਜੀਓ ਕਹੇ ਉਹਨਾਂ ਕੋ, ਜੇ ਕੋਈ ਉਹਨਾਂ ਨੂੰ ਸਤਿਕਾਰ ਦੇ ਨਾਲ ਹੀ ਕੋਈ ਬੁਲਾ ਲਵੇ ਗੁਰਮੁਖਾਂ ਨੂੰ, ਜਮ ਕੀ ਤਲਬ ਨਾ ਹੋਈ, ਉਹਨਾਂ ਨੂੰ ਜਮ ਤਲਬ ਨਹੀਂ ਕਰ ਸਕਦਾ, ਜਮ ਉਹਨਾਂ ਨੂੰ ਆਪਣੇ ਕੋਲ ਨਹੀਂ ਬੁਲਾਉਂਦਾ ਜਿਨੇ ਬਾਬਾ ਬੁੱਢਾ ਸਾਹਿਬ ਵਰਗੇ ਮਹਾਂਪੁਰਖਾਂ ਦੇ ਦਰਸ਼ਨ ਹੀ ਕਰ ਲਏ ਹਨ। ਸੋ ਰਹੋ ਵਿਚਾਰ, ਮਹਾਂਪੁਰਖਾਂ ਦੇ ਜਨਮ ਦਿਹਾੜੇ ਦੀਆਂ ਆਪ ਸਰਬੱਤ ਸੰਗਤਾਂ ਨੂੰ ਬੇਅੰਤ ਬੇਅੰਤ ਲੱਖ ਲੱਖ ਵਧਾਈਆਂ ਹੋਣ। ਤੇ ਸਤਿਗੁਰੂ ਸਾਹਿਬ ਦੀ ਪਵਿੱਤਰ ਗੁਰਬਾਣੀ ਦੀ ਜੋ ਲੜੀਵਾਰ ਕਥਾ ਹੈ, ਸਰਵਣ ਕਰਨ ਵਾਸਤੇ ਰਸਨਾ ਕਰੀਏ ਪਵਿੱਤਰ। ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਜੀ। ਸ੍ਰੀ ਰਾਗ ਮਹੱਲਾ ਪਹਿਲਾ। ਮਨ ਝੂਠ ਹੈ ਤਨ ਝੂਠ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜਗਤ ਦੇ ਮਾਲਕ ਪਹਿਲੇ ਪਾਤਸ਼ਾਹ ਸ੍ਰੀ ਰਾਗ ਦੇ ਅੰਦਰ ਸਾਨੂੰ ਪਾਵਨ ਪਵਿੱਤਰ ਉਪਦੇਸ਼ ਲੜੀਵਾਰ ਕਥਾ 'ਚ ਬਖਸ਼ ਰਹੇ ਨੇ। 55 ਅੰਗ ਦੇ ਅਖੀਰਲੀ ਤੁਕ ਦੇ ਅੱਧ ਤੋਂ ਵੀ ਅੱਗੇ ਜਾ ਕੇ ਸ਼ਬਦ ਅਖੀਰ ਤੋਂ ਆਰੰਭ ਹੁੰਦਾ, ਭਾਵ ਸੰਪੂਰਨ ਸ਼ਬਦ 55 ਅੰਗ ਤੇ ਸੁਭਾਏਮਾਨ ਹੈ। ਬਸ ਇੱਕ ਅੱਧੀ ਤੁਕ ਮਹਾਰਾਜ ਸਾਹਿਬ ਜੀ ਦੀ 55 ਅੰਗ ਤੇ ਸੁਭਾਏਮਾਨ ਹੈ। ਸ੍ਰੀ ਰਾਗ ਦੇ ਵਿੱਚ ਗੁਰੂ ਨਾਨਕ ਦੇਵ ਸਾਹਿਬ ਉਪਦੇਸ਼ ਦੇ ਰਹੇ ਹਨ। ਇਹ ਸਿੱਖਾਂ ਦਾ ਮੰਨ ਲਓ ਸਵਾਲ ਸੀ ਵੀ ਮਹਾਰਾਜ ਜੀ ਇਹ ਪਵਿੱਤਰਤਾ ਕਿਵੇਂ ਹੋਵੇ, ਵਾਹਿਗੁਰੂ ਪਤੀ ਦਾ ਮਿਲਾਪ ਆਨੰਦ ਕਿਵੇਂ ਹੋਵੇ। ਤੇ ਜਾਂ ਐਸਾ ਵੀ ਬਚਨ ਆਉਂਦਾ ਵੀ ਕੋਈ ਪਹਿਲਾਂ ਚੰਗੇ ਜੀਵਨ ਵਾਲਾ ਸੀ, ਪੜ੍ਹਿਆ ਵਿਦਵਾਨ, ਚੰਗੇ ਕਰਮ ਕਰਦਾ, ਇੱਕਦਮ ਮਾੜੇ ਕੰਮ ਕਰਨ ਲੱਗ ਪਿਆ। ਉਹਦੇ ਵੱਲ ਵੇਖ ਕਰਕੇ ਗਰੀਬ ਨਿਵਾਜ ਸਤਿਗੁਰੂ ਜੀ ਦੱਸਦੇ ਹਨ ਵੀ ਕੀ ਕਾਰਨ ਹਨ ਵੀ ਚੰਗੇ ਭਲੇ ਪੁਰਖ ਜਿਹੜੇ ਹਨ ਮੰਦੇ ਹੋ ਰਹੇ ਨੇ। ਮਨ ਝੂਠ ਹੈ ਤਨ ਝੂਠ ਹੈ। ਆਏ ਅਸੀਂ ਜੋ ਜੀਵ ਹੈ ਨਾ, ਮਨ ਝੂਠ ਹੈ, ਮਨ ਦੇ ਵਿੱਚ ਵਿਕਾਰਾਂ ਦੀ ਝੂਠ ਲੱਗੀ ਹੈ, ਅਵਿਦਿਆ ਦੀ ਝੂਠ ਹੈ। ਤੇ ਝੂਠ ਦੇ ਕਰਕੇ ਜਿਹੜੀ ਚੀਜ਼ ਝੂਠੀ ਹੋਏ ਉਹਨੂੰ ਅਪਵਿੱਤਰ ਮੰਨਦੇ ਨੇ ਨਾ, ਮਨ ਝੂਠ ਹੈ। ਮਨ ਦੇ ਅੰਦਰ ਵਿਕਾਰਾਂ ਦੀ ਝੂਠ ਹੋਣ ਕਰਕੇ, ਵਿਕਾਰਾਂ ਦੇ ਭੈੜੇ ਫੁਰਨੇ ਉੱਠਣ ਕਰਕੇ, ਪਰਮੇਸ਼ਰ ਵੱਲੋਂ ਅਵਿਦਿਆ ਹੋਣ ਕਰਕੇ, ਵਾਹਿਗੁਰੂ ਦੇ ਗਿਆਨ ਵੱਲੋਂ ਬੇਸੁੱਧ ਹੋਣ ਕਰਕੇ ਮਨ ਅਪਵਿੱਤਰ ਹੋ ਰਿਹਾ ਹੈ। ਤੇ ਜਦੋਂ ਮਨ ਅਪਵਿੱਤਰ ਹੈ ਤਾਂ ਫਿਰ ਮਨ ਦੇ ਖਿਆਲ ਜਿਹੜੇ ਨੇ ਉਹਨਾਂ ਨੂੰ ਸਰੀਰ ਭੋਗਦਾ ਹੈ ਨਾ, ਮਨ ਦੇ ਵਿੱਚ ਵਿਸ਼ੇ ਭੋਗਣ ਦਾ ਸੰਕਲਪ ਸਰੀਰ ਪੂਰਾ ਕਰਦਾ। ਤਨ ਝੂਠ ਹੈ, ਤਨ ਵੀ ਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ ਵਿਕਾਰਾਂ ਦੇ ਭੋਗਣੇ ਕਰਕੇ ਝੂਠਾ ਹੋ ਰਿਹਾ, ਅਪਵਿੱਤਰ ਹੋ ਰਿਹਾ ਹੈ ਇਸ ਜੀਵ ਦਾ। ਜਿਹਵਾ ਝੂਠੀ ਹੋਏ। ਤੇ ਜਦੋਂ ਤਨ ਮਨ ਝੂਠਾ ਹੋ ਗਿਆ ਫਿਰ ਜੋ ਅੰਦਰ ਹੋਵੇ ਉਹੀ ਤਾਂ ਬਾਹਰ ਹੁੰਦਾ ਹੈ। ਅੰਦਰ ਕਮਾਣਾ ਸੋ ਸਰ ਪਰ ਉਗੜ ਹੈ, ਭਾਵੇਂ ਕੋਈ ਬਹਿ ਧਰਤੀ ਵਿੱਚ ਕਮਾਈ, ਜੋ ਅੰਦਰ ਕਮਾਈ ਦਾ ਉਹੀ ਬਾਹਰ ਪ੍ਰਗਟ ਹੁੰਦਾ ਹੈ। ਤੇ ਇਸੇ ਪ੍ਰਕਾਰ ਜਿਨ੍ਹਾਂ ਦੇ ਮਨ ਦੇ ਵਿੱਚ ਅਪਵਿੱਤਰਤਾ ਵਿਕਾਰਾਂ ਦੀ ਝੂਠ ਹੈ, ਫਿਰ ਉਹ ਜ਼ੁਬਾਨ ਦੇ ਰਾਹੀਂ ਝੂਠ ਬਣ ਕੇ ਪ੍ਰਗਟ ਹੁੰਦੀ ਹੈ। ਉਹਨਾਂ ਦੀ ਜ਼ੁਬਾਨ ਦੇ ਜਿਹੜੇ ਵਾਕ ਹਨ ਉਹ ਵੀ ਸਾਧ ਸੰਗਤ ਜੀ ਅਪਵਿੱਤਰ ਹਨ। ਅੰਦਰੋਂ ਗੰਦੀ ਬੋ ਹੀ ਮੁਖ ਦੇ ਰਾਹੀਂ, ਜ਼ੁਬਾਨ ਦੇ ਰਾਹੀਂ
ਪ੍ਰਗਟ ਹੁੰਦੀ ਹੈ ਬੋਲਾਂ ਦੇ ਰਾਹੀਂ, ਜਿਸ ਕਰਕੇ ਜ਼ਬਾਨ ਜੇਵਾ ਵੀ ਝੂਠੀ ਅਪਵਿੱਤਰ ਹੋ ਰਹੀ ਹੈ। ਮੁਖ ਝੂਠਾ ਝੂਠ ਬੋਲਣਾ, ਤੇ ਉਹ ਆਪਣੇ ਮੁਖ ਦੇ ਵਿੱਚੋਂ ਝੂਠਾ ਝੂਠ ਬੋਲਣਾ, ਝੂਠ ਹੀ ਝੂਠ ਬੋਲਦੇ ਆ। ਇੱਕ ਝੂਠ ਬੋਲਿਆ 2 10 100 1000 ਕਹਿੰਦੇ ਨੇ ਨਾ ਆਮ ਹੀ, ਵੀ ਇੱਕ ਝੂਠ ਨੂੰ ਲੁਕਾਉਣ ਦੇ ਵਾਸਤੇ 100 ਝੂਠ ਨਾਲ ਹੋਰ ਬੋਲਣਾ ਪੈਂਦਾ। ਸਦਾ ਝੂਠ ਹੀ ਝੂਠ ਮੁਖ ਰੱਖਿਆ ਹੋਇਆ ਹੈ। ਐਸੇ ਜਿਹੜੇ ਅੰਦਰੋਂ ਝੂਠੇ ਨੇ, ਅਪਵਿੱਤਰ ਨੇ, ਵਿਕਾਰਾਂ ਕਰਕੇ ਸਰੀਰ ਅਪਵਿੱਤਰ ਹੋ ਗਿਆ, ਜ਼ਬਾਨ ਅਪਵਿੱਤਰ ਹੋ ਗਈ। ਗੱਲ ਕੀ, ਉਹਨਾਂ ਦਾ ਮੂੰਹ ਹੀ ਝੂਠਾ ਹੈ, ਉਹਨਾਂ ਦਾ ਮੂੰਹ ਹੀ ਅਪਵਿੱਤਰ ਹੈ, ਕਿਉਂਕਿ ਝੂਠ ਹੀ ਝੂਠ ਬੋਲਦੇ ਨੇ, ਹਰ ਸਮੇਂ ਝੂਠੀਆਂ ਹੀ ਗੱਲਾਂ ਕਰਦੇ ਹਨ, ਝੂਠੇ ਕੰਮਾਂ ਦੇ ਵਿੱਚ ਲੱਗੇ ਨੇ। ਆਪਣੀ ਝੂਠੀ ਵਡਿਆਈ ਕਰਨੀ, ਦੂਜਿਆਂ ਦੀ ਝੂਠੀ ਨਿੰਦਾ ਕਰਨੀ, ਝੂਠੇ ਪਦਾਰਥਾਂ ਵਾਸਤੇ ਜ਼ਬਾਨ ਤੋਂ ਵਾਕ ਕਹਿਣੇ। ਇਸ ਤਰ੍ਹਾਂ ਇਹ ਜੀਵ ਅਪਵਿੱਤਰ ਹੋ ਰਿਹਾ ਹੈ, ਇੰਦਰੀਆਂ ਕਰਕੇ, ਸਰੀਰ ਕਰਕੇ। ਕਿਉਂ ਕਰ ਸੂਚੈ ਹੋਈ, ਦੱਸੋਗਾ ਵੀ ਇੰਨੀ ਇਹਦੇ ਵਿੱਚ ਅਪਵਿੱਤਰਤਾ ਭਰੀ ਪਈ, ਗੰਦਗੀ ਭਰੀ ਹੈ, ਕਿਵੇਂ ਕਰਕੇ ਇਹ ਸੁੱਚਾ ਹੋ ਸਕਦਾ? ਏਦਾਂ ਝੂਠ ਬੋਲਿਆ ਸੁੱਚਾ ਹੋ ਜੂ, ਵਿਕਾਰਾਂ ਦੇ ਫੁਰਨਿਆਂ ਨਾਲ ਸੁੱਚਾ ਹੋਊਗਾ, ਸਰੀਰ ਨਾਲ ਵਿਕਾਰ ਭੋਗੀ ਜਾਂਦਾ, ਸੁੱਚਾ ਕਿਵੇਂ ਹੋਵੇ, ਪਵਿੱਤਰ ਕਿਵੇਂ ਹੋਵੇ? ਕਿਉਂਕਿ ਜਿੰਨਾ ਚਿਰ ਸੁੱਚ ਹੋਵੇ ਤਾਂ ਸੱਚ ਪਾਈਏ, ਜੇ ਸੁੱਚਮਤਾ ਹੋਊ ਤਾਂ ਹੀ ਸੱਚ ਵਾਹਿਗੁਰੂ ਮਿਲੂਗਾ ਨਾ। ਤੇ ਜਦੋਂ ਇਹਨੇ ਆਪਣਾ ਭਾਂਡਾ ਹੀ ਸਾਰਾ ਝੂਠਾ ਕਰ ਲਿਆ ਜਿੱਥੇ ਰੱਬ ਨੇ ਵਸਣਾ ਸੀ, ਤਾਂ ਦੱਸੋ ਕਿਵੇਂ ਕਰਕੇ ਇਹ ਸੁੱਚਾ ਹੋ ਸਕਦਾ, ਪਵਿੱਤਰ ਹੋ ਸਕਦਾ, ਨੇਕ ਆਚਰਣ ਵਾਲਾ, ਨੇਕ ਜੀਵਨ ਵਾਲਾ? ਇਹ ਕਿਵੇਂ ਹੋ ਸਕਦਾ ਹੈ ਪਵਿੱਤਰ ਮਨੁੱਖ? ਬੇਨ ਅਬ ਸ਼ਬਦ ਨਾ ਮਾਂਜੀਐ, ਬੇਨ ਅਬ ਸ਼ਬਦ ਨਾ ਮਾਂਜੀਐ। ਪਾਠ ਤਾਂ ਐਵੇਂ ਹੀ ਹੈ, ਪਰ ਅਰਥ ਕਰਨ ਵਾਸਤੇ ਕਹਿ ਦਿੰਦੇ ਨੇ ਵੀ ਬੇਨ ਸ਼ਬਦ ਅਬ ਨਾ ਮਾਂਜੀਏ, ਵੀ ਗੁਰੂ ਦੇ ਸ਼ਬਦ ਤੋਂ ਬਗੈਰ ਅਬ ਨਾਮ ਹੈ ਹਿਰਦੇ ਦਾ, ਜਿਹੜਾ ਇਹ ਹਿਰਦਾ ਰੂਪੀ ਬਰਤਨ ਹੈ, ਮਾਂਜੀਏ, ਮਾਂਜਿਆ ਨਹੀਂ ਜਾਂਦਾ। ਭਾਂਡਾ ਝੂਠਾ ਹੋਵੇ ਤਾਂ ਮਾਂਜਦੇ ਆ ਨਾ ਆਪਾਂ, ਵੀ ਇਹਨੂੰ ਮਾਂਜ ਲਓ, ਵੀ ਪਵਿੱਤਰ ਕਰ ਲਓ, ਸਾਫ਼ ਕਰ ਲਓ, ਸੁੱਚਾ ਕਰ ਲਓ। ਹੁਣ ਹਿਰਦਾ ਝੂਠਾ ਹੋਇਆ ਹੈ, ਹਿਰਦੇ ਤੋਂ ਅੱਗੇ ਸਾਰੇ ਪਾਸੇ ਝੂਠ ਦਾ ਅੱਗੇ ਸੰਚਾਰ ਹੋ ਰਿਹਾ। ਇਹ ਕਿਵੇਂ ਮਹਾਰਾਜ ਮਾਂਜੀਏ ਇਹਨੂੰ? ਰੇਤਾ ਨਾ, ਸਾਬਣ ਨਾ, ਹੋਰ ਤਾਂ ਇੱਥੇ ਕਿਸੇ ਢੰਗ ਨਾਲ ਹੋ ਨਹੀਂ ਸਕਦਾ, ਇਹ ਮੈਲ ਲਾਈ ਨਹੀਂ ਜਾ ਸਕਦੀ। ਕਹਿੰਦੇ ਸ਼ਬਦ ਦੀ ਕਮਾਈ ਕਰੋ, ਕਿਉਂਕਿ ਗੁਰੂ ਦੇ ਸ਼ਬਦ ਤੋਂ ਬਗੈਰ ਹਿਰਦਾ ਭਾਂਡਾ ਮਾਂਜਿਆ ਨਹੀਂ ਜਾ ਸਕਦਾ। ਸੌਖਾ ਸਮਝਣਾ ਹੋਵੇ ਵੀ ਦਿਲ ਸਾਫ਼ ਨਹੀਂ ਹੁੰਦਾ, ਦਿਲ ਦੀ ਮੈਲ ਨਹੀਂ ਜਾਂਦੀ ਗੁਰੂ ਦੇ ਸ਼ਬਦ ਤੋਂ ਬਗੈਰ। ਸਾਚੀ ਤੀ ਸਚ ਹੋਈ, ਜਦੋਂ ਗੁਰ ਸ਼ਬਦ ਦਾ, ਸੱਚੇ ਦਾ ਜਾਪ ਕਰਾਂਗੇ, ਸ਼ਬਦ ਉਪਦੇਸ਼ ਦੁਆਰਾ ਸੱਚੇ ਦੇ ਨਾਮ ਨੂੰ ਜਪਾਂਗੇ, ਸੱਚੇ ਦੇ ਨਾਮ ਕਰਕੇ ਹੀ ਸੱਚ ਹੋਏ, ਸੱਚ ਸਰੂਪ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਹਿਰਦਾ ਸੱਚ ਸੁੱਚਾ ਪਵਿੱਤਰ ਹੋ ਜਾਂਦਾ ਹੈ ਜਿੱਥੇ ਮਾਲਕ ਵਸਦਾ ਹੈ। ਮੁੰਦੇ ਗੁਣਹੀਣੇ ਸੁਖ ਕੀ, ਮੁੰਦੇ ਸਾਧ ਸੰਗਤ ਉਹਨੂੰ ਕਹਿੰਦੇ ਨੇ ਮੁੰਦ, ਭਾਵ ਅਗਿਆਤ। ਜਿਹਦਾ ਜਿਵੇਂ ਮੁੰਦ ਅਗਿਆਤ ਜੋਬਨ, ਕਹਿੰਦੇ ਜੋਬਨ ਹੋਵੇ, ਸ਼ੌਂਕ ਵੀ ਹੋਵੇ ਪਤੀ ਦੇ ਮਿਲਾਪ ਦਾ, ਪਰ ਪਤਾ ਨਾ ਹੋਵੇ ਵੀ ਪਤੀ ਨੂੰ ਮਿਲਣਾ ਕਿਵੇਂ। ਮਹਾਰਾਜ ਕਹਿੰਦੇ ਹੇ ਮੁੰਦੇ, ਹੇ ਇਸਤਰੀਏ, ਗੁਣਹੀਣੀ ਸੁਖ ਕੇ। ਜੇ ਤੂੰ ਕੋਈ ਪਤੀ ਦੀ ਸੇਵਾ ਕਰਨ ਰੂਪੀ, ਆਗਿਆ 'ਚ ਚੱਲਣ ਰੂਪੀ, ਪਤੀ ਦਾ ਸਤਿਕਾਰ ਰੂਪੀ ਜੇ ਤੇਰੇ 'ਚ ਗੁਣ ਕੋਈ ਨਹੀਂ ਹੈ, ਤੇ 10 ਗੁਣਾਂ ਤੋਂ ਜਿਹੜੀ ਹੀਣੀ ਹੈ ਸੁਖ ਕੇ, ਉਹਨੂੰ ਕਿਸ ਪ੍ਰਕਾਰ ਦੇ ਨਾਲ ਸੁਖ ਪ੍ਰਾਪਤ ਹੋ ਸਕਦਾ ਹੈ? ਉਹ ਕਦੀ ਸੁਖੀ ਹੁੰਦੀ ਹੋਈ ਨਹੀਂ ਹੈ, ਬਸ ਉਹ ਇੱਧਰ ਉੱਧਰ ਭਰਮਦੀ ਹੋ ਰਹਿੰਦੀ ਹੈ। ਗੁਣਾਂ ਤੋਂ ਬਗੈਰ ਸਹੁਰੇ ਘਰ ਵਿੱਚ ਪਤੀ ਦਾ ਕਿਵੇਂ ਸੁਖ ਪ੍ਰਾਪਤ ਹੋਵੇਗਾ? ਇਸੇ ਪ੍ਰਕਾਰ ਹੀ ਮੁੰਦੇ ਤੋਂ ਭਾਵ ਮੁੰਦ ਅਗਿਆਤ ਜੋਬਨ ਅਵਸਥਾ ਦੀ ਨਿਆਈ ਹੈ ਜੀਵ ਇਸਤਰੀ। ਵੀ ਇਹ ਆਪਾਂ ਜਿੰਨੇ ਵੀ ਜੀਵ ਆ ਇਹਨਾਂ ਨੂੰ ਮਹਾਰਾਜ ਨੇ ਇੱਥੇ ਇਸਤਰੀ ਦੀ ਨਿਆਈ ਕਿਹਾ ਹੈ। ਵੀ ਹੇ ਜਗਿਆਸੂ ਰੂਪ ਇਸਤਰੀਏ, ਹੇ ਮੁੰਦੇ, ਹੇ ਗਿਆਤ ਜੋਬਨ ਸ਼ੌਂਕ ਅਵਸਥਾ ਵਾਲੀਏ। ਮੁੰਦ ਤੋਂ ਭਾਵੋ ਵੀ ਜਿਹਨੂੰ ਰੱਬ ਦੇ ਨਾਲ ਮਿਲਣ ਦੀ ਭਾਵਨਾ ਤਾਂ ਹੋਵੇ, ਜਗਿਆਸਾ ਤਾਂ ਹੋਵੇ ਵੀ ਪਤੀ ਪਰਮੇਸ਼ਰ ਨੂੰ ਮਿਲਾਂ, ਪਰ ਗੁਣ ਕੋਈ ਨਾ ਹੋਵੇ। ਸਤ, ਸੰਤੋਖ, ਦਇਆ, ਧਰਮ, ਵਿਚਾਰ, ਇਹੋ ਜਿਹਾ ਗੁਣ ਕੋਈ ਵੀ ਧਾਰਨ ਨਾ ਕਰੇ ਤੇ ਉਹ ਆਖੇ ਵੀ ਮੈਂ ਮਾਲਕ ਨੂੰ ਮਿਲਣਾ ਹੈ। ਪਾਤਸ਼ਾਹ ਕਹਿੰਦੇ ਹੇ ਮੁੰਦੇ, ਹੇ ਅਗਿਆਤ ਜੋਬਨ ਜੀਵ ਇਸਤਰੀਏ, 10 ਗੁਣਾਂ ਤੋਂ ਬਗੈਰ ਸੁਖ ਕੇ, ਸੁਖ ਸਰੂਪ ਵਾਹਿਗੁਰੂ ਪਤੀ ਕਿਵੇਂ ਮਿਲੂਗਾ? ਪਰਮੇਸ਼ਰ ਅਕਾਲ ਪੁਰਖ ਦਾ ਸੁਖ ਕਿਵੇਂ ਤੂੰ ਮਾਣੇਗੀ? ਨਹੀਂ ਮਾਣ ਸਕਦੀ।
ਪਤੀ ਦੇ ਨਾਲ ਮਿਲਾਪ ਤੇਰਾ ਆਨੰਦ ਦਾ ਨਹੀਂ ਹੋਵੇਗਾ ਵਾਹਿਗੁਰੂ ਨਾਲ। ਫੇਰ ਰਲਿਆ ਰਸ ਮਾਨਸੀ। ਉਹੀ ਕਹਿੰਦੇ ਆਪਣੇ ਫਿਰ ਪਤੀ ਦੇ ਨਾਲ ਰਲੀਆਂ ਰਸ ਹੁੰਦਾ ਖੁਸ਼ੀਆਂ ਨੂੰ, ਆਨੰਦ ਨੂੰ, ਪ੍ਰੇਮ ਪਤੀ ਦੇ ਨੂੰ ਮਾਣਦੀ ਹੈ। ਵਾਹਿਗੁਰੂ ਦਾ ਮਿਲਾਪ ਉਸੇ ਹੀ ਜੀਵ ਇਸਤਰੀ ਨੂੰ ਪ੍ਰਾਪਤ ਹੁੰਦਾ ਹੈ। ਸਚ ਸ਼ਬਦ ਸੁਖ ਨੀ। ਜਿਹਦਾ ਸੱਚੇ ਗੁਰੂ ਸਾਹਿਬ ਜੀ ਦੇ ਸ਼ਬਦ ਦੇ ਵਿੱਚ ਨੇਹ ਹੈ, ਜਿਹਨੇ ਗੁਰਬਾਣੀ ਵਿੱਚ ਸਿੱਖਿਆ 'ਚ ਪ੍ਰੇਮ ਕੀਤਾ। ਜਿਵੇਂ ਕੋਈ ਬਿਰਧ ਮਾਤਾ ਪੇਕੇ ਘਰੋਂ ਤੁਰਦੀ ਧੀ ਨੂੰ ਸਮਝਾਵੇ ਕਿ ਬੱਚੀਏ ਆਹ ਕਰੀ ਤੇ ਆਹ ਨਾ ਕਰੀ, ਉਹੀ ਸੁਖੀ ਰਹਿੰਦੀ ਹੈ ਨਾ। ਜਿਹਨੂੰ ਆਪਣੇ ਤੋਂ ਵੱਡਿਆਂ ਦੀ ਗੱਲ ਮੰਨਣ ਦੇ ਨਾਲ ਨੇਹ ਹੋਵੇ, ਜਿਹਨੂੰ ਹੋਵੇ ਵੀ ਜੋ ਮੇਰੇ ਬਜ਼ੁਰਗਾਂ ਕਿਹਾ ਮੈਂ ਉਹ ਗੱਲ ਮੰਨਣੀ ਹੈ, ਜੋ ਮੰਨੇਗੀ ਨਾ ਉਹ ਸਾਧ ਸੰਗਤ ਫਿਰ ਸੁਖ ਮਾਣੇਗੀ। ਜਦੋਂ ਬੀਬੀ ਅਮਰੋ ਜੀ ਗਏ ਸਨ ਖਡੂਰ ਸਾਹਿਬ ਤੋਂ ਵਿਆਹ ਕੇ, ਗੁਰੂ ਅੰਗਦ ਦੇਵ ਸਾਹਿਬ ਕਹਿਣ ਲੱਗੇ ਧੀਏ, ਕਹਿਣ ਲੱਗੇ ਹੁਣ ਤਾਂ ਤੈਨੂੰ ਤੋਰਤਾ ਇੱਕ ਵਾਰ ਤੂੰ, ਅਸੀਂ ਤੈਨੂੰ ਮਿਲ ਲਾਵਾਂਗੇ, ਤੂੰ ਇੱਕ ਵਾਰ ਮਿਲ ਜਾ, ਪਰ ਉਸ ਤੋਂ ਬਾਅਦ ਜਿੰਨਾ ਚਿਰ ਅਸੀਂ ਬੁਲਾਈਏ ਨਾ ਤੂੰ ਇੱਥੇ ਪੇਕੇ ਘਰ ਨਹੀਂ ਆਉਣਾ। ਗੁਰੂ ਅੰਗਦ ਸਾਹਿਬ ਨੇ ਕਿਹਾ ਵੀ ਸਾਡੇ ਬੁਲਾਏ ਤੋਂ ਬਗੈਰ ਨਹੀਂ ਤੂੰ ਸਾਡੇ ਕੋਲ ਆਉਣਾ, ਅਸੀਂ ਬੁਲਾਵਾਂਗੇ ਫੇਰ ਆਉਣਾ ਹੈ, ਨਹੀਂ ਤਾਂ ਐਵੇਂ ਹਰ ਰੋਜ਼ ਹੀ ਮੂੰਹ ਚੁੱਕ ਕੇ ਲੜਾਈ ਝਗੜੇ ਕਲੇਸ਼, ਉਹ ਕੰਮ ਵੱਧ ਹੀ ਹੈ ਨਾ। ਸਿੱਖਿਆ ਮੰਨੀ ਤੇ ਵੇਖੋ ਬੀਬੀ ਅਮਰੋ ਦੇ ਰਾਹੀਂ ਗੁਰੂ ਅਮਰਦਾਸ ਸਾਹਿਬ ਜੀ ਵੀ ਸਿੱਖ ਬਣੇ ਦੂਸਰੇ ਪਾਤਸ਼ਾਹ ਦੇ ਆ ਕੇ। ਸੋ ਇਸ ਪ੍ਰਕਾਰ ਦੇ ਨਾਲ ਕਹਿਣ ਤੋਂ ਭਾਵ ਹੈ ਵੀ ਸਤਿਗੁਰੂ ਸਾਹਿਬ ਕਹਿੰਦੇ ਹੈ ਵੀ ਉਹੀ ਆਪਣੇ ਪਤੀ ਦੇ ਨਾਲ ਰਲ ਮਿਲ ਕੇ ਆਨੰਦ ਨਾਲ ਜੀਵਨ ਬਤੀਤ ਕਰਦੀ ਹੈ, ਜੋ ਆਪਣੇ ਬਜ਼ੁਰਗਾਂ ਦਾ ਬਚਨ ਮੰਨੇ, ਜੋ ਉਹਨਾਂ ਦਾ ਸ਼ਬਦ ਕੀ ਹੁੰਦਾ ਉਪਦੇਸ਼ ਮੰਨੇ, ਸ਼ਬਦ ਮੰਨਣ ਵਿੱਚ ਪ੍ਰੇਮ ਕਰੇ ਵੀ ਜੋ ਕਹਿ ਤਾਂ ਮੈਂ ਮੰਨਣਾ ਹੈ। ਇਸੇ ਤਰ੍ਹਾਂ ਹੀ ਜਿਹੜੇ ਜੀਵ ਗੁਰੂ ਸਾਹਿਬ ਦੀ ਬਾਣੀ ਪੜ੍ਹਦੇ ਸੁਣਦੇ ਤੇ ਮੰਨਦੇ ਨੇ, ਜੋ ਮੇਰੇ ਗੁਰੂ ਨੇ ਕਿਹਾ ਮੈਂ ਇਸੇ ਤਰ੍ਹਾਂ ਚੱਲਣਾ ਹੈ, ਉਹੀ ਵਾਹਿਗੁਰੂ ਪਤੀ ਦੇ ਮਿਲਾਪ ਦਾ ਆਨੰਦ ਮਾਣਦੇ ਹਨ। ਜੋ ਗੁਰਬਾਣੀ ਨਾਲ ਨੇਹ ਸ਼ਬਦ ਲਿਖਿਆ ਨੇਹੋਂ ਕਰਦੇ ਨੇ, ਜਿਹੜੇ ਪ੍ਰੇਮ ਕਰਦੇ ਹਨ। ਇਹ ਰਹਾਉ ਦੀ ਤੁਕ ਵਿੱਚ ਦੋਵੇਂ ਹੀ ਮਹਾਰਾਜ ਨੇ ਪੱਖ ਦੱਸਦੇ ਵੀ ਗੁਣਾਂ ਤੋਂ ਹੀਣੀਆਂ ਜਿਹੜੀਆਂ ਹਨ ਉਹਨਾਂ ਨੂੰ ਸੁੱਖ ਕਿਵੇਂ ਹੋਊਗਾ, ਭਾਵ ਨਹੀਂ ਹੋ ਸਕਦਾ, ਤੇ ਜਿਹੜੀਆਂ ਬਚਨ ਮੰਨਣ ਵਾਲੀਆਂ ਨੇ ਉਹ ਸਦਾ ਸੁਖੀ ਹਨ, ਉਹ ਸੁਖ ਮਾਣਦੀਆਂ ਨੇ, ਆਤਮਿਕ ਆਨੰਦ ਮਾਣਦੀਆਂ ਨੇ, ਸੁਖ ਸਰੂਪ ਵਾਹਿਗੁਰੂ ਦਾ ਮਿਲਾਪ ਮਾਣਦੀਆਂ ਨੇ, ਕਿਉਂਕਿ ਸ਼ਬਦ ਸੁਖ, ਸ਼ਬਦ ਦੇ ਦੁਆਰਾ ਹੀ ਸੁਖ ਮਿਲੇਗਾ। ਵਿਸ਼ਰਾਮ ਦੇ ਕੇ ਗੁਰੂ ਨਾਨਕ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਫੇਰ ਪਰਦੇਸੀ ਜੀਥੀਆ। ਕਹਿੰਦੇ ਵੇਖੋ ਜਿਵੇਂ ਕੋਈ ਪਤੀ ਵਰਤਾ ਔਰਤ ਹੋਵੇ, ਉਹਦਾ ਘਰ ਵਾਲਾ ਪ੍ਰਦੇਸ਼ ਵਿੱਚ ਚਲਿਆ ਜਾਵੇ ਕਿਧਰੇ, ਧਨ ਵਾਂਡੀ ਚੂਰੀ। ਉਹ ਜਿਹੜੀ ਧਨ ਇਸਤਰੀ ਹੈ ਵਾਂਢੀ ਵਿਛੜੀ ਹੋਈ ਆਪਣੇ ਪਤੀ ਦੇ ਨਾਲੋਂ ਝੂਰਦੀ ਰਹਿੰਦੀ ਹੈ ਹਰ ਸਮੇਂ। ਇਸੇ ਤਰ੍ਹਾਂ ਫੇਰ ਪਰਦੇਸੀ ਜੀਥੀਆ। ਐਵੇਂ ਫਿਰ ਕੌਣ ਹੈ ਪਤੀ? ਅਕਾਲ ਪੁਰਖ ਵਾਹਿਗੁਰੂ। ਕਹਿੰਦੇ ਵੀ ਜਿਸ ਜੀਵ ਇਸਤਰੀ ਦਾ ਫਿਰ ਪਤੀ ਅਕਾਲ ਪੁਰਖ ਪਰਦੇਸੀ ਕਹਿੰਦੇ ਜੇ ਥੀਆ ਹੋ ਜਾਵੇ। ਹੁਣ ਇੱਥੇ ਪਰਮੇਸ਼ਰ ਦਾ ਪਰਦੇਸੀ ਹੋਣਾ ਕੀ ਹੈ ਵੀ ਜਿਹੜਾ ਉਸ ਵਾਹਿਗੁਰੂ ਦੇ ਅੰਦਰ ਵਸਦੇ ਹੋਣ ਦੇ ਬਾਵਜੂਦ ਵੀ ਸਾਨੂੰ ਸਖਿਆਰਤਾ ਨਾ ਹੋਣੀ, ਜਿਹੜਾ ਸਾਖਸਾਤ ਉਸ ਵਾਹਿਗੁਰੂ ਦੇ ਸਰੂਪ ਦੇ ਅਸੀਂ ਦਰਸ਼ਨ ਨਾ ਕਰਨੇ। ਜਿਵੇਂ ਕਹਿੰਦੇ ਨਾ ਵੀ ਕੰਧ ਓਲੇ ਹੀ ਪ੍ਰਦੇਸ਼ ਹੈ, ਪ੍ਰਦੇਸ਼ ਕਿਤੇ ਹਜ਼ਾਰਾਂ ਮੀਲ ਦੇ ਨਾਮ ਨੂੰ ਹੀ ਨਹੀਂ ਕਹਿੰਦੇ, ਹਜ਼ਾਰਾਂ ਮੀਲ ਹੀ ਨਹੀਂ ਹੁੰਦਾ, ਉਹ ਪ੍ਰਦੇਸ਼ ਹੀ ਹੈ ਜਿਹਦਾ ਪਤਾ ਹੀ ਕੁਝ ਨਹੀਂ ਹੈ। ਕੰਧ ਓਲੇ ਵੀ ਪ੍ਰਦੇਸ਼ ਹੀ ਹੁੰਦਾ, ਪਤਾ ਨਹੀਂ ਕੀ। ਐਵੇਂ ਜਿਨ੍ਹਾਂ ਦੇ ਅੰਦਰ ਪੜਦਾ ਪਿਆ ਨਾ ਭਰਮ ਦਾ, ਉਹਨਾਂ ਵਾਸਤੇ ਉਹੀ ਆ ਵੀ ਰੱਬ ਪ੍ਰਦੇਸ਼ 'ਚ ਹੀ ਆ, ਉਹ ਕਿਤੇ ਦੂਰ ਹੀ ਸਮਝਦੇ ਹਨ। ਉਹ ਮਾਲਕ ਨੂੰ ਸਤਵੇਂ ਆਕਾਸ਼ ਵਿੱਚ ਹੀ, ਸਤਵੇਂ ਪਤਾਲ 'ਚ ਹੀ ਕਿਤੇ ਮੰਨਦੇ ਨੇ ਵੀ ਰੱਬ ਦੂਰ ਹੈ, ਉੱਥੇ ਜਾਣਾ ਹੈ, ਉਹਨੂੰ ਮਿਲਣਾ ਹੈ। ਐਵੇਂ ਜਿਹੜਾ ਵਾਹਿਗੁਰੂ ਨੂੰ ਆਪਣੇ ਅੰਦਰ ਨਾ ਪ੍ਰਾਪਤ ਕਰ ਸਕਣਾ, ਆਪਣੇ ਹਿਰਦੇ ਵਿੱਚ ਸੁਰਤ ਟਿਕਾ ਕੇ ਉਹਦੇ ਦਰਸ਼ਨ ਨਾ ਕਰ ਸਕਣੇ, ਇਹ ਸਮਝ ਲਓ ਵੀ ਇਹ ਜੀਵ ਇਸਤਰੀਆਂ ਦਾ ਪਤੀ ਵਾਹਿਗੁਰੂ ਪ੍ਰਦੇਸ਼ ਗਿਆ ਹੋਇਆ ਹੈ। ਧਨ ਵਾਂਡੀ ਚੂਰੀ। ਤੇ ਜਿਹੜੀ ਜੀਵ ਇਸਤਰੀ ਧਨ ਵਾਂਢੀ ਵਿਛੜ ਗਈ ਹੈ ਨਾ, ਆਪਣੇ ਇਸ ਤਰ੍ਹਾਂ ਦੇ ਵਿਚਾਰ ਕਰਕੇ ਝੂਰੇ, ਉਹ ਝੂਰਦੀ ਰਹਿੰਦੀ ਹੈ ਹਰ ਸਮੇਂ, ਉਹ ਦੁਖੀ ਰਹਿੰਦੀ ਹੈ, ਉਹਦੇ ਅੰਦਰ ਹਰ ਸਮੇਂ ਵਿਛੋੜੇ ਦੇ ਦੁੱਖ ਕਾਰਨ ਤੜਫ ਬਣੀ ਰਹਿੰਦੀ ਹੈ। ਮਨ ਵਿੱਚ ਹੁੰਦਾ ਹੈ ਵੀ ਮੈਂ ਕਿਵੇਂ ਮਿਲਾਂ, ਹੁਣ ਪ੍ਰਦੇਸ਼ ਜਾਵੇ ਕਿਵੇਂ। ਤੇ ਹੁਣ ਪਰਮੇਸ਼ਰ ਜਿਨ੍ਹਾਂ ਚਿਰ ਅੰਦਰੋਂ ਆਪ ਕਿਰਪਾ ਕਰਕੇ ਪ੍ਰਗਟ ਨਹੀਂ ਹੁੰਦਾ, ਕਹਿੰਦੇ ਵੀ ਵੈਸਾਖ ਧੀਰਨ ਕਿਉਂ ਵਾਂਢੀਆਂ, ਜਿਨ੍ਹਾਂ ਪ੍ਰੇਮ ਵਿਛੋਹ, ਜਿਨ੍ਹਾਂ ਦਾ ਵਾਹਿਗੁਰੂ ਦੇ ਪ੍ਰੇਮ ਵੱਲੋਂ ਵਿਛੋੜਾ ਹੈ, ਪਰਮੇਸ਼ਰ ਨਾਲੋਂ ਵਿਛੋੜਾ, ਦੱਸੋ ਕਿਵੇਂ ਉਹਨਾਂ ਨੂੰ ਠੰਡ ਪਵੇ।
ਉਹ ਰੂਹਾਂ ਕਿਵੇਂ ਆਨੰਦ ਮਾਣਨ ਜਿਹੜੇ ਰੱਬ ਤੋਂ ਵਿਛੜੇ ਹੋਏ ਝੂਰਦੇ ਹੀ ਰਹਿੰਦੇ, ਦੁਖੀ ਹੁੰਦੇ ਰਹਿੰਦੇ ਹਨ। ਜਿਉ ਜਲ ਥੋੜੈ ਮਛਲੀ। ਪਤੀ ਤੋਂ ਵਿਛੜੀ ਹੋਈ ਪਤੀ ਬ੍ਰਤਾ ਔਰਤ ਕਿਵੇਂ ਦੁਖੀ ਹੁੰਦੀ, ਜਿਵੇਂ ਕਹਿੰਦੇ ਥੋੜੇ ਜਿਹੇ ਪਾਣੀ ਮਛਲੀ ਤੜਫਦੀ ਨਾ, ਜਿਵੇਂ ਪਾਣੀ ਥੋੜਾ ਜਿਹਾ ਹੋਵੇ, ਚਿੱਕੜ ਜਿਹਾ ਹੋਵੇ, ਤੇ ਜਿਵੇਂ ਉਹ ਤੜਫਦੀ ਹੈ, ਜਿਵੇਂ ਉਹ ਦੁਖੀ ਹੁੰਦੀ ਹੈ। ਕਾਰਣ ਪਲਾਵ ਕਰੀ। ਕਈ ਤਰ੍ਹਾਂ ਦੇ ਕਰਨ ਪਲਾਵ ਯਤਨ ਕਰਦੀ ਹੈ, ਕਈ ਤਰ੍ਹਾਂ ਦੀਆਂ ਛਾਲਾਂ ਮਾਰਦੀ, ਹੱਥ ਪੈਰ ਮਾਰਦੀ, ਤੜਫਦੀ ਹੈ, ਫਿਰ ਬੇਨਤੀਆਂ ਕਰਦੀ, ਕੋਈ ਕਿਰਪਾ ਹੋਵੇ, ਬੱਦਲ ਵਰਸਣ, ਮੀਂਹ ਪਵੇ, ਪਾਣੀ ਬਹੁਤਾ ਹੋਵੇ, ਬਹੁਤਾ ਪਾਣੀ ਹੋਵੇ, ਤੇ ਫਿਰ ਮੱਛੀ ਸੁਖੀ ਹੁੰਦੀ ਹੈ, ਥੋੜੇ ਪਾਣੀ ਵਿੱਚ ਵੀ ਉਹ ਤੜਫਦੀ ਹੈ। ਐਵੇਂ ਪਤੀ ਬ੍ਰਤਾ ਔਰਤ ਆਪਣੇ ਪਤੀ ਦੇ ਵਿਛੋੜੇ ਕਰਕੇ ਤੜਫਦੀ ਹੈ। ਇਸੇ ਪ੍ਰਕਾਰ ਹੀ ਜਿਉਂ ਜਲ ਥੋੜ੍ਹਾ ਮਛਲੀ, ਇੱਥੇ ਮਾਛਲੀ ਪਾਠ ਵੀ ਕਈ ਥਾਵਾਂ ਤੇ ਲਿਖਿਆ ਹੁੰਦਾ, ਤੇ ਇਹ ਮਛਲੀ ਪਾਠ ਇਹੀ ਉਹਦਾ ਮੁੱਖ ਕਰਕੇ ਜਾਣਨਾ, ਪਰ ਇਹਨਾਂ ਕੋ ਫਰਕ ਕਈ ਸਰੂਪਾਂ 'ਚ ਜਾਂ ਕਈ ਪੋਥੀਆਂ 'ਚ ਜ਼ਰੂਰ ਆ ਜਾਂਦਾ। ਸੋ ਪਾਠ ਸਹਿਜ ਪਾਠ ਕਰਦੇ ਆ ਜਾਂ ਪਾਠ ਕਰਦੇ ਆ, ਇਹ ਧਿਆਨ ਰੱਖਣਾ। ਜਿਉ ਜਲ ਥੋੜ੍ਹਾ ਮਛਲੀ, ਜਿਵੇਂ ਥੋੜੇ ਪਾਣੀ ਵਿੱਚ ਮੱਛੀ ਤੜਫਦੀ ਹੈ, ਐਵੇਂ ਜਿਹਨੂੰ ਵਾਹਿਗੁਰੂ ਦਾ ਪ੍ਰੇਮ ਰੂਪੀ ਨਾਮ ਰੂਪੀ ਜਲ ਪ੍ਰਾਪਤ ਨਹੀਂ ਹੋਇਆ, ਉਹ ਜੀਵ ਰੂਪੀ ਇਸਤਰੀ ਤੜਫਦੀ ਆ ਵੀ ਕਿਵੇਂ ਮਹਾਰਾਜ ਸਾਹਿਬ ਕਿਰਪਾ ਕਰਕੇ ਪ੍ਰੇਮ ਤੇ ਨਾਮ ਦੀ ਵਰਖਾ ਕਰੋ। ਕਰਨ ਪਲਾਵ ਕਰੇ, ਕਈ ਤਰ੍ਹਾਂ ਦੇ ਕਰਨ ਪਲਾਵ ਯਤਨ ਹੀਲੇ ਵਸੀਲੇ ਕਰਦੀ ਹੈ ਵੀ ਰਹਿਮਤ ਹੋ ਜਾਵੇ, ਨਾਮ ਦੀ ਪ੍ਰੇਮ ਦੀ ਵਰਖਾ ਹੋਵੇ। ਬੇਨਤੀਆਂ ਕਰਦੇ ਨੇ ਵਿਛੜੇ ਹੋਏ, ਰਜੋਈਆਂ ਕਰਦੇ ਹਨ, ਦਰਸ਼ਨ ਪਿਆਸੀ ਦਿਨ ਰਾਤ, ਇਸ ਤਰ੍ਹਾਂ ਦੀ ਭਾਵਨਾ ਹੁੰਦੀ ਹੈ। ਫੇਰ ਭਾਵੈ ਸੁਖ ਪਾਈਐ। ਕਹਿੰਦੇ ਫਿਰ ਜੋ ਇਸ ਤਰ੍ਹਾਂ ਪ੍ਰੇਮ ਕਰੇ ਨਾ, ਫਿਰ ਭਾਵੇ, ਜੇ ਫਿਰ ਪਤੀ ਅਕਾਲ ਪੁਰਖ ਨੂੰ ਉਹਦੀ ਸ਼ਰਧਾ ਭਾ ਜਾਵੇ, ਇਹਦਾ ਪ੍ਰੇਮ ਭਾ ਜਾਵੇ ਵੀ ਵਾਕਿਆ ਹੀ ਸਾਡੇ ਵਿਛੋੜੇ ਕਰਕੇ ਇਹਨੂੰ ਸਹੀ ਵਿੱਚ ਦੁੱਖ ਲੱਗ ਰਿਹਾ ਹੈ, ਕੋਈ ਪਖੰਡ ਨਹੀਂ ਹੈ ਇਹਦੇ ਵਿੱਚ, ਵੀ ਦਿਲੋਂ ਇਹ ਸਾਡੇ ਪ੍ਰੇਮ ਕਰਕੇ ਦੁਖੀ ਹੈ, ਦਿਲੋਂ ਇਹਦਾ ਸਾਡੇ ਨਾਲ ਪ੍ਰੇਮ ਹੈ। ਐਵੇਂ ਫਿਰ ਭਾਵੈ, ਪਤੀ ਨੂੰ ਕਹਿੰਦੇ ਜਦੋਂ ਇਸ ਜੀਵ ਇਸਤਰੀ ਦੀ ਭਾਵਨਾ ਭਾ ਜਾਵੇ ਵਾਹਿਗੁਰੂ ਨੂੰ, ਸੁਖ ਪਾਈਐ। ਫਿਰ ਪਰਮੇਸ਼ਰ ਦੇ ਮਿਲਾਪ ਦਾ ਸੁਖ ਪਾਈਦਾ। ਉਹ ਫਿਰ ਬੀਬੀਆਂ ਸੁਖ ਮਾਣਦੀਆਂ ਹਨ ਜਿਨ੍ਹਾਂ ਦੀ ਸੱਚੀ ਭਾਵਨਾ ਹੈ। ਉਹ ਜੀਵ ਜਿਹੜੀ ਸੱਚੀ ਭਾਵਨਾ ਨਾਲ ਵਾਹਿਗੁਰੂ ਤੇ ਸ਼ਰਧਾ ਰੱਖਦੇ ਆ, ਉਹ ਮਾਲਕ ਪਰਮੇਸ਼ਰ ਦੇ ਮਿਲਾਪ ਦਾ ਸੁਖ ਆਨੰਦ ਮਾਣਦੇ ਹਨ। ਜਾ ਆਪੇ ਨਦਰ ਕਰੀ। ਇਹ ਸੁਖ ਮਾਣਨ ਦਾ ਢੰਗ ਵੀ ਕੀ ਆ, ਕਹਿੰਦੇ ਜਾ ਆਪੇ ਨਦਰ ਕਰੇ। ਜਦੋਂ ਆਪ ਹੀ ਵਾਹਿਗੁਰੂ ਨਦਰ ਕਰ ਦਵੇ ਸਤਿਗੁਰਾਂ ਦੇ ਰਾਹੀਂ, ਗੁਰੂ ਰੂਪੀ ਬੱਦਲ ਜਦੋਂ ਨਾਮ ਉਪਦੇਸ਼ ਰੂਪੀ ਵਰਖਾ ਕਰ ਦੇਣ, ਜਿਵੇਂ ਮੀਂਹ ਪੈਣ ਤੋਂ ਮੱਛੀ ਦੀ ਤੜਫ ਹਟਦੀ ਹੈ ਨਾ, ਪਾਣੀ ਵੱਧ ਜਾਂਦਾ, ਇਸੇ ਪ੍ਰਕਾਰ ਹੀ ਜਿਵੇਂ ਜੇਠ ਹਾੜੇ 'ਚ ਥੋੜਾ ਪਾਣੀ ਹੋਣ ਕਰਕੇ ਉਹ ਤੜਫਦੀ ਹੈ। ਇਹ ਕਲਯੁਗ ਦਾ ਸਮਾਂ ਮੰਨੋ ਜੇਠ ਹਾੜ ਹੈ। ਆਸਾ ਤ੍ਰਿਸ਼ਨਾ ਦੇ ਵਿਸ਼ੇ ਵਿਕਾਰ ਜਿਹੜੇ ਹਨ, ਇਹਨਾਂ ਦੀ ਤਪੱਛਾ ਹੈ, ਜਿਸ ਕਰਕੇ ਜੀਵ ਤੜਫ ਰਹੇ ਨੇ। ਜਦੋਂ ਗੁਰੂ ਸਾਹਿਬ ਨਾਮ ਦੀ ਵਰਖਾ ਆਪ ਕਰ ਦਿੰਦੇ ਵਾਹਿਗੁਰੂ ਦੀ ਮਿਹਰ ਦਾ ਸਦਕਾ, ਤਦੋਂ ਫਿਰ ਇਹ ਜੀਵ ਨਿਹਾਲ ਹੋ ਜਾਂਦੇ ਨੇ ਨਾਮ ਦਾ ਜਲ ਪਾ ਕੇ। ਫਿਰ ਸਲਾਹੀ ਆਪਣਾ। ਤਾਂ ਦੇ ਪਾਤਸ਼ਾਹ ਕਹਿੰਦੇ ਵੀ ਹੇ ਸਖੀਏ, ਆਪਣੇ ਫਿਰ ਪਤੀ ਨੂੰ ਸਲਾਹੀ ਸਲਾਹੁਣਾ ਕਰੀਏ। ਆਪਣੇ ਪਤੀ ਦੇ ਹੀ ਗੁਣ ਕਹਿਣੇ ਚਾਹੀਦੇ ਹਨ, ਆਪਣੇ ਪਤੀ ਦੀ ਹੀ ਸਿਫਤ ਕਰਨੀ ਚਾਹੀਦੀ, ਕਿਉਂਕਿ ਆਪਣਾ ਮਾਲਕ ਪਤੀ ਵਾਹਿਗੁਰੂ ਹੀ ਹੈ। ਸਖੀ ਸਹੇਲੀ ਨਾਲ। ਜਦੋਂ ਆਪਣੀ ਕਿਸੇ ਸਖੀ ਨਾਲ, ਜਦੋਂ ਸਹੇਲੀ ਭੈਣ ਦੇ ਨਾਲ ਕੋਈ ਬਚਨ ਕਰਨਾ, ਉਦੋਂ ਕਹਿੰਦੇ ਕੇਵਲ ਆਪਣੇ ਪਤੀ ਦੀ ਸਿਫਤ ਦਾ ਬਚਨ ਕਰੇ। ਇਹ ਪਤੀ ਵਰਤਾ ਔਰਤ ਦੀ ਨਿਸ਼ਾਨੀ ਹੈ। ਦੂਸਰਿਆਂ ਦੇ ਪਤੀਆਂ ਦੀ ਕੋਈ ਸਿਫਤ ਦਾ ਬਚਨ ਵੀ ਨਾ ਕਹੇ, ਆਪਣੇ ਪਤੀ ਦੀ ਹੀ ਸਲਾਹਤਾ ਕਰੇ। ਇਸੇ ਪ੍ਰਕਾਰ ਫਿਰ ਸਲਾਹੀ ਆਪਣਾ। ਹੇ ਮਹਾਰਾਜ ਸਾਹਿਬ ਕਹਿੰਦੇ ਵੀ ਗੁਰਸਿੱਖ ਪਿਆਰਿਓ, ਹੇ ਜੀਵ ਰੂਪ ਸਹੇਲੀਓ, ਆਓ ਫਿਰ ਸਲਾਹੀ ਆਪਣਾ। ਆਪਣੇ ਪਤੀ ਅਕਾਲ ਪੁਰਖ ਨੂੰ ਸਲਾਈਏ। ਆਪਣਾ ਦਾ ਮਾਲਕ ਹੀ ਆ, ਉਹ ਤੋਂ ਬਗੈਰ ਕੌਣ ਆਪਣਾ ਹੈ। ਸਖੀ ਸਹੇਲੀ ਨਾਲ। ਸਖੀਆਂ ਸਹੇਲੀਆਂ ਕੌਣ ਨੇ? ਜੋ ਸਤ ਸੰਗਣਾ, ਜੋ ਸਤ ਸੰਗਤ ਵਿੱਚ ਬੈਠੇ ਆ ਆਪਾਂ, ਜੋ ਕੋਈ ਮਹਾਂਪੁਰਖ ਰੱਬ ਦਾ ਪਿਆਰਾ ਮਿਲ ਜੇ, ਕੋਈ ਗੁਰੂ ਦਾ ਪੂਰਾ ਸਿੱਖ ਮਿਲ ਜੇ, ਗੁਰੂ ਕੀ ਸੰਗਤ ਮਿਲ ਜੇ, ਉਹਨਾਂ ਦੇ ਨਾਲ ਮਿਲ ਕਰਕੇ, ਉਹਨਾਂ ਨਾਲ ਜੁੜ ਕੇ ਆਖਿਆ ਕਰੋ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇਹ ਸਤ ਸੰਗਤ ਨਾਲ ਮਹਾਂਪੁਰਖਾਂ ਨਾਲ ਮਹਾਤਮਾ ਨਾਲ ਮਿਲ ਕੇ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਕਰਨੀ ਚਾਹੀਦੀ ਹੈ। ਜਿਨ੍ਹਾਂ ਤੇ ਨਜ਼ਰ ਹੋਈ ਹੈ ਮਾਲਕ ਦੀ ਕਿਰਪਾ ਦੀ, ਉਹ ਵੀ ਆਪਣੇ ਮਾਲਕ ਨੂੰ ਸਲਾਹੁੰਦੇ ਹਨ ਸਤ ਸੰਗਤ ਨਾਲ ਮਿਲ ਕੇ। ਤਨ ਸੋ ਹੈ ਮਨ ਮੋਹਿਆ, ਤਨ ਸੋ ਹੈ ਕਿਹਦੀ ਸਿਫਤ ਕਰਦੇ ਨੇ? ਜਿਸ ਮਾਲਕ ਦਾ ਤਨ ਤੋਂ ਭਾਵ ਹੈ ਸਰੂਪ ਸਤ ਚਿਤ ਆਨੰਦ ਰੂਪ ਹੋਣ ਰੂਪੀ ਸੋ ਹੈ ਸੋਭਨੀਕ ਹੋ ਰਿਹਾ ਹੈ। ਜਾਂ ਜਿਸ ਵਾਹਿਗੁਰੂ ਦਾ ਤਨ ਸਰਗੁਣ ਰੂਪ ਦੇ ਵਿੱਚ ਗੁਰੂ ਨਾਨਕ ਰੂਪ, ਇਹ ਆਪਣਾ ਭਾਵਨਾ ਦਾ ਅਰਥ ਹੈ ਵੀ ਗੁਰੂ ਰੂਪ ਹੋਣ ਕਰਕੇ ਸਤਿਗੁਰੂ ਰੂਪ ਹੋਣ ਕਰਕੇ ਜੋ ਸਰਗੁਣ ਰੂਪ ਰੂਪੀ ਸਰੀਰ ਤਨ ਸੋ ਹੈ ਸੋ ਰਿਹਾ ਹੈ ਵਾਹਿਗੁਰੂ ਦਾ, ਉਸ ਮਾਲਕ ਨੇ ਮਨ ਮੋਹਿਆ। ਕਹਿੰਦੇ ਵੀ ਆਪਣੇ ਪ੍ਰੇਮ ਵਾਲਿਆਂ ਦੇ ਮਨ ਨੂੰ ਮੋਹਤ ਕਰ ਲਿਆ ਹੈ। ਜੀਵ ਇਸਤਰੀਆਂ ਜਗਿਆਸੂਆਂ ਦੇ ਚਿੱਤ ਨੂੰ ਆਪਣੇ ਵੱਲ ਨੂੰ ਖਿੱਚ ਲਿਆ ਹੈ। ਤਨ ਸੋ ਹੈ, ਤਨ ਸੋ ਹੈ ਮਨ ਮੋਹਿਆ, ਉਹਨਾਂ ਦਾ ਤਨ ਜਿਹੜਾ ਹੈ ਸੋਭਨੀਕ ਹੋ ਰਿਹਾ ਕਿਉਂਕਿ ਅੰਦਰ ਪਰਮੇਸ਼ਰ ਬਿਰਾਜਮਾਨ ਹੋ ਗਿਆ। ਵਾਹਿਗੁਰੂ ਅੰਦਰ ਵਸਣ ਕਰਕੇ ਉਹਨਾਂ ਜੀਵਾਂ ਦਾ ਤਨ ਵੀ ਸੋਭਨੀਕ ਹੈ ਕਿਉਂਕਿ ਅੰਦਰ ਸੋਹਣਾ ਪਰਮੇਸ਼ਰ ਵਸਦਾ ਹੈ। ਰੋਮ ਰੋਮ ਵਿੱਚੋਂ ਨਾਮ ਚੱਲਦਾ ਹੈ ਸਵਾਸ ਸਵਾਸ ਕਰਕੇ। ਮਨ ਮੋਹਿਆ, ਜਿਸ ਮਾਲਕ ਨੇ ਉਹਨਾਂ ਦੇ ਮਨ ਨੂੰ ਮੋਹਿਤ ਕਰ ਲਿਆ, ਆਪਣੇ ਵੱਲ ਨੂੰ ਆਕਰਸ਼ਿਤ ਕਰ ਲਿਆ, ਆਪਣੇ ਵੱਲ ਨੂੰ ਖਿੱਚ ਲਿਆ ਹੈ। ਰਤੀ ਰੰਗ ਨਿਹਾਲ, ਉਹ ਰੱਤੀ ਗਈ ਹੈ ਮਾਲਕ ਦੇ ਨਾਮ ਜਪਣ ਦੇ ਵਿੱਚ, ਤੇ ਜਿਹੜੀਆਂ ਰੂਹਾਂ ਰੰਗੀਆਂ ਗਈਆਂ ਨੇ ਰੱਤੀ ਰੰਗ ਆਨੰਦ ਮਾਣਦੀ ਹੈ। ਆਨੰਦ ਸਰੂਪ ਨੂੰ ਨਿਹਾਲ ਨਾਮ ਹੈ ਵੇਖਣ ਦਾ। ਆਨੰਦ ਸਰੂਪ ਮਾਲਕ ਨੂੰ ਹੀ ਸਭ ਥਾਵਾਂ ਤੇ ਵੇਖਦੀ ਹੈ ਵੀ ਮੇਰਾ ਮਾਲਕ ਹੀ ਹੈ ਵਸਦਾ। ਜਾਂ ਨਿਹਾਲ ਨਾਮ ਹੈ ਦੁੱਖਾਂ ਤੋਂ ਰਹਿਤ ਹੋਣ ਦਾ, ਉਹ ਦੁੱਖਾਂ ਤੋਂ ਰਹਿਤ ਹੋ ਗਈ ਹੈ ਵਾਹਿਗੁਰੂ ਦੇ ਰੰਗ ਪ੍ਰੇਮ ਵਿੱਚ ਰੰਗੀ ਹੋਈ ਜੋ ਹੈ। ਸ਼ਬਦ ਸਵਾਰੀ ਸੋਹਣੀ, ਮਹਾਰਾਜ ਉਹ ਕਿਵੇਂ ਸਵਾਰੀ ਗਈ? ਕਹਿੰਦੇ ਸ਼ਬਦ ਕਰਕੇ। ਸ਼ਬਦ ਸਵਾਰੀ ਜਿਨ੍ਹਾਂ ਦੀ ਬਿਰਤੀ ਮਹਾਰਾਜ ਸਾਹਿਬ ਨੇ ਸ਼ਬਦ ਦੁਆਰਾ ਸਵਾਰ ਦਿੱਤੀ ਸੋਹਣੀ, ਉਹੀ ਜੀਵ ਰੂਪੀ ਇਸਤਰੀ ਸੋਹਣੀ ਹੈ। ਭਲੇ ਸਤ ਸੰਤੋਖ ਦਇਆ ਧਰਮ ਸ਼ਰਧਾ ਭਾਵਨਾ ਪ੍ਰੇਮ ਭਾਉ ਆਦਿਕ ਗੁਣ ਉਹਨਾਂ ਦੇ ਵਿੱਚ ਆਏ ਨੇ, ਇਹ ਉਹਨਾਂ ਦਾ ਸੋਹਣਾਪਣ ਹੈ। ਅਤੇ ਸਵਾਰੀ ਜਿਵੇਂ ਸਵਾਰਨਾ ਆਪਣੇ ਆਪ ਨੂੰ ਇਹੀ ਹੈ ਜਿਹੜਾ ਸ਼ਬਦ ਦੀ ਕਮਾਈ ਕਰਕੇ ਤੇ ਗੁਰੂ ਸਾਹਿਬ ਜੀ ਦੇ ਬਖਸ਼ੇ ਜਿਹੜੇ ਸ਼ੁਭ ਗੁਣ ਹਨ ਉਹਨੂੰ ਧਾਰਨ ਕਰ ਲੈਣੇ ਤੇ ਔਗਣਾਂ ਦਾ ਤਿਆਗ ਕਰ ਦੇਣਾ, ਇਹ ਸਵਾਰੇ ਜਾਣਾ ਹੈ। ਇਹੀ ਸੋਹਣਾਪਣ ਹੈ। ਤੇ ਜੋ ਸ਼ਬਦ ਦੇ ਨਾਲ ਸਵਾਰੇ ਗਏ ਨੇ ਜੀਵ, ਜੋ ਰੂਹਾਂ ਸ਼ਬਦ ਕਰਕੇ ਰੰਗੀਆਂ ਗਈਆਂ, ਸ਼ਬਦ ਸਵਾਰੀ ਜਿਨ੍ਹਾਂ ਦੀ ਬਿਰਤੀ ਗੁਰੂ ਸਾਹਿਬ ਜੀ ਨੇ ਉਪਦੇਸ਼ ਦੇ ਕੇ ਸਵਾਰ ਦਿੱਤੀ ਹੈ। ਬਿਰਤੀ 'ਚ ਮਾੜਾ ਫੁਰਨਾ ਨਹੀਂ ਉੱਠਦਾ, ਮਾੜੇ ਪਾਸੇ ਖਿਆਲ ਨਹੀਂ ਜਾਂਦਾ, ਬਿਰਤੀ ਨਾਲ ਕਿਸੇ ਦਾ ਬੁਰਾ ਨਹੀਂ ਚਿਤਵਿਆ ਜਾਂਦਾ। ਉਹ ਮਾਨੋ ਵੀ ਸੋਹਣੇ ਜੀਵਨ ਵਾਲੇ ਹੋ ਗਏ ਨੇ, ਵਾਹਿਗੁਰੂ ਦੇ ਆਨੰਦ ਵਾਲੇ ਹਨ। ਫਿਰ ਰਾਵੀ ਗੁਣ ਨਾਲ, ਇਹ ਸੋਹਣੇ ਕੌਣ ਬਣਦੇ ਨੇ? ਸਵਾਰੇ ਕਿਹਨਾਂ ਦੇ ਜੀਵਨ ਜਾਂਦੇ ਨੇ? ਫਿਰ ਰਾਵੇ ਗੁਣ ਨਾਲ, ਜਿਨ੍ਹਾਂ ਦੇ ਨਾਲ ਕੋਲ ਗੁਣ ਹਨ ਤੇ ਜਿਹੜੇ ਗੁਣਾਂ ਦੇ ਸਹਿਤ ਵਾਹਿਗੁਰੂ ਪਤੀ ਪਰਮੇਸ਼ਰ ਨੂੰ ਰਾਵੇ ਨਾਮ ਉਚਾਰਨ ਕਰਨ ਦਾ, ਜੋ ਮਾਲਕ ਦੇ ਗੁਣਾਂ ਨੂੰ ਉਚਾਰਨ ਕਰਦੀਆਂ ਹਨ। ਰਾਵੇ ਨਾਮ ਹੈ ਸਾਧ ਸੰਗਤ ਮਾਨਣ ਦਾ, ਉਹ ਗੁਣਾਂ ਦੇ ਸਹਿਤ ਵਾਹਿਗੁਰੂ ਦੇ ਆਨੰਦ ਨੂੰ ਮਾਣਦੀਆਂ ਹਨ। ਕਾਮਣ ਕਾਮ ਨ ਆਵਈ, ਉਹ ਕਾਮਣ ਉਹ ਇਸਤਰੀ ਪਤੀ ਪਰਮੇਸ਼ਰ ਦੇ ਕੰਮ ਨਹੀਂ ਆਉਂਦੀ ਕਿਸੇ ਵੀ। ਖੋਟੀ ਅਵਗਣਿਆਰ, ਜਿਹੜੀ ਖੋਟੀ ਹੁੰਦੀ ਹੈ ਵਿਭਚਾਰਨ ਹੈ, ਜਿਹੜੀ ਅਵਗਣ ਯਾਰ ਹੈ ਜਿਹਦੇ ਵਿੱਚ ਅਵਗਣ ਹੀ ਅਵਗਣ ਹੈ, ਹਰ ਵੇਲੇ ਆਪਣੀ ਪਤੀ ਦੀ ਨਿੰਦਾ ਕਰਦੀ ਹੈ, ਵਿਭਚਾਰ ਕਰਦੀ ਹੈ, ਹੋਰਾਂ ਪਾਸੇ ਧਿਆਨ ਰੱਖ ਕੇ ਹੋਰਾਂ ਦੀ ਸਿਫਤ ਕਰਦੀ ਹੈ। ਜਿਵੇਂ ਉਹ ਪ੍ਰਤੱਖ ਵੀ ਕਹਿੰਦੇ ਪਤੀ ਦੇ ਔਰਤ ਕੰਮ ਨਹੀਂ ਆਉਂਦੀ, ਇਸੇ ਤਰ੍ਹਾਂ ਕਾਮਣ ਕਾਮਣ ਕਾਮ ਨ ਆਵਈ, ਕਾਮਣ ਭਾਵ ਹੈ ਇਸਤਰੀ ਭਾਵ ਕੇ ਜੀਵ ਜਿਹੜੇ ਹਨ ਉਹ ਵਾਹਿਗੁਰੂ ਦੇ ਕਿਸੇ ਕੰਮ ਨਹੀਂ ਆਉਂਦੇ। ਖੋਟੀ ਅਵਗਣਿਆਰ, ਜਿਨ੍ਹਾਂ ਵਿੱਚ ਖੋਟ ਹੈ, ਜੋ
ਦੇਵੀ ਦੇਵਤਿਆਂ ਦੀ ਉਪਾਸਨਾ ਕਰਨ ਰੂਪੀ ਪਰਾਏ ਪੁਰਖਾਂ ਵੱਲ ਵੇਖਣ ਦੀ ਨਿਆਈ ਹੈ, ਜੋ ਦੇਵੀ ਦੇਵਤਿਆਂ ਦੀ ਉਪਾਸਨਾ ਕਰਨੀ ਆਪਣੇ ਮਾਲਕ ਨੂੰ ਛੱਡ ਕੇ। ਮੜੀਆਂ ਕਬਰਾਂ ਦੇ ਜਾ ਕੇ ਨੱਕ ਰਗੜਨੇ ਹਨ, ਲਾਲਾਂ ਵਾਲੇ ਦੇ ਰੋੜ ਦੇਣੇ ਹਨ, ਆਪਣੇ ਮਾਲਕ ਨੂੰ ਛੱਡ ਕੇ ਹੋਰ ਕਿਸੇ ਨੂੰ ਲੱਖਾਂ ਦਾ ਦਾਤਾ ਮੰਨਣਾ ਹੈ, ਇਹ ਸਮਝ ਲਓ ਵੀ ਉਹਦੇ ਵਿੱਚ ਖੋਟ ਪੁਣਾ ਹੈ, ਇਹ ਵਿਭਚਾਰ ਪੁਣਾ ਹੈ ਉਹਨਾਂ ਦੇ ਵਿੱਚ, ਉਹ ਜੀਵਾਂ ਦੇ ਵਿੱਚ। ਤੇ ਫਿਰ ਅਵਗਣ ਯਾਰ ਅਵਗਣਾਂ ਦੇ ਨਾਲ ਹੀ ਭਰੇ ਹੋਏ ਨੇ, ਅਵਗਣਿਆਂ ਵਾਲੇ ਜਾਣ ਕੇ, ਖੋਟੇ ਜਾਣ ਕਰਕੇ ਉਸ ਮਾਲਕ ਨੇ ਤਿਆਗ ਹੀ ਛੱਡੇ ਹਨ। ਨਾ ਸੁਖ ਪੀਐ ਸਾਹਰੇ, ਜਿਹੜੀ ਵਿਭਚਾਰਨ ਹੁੰਦੀ ਹੈ ਉਹਨੂੰ ਨਾ ਪੇਕੇ ਘਰ ਨਾ ਸਹੁਰੇ ਘਰ ਕਿਤੇ ਸੁੱਖ ਨਹੀਂ ਮਿਲਦਾ। ਝੂਠ ਜਲੀ ਵਿਕਾਰ, ਸਦਾ ਝੂਠ ਬੋਲਣ ਕਰਕੇ ਵਕਾਰਾਂ ਵਿੱਚ ਹੀ ਸੜਦੀ ਹੈ ਨਾ। ਇਸੇ ਪ੍ਰਕਾਰ ਨਾ ਸੁਖ ਪੀਐ ਸਾਹਰੇ, ਪਈ ਹੈ ਪੇਕਾ ਘਰ ਕੀ ਆ ਸੰਸਾਰ, ਸਹੁਰਾ ਘਰ ਕੀ ਆ ਪਰਲੋਕ। ਉਹਨਾਂ ਜੀਵ ਇਸਤਰੀਆਂ ਨੂੰ ਇਸ ਸੰਸਾਰ ਵਿੱਚ ਵੀ ਸੁੱਖ ਨਹੀਂ ਹੈ, ਉਹਨਾਂ ਨੂੰ ਪਰਲੋਕ ਰੂਪੀ ਸਹੁਰੇ ਘਰ ਵਿੱਚ ਵੀ ਸੁੱਖ ਨਹੀਂ ਹੈ। ਕਿੰਨਾਂ ਨੂੰ ਝੂਠ ਜਲੀ, ਜਿਹੜੇ ਝੂਠ ਦੇ ਸੜੇ ਹੋਏ ਨੇ, ਸਦਾ ਝੂਠ ਹੀ ਬੋਲਦੇ ਹਨ, ਹਰ ਸਮੇਂ ਝੂਠ ਹੀ ਪ੍ਰਧਾਨ ਰੱਖਿਆ ਹੈ, ਅਤੇ ਨਾਲੇ ਫਿਰ ਵਿਸ਼ੇ ਵਿਕਾਰਾਂ ਦੇ ਵਿੱਚ ਸੜਦੇ ਹਨ। ਝੂਠ ਜਲੀ ਵਿਕਾਰ, ਜਿਹੜੀਆਂ ਝੂਠੀਆਂ ਰੂਹਾਂ ਹਨ ਉਹ ਵਿਸ਼ੇ ਵਿਕਾਰਾਂ ਵਿੱਚ ਹੀ ਜਲਦੀਆਂ ਨੇ। ਝੂਠ ਬੋਲਣ ਵਾਲੇ ਪੁਰਖ ਕਦੀ ਸੁਖੀ ਨਹੀਂ ਹੁੰਦੇ, ਲੋਕ ਪਰਲੋਕ। ਆਵਣ ਵੰਜਨ ਡਾਖੜੂ, ਆਵਣ ਵੰਜਨ ਡਾਖੜੋ, ਇੱਥੇ ਸਾਧ ਸੰਗਤ ਝੱਜਾ ਵੀ ਕਈ ਥਾਵਾਂ ਤੇ ਵੰਜਨ ਏਦਾਂ ਲਿਖਿਆ ਹੈ, ਉਹ ਅਸ਼ੁੱਧ ਪਾਠ ਹੈ, ਜਿਹੜੇ ਪਾਠ ਕਰਦੇ ਉਹ ਧਿਆਨ ਰੱਖਣ। ਇੱਥੇ ਸ਼ੁੱਧ ਹੈ ਜੋ ਮਹਾਰਾਜ ਸਾਹਿਬ ਜੀ ਨੇ ਕਿਹਾ, ਆਵਣ ਵੰਜਨ ਡਾਖੜੋ। ਡਾਖੜੋ ਨਾਮ ਹੁੰਦਾ ਕਠਨ ਦਾ, ਦੁੱਖਾਂ ਦੇ ਪ੍ਰਾਪਤ ਹੋਣ ਦਾ, ਕਠਨਤਾਈ ਦੇ ਪ੍ਰਾਪਤ ਹੋਣ ਦਾ। ਉਹਨਾਂ ਦਾ ਆਵਣ ਆਉਣ ਦੇ ਵਿੱਚ ਹੀ ਤੇ ਵੰਜਨ ਜਾਣ ਦੇ ਵਿੱਚ ਹੀ, ਭਾਵ ਜੰਮਣ ਮਰਨ ਦੇ ਵਿੱਚ। ਜਿਵੇਂ ਅਵਗੁਣਾ ਵਾਲੀ ਉਹ ਝੋਲਾ ਜਿਹਾ ਚੁੱਕਿਆ, ਕਹਿੰਦੇ ਕਦੀ ਪੇਕੇ ਘਰ ਕਦੀ ਸਹੁਰੇ ਘਰ, ਰਾਹਾਂ ਦੇ ਵਿੱਚ ਹੀ ਖੁਆਰ ਹੁੰਦੀ ਹੈ ਨਾ। ਇਸੇ ਤਰ੍ਹਾਂ ਹੀ ਜਿਹੜੇ ਜੀਵ ਪਤੀ ਪਰਮੇਸ਼ਰ ਤੋਂ ਬੇਮੁਖ ਹੋਏ ਨੇ, ਆਵਣ ਵੰਜਣ ਆਉਣ ਜਾਣ ਦੇ ਵਿੱਚ ਹੀ ਤੇ ਟੇਢੀਆਂ ਜੂਨਾਂ 'ਚ ਜੋ ਪੈਣਾ ਇਹੀ ਰਾਹ ਹਨ। ਕਦੀ ਕਿਸੇ ਰਾਹ ਪੈ ਗਏ, ਭਾਵ ਕਦੀ ਕਿਸੇ ਜੂਨ ਪੈ ਗਏ, ਕਦੀ ਕਿਸੇ ਜੂਨ ਪੈ ਗਏ। ਝੋਲਾ ਚੁੱਕਣ ਦੀ ਨਿਆਈਆਂ ਜਿਹੜੇ ਆਪਣੇ ਮਾੜੇ ਸੰਸਕਾਰ ਨਾਲੋਂ ਨਾਲ ਢੋਈ ਜਾਣੇ ਹਨ। ਇਹ ਸਮਝ ਲਓ ਵੀ ਝੋਲਾ ਚੱਕਿਆ ਹੋਇਆ ਹੈ। ਇਹ ਜੀਵ ਇਸਤਰੀਆਂ ਆਉਣ ਜਾਣ ਜੰਮਣ ਮਰਨ ਦੇ ਵਿੱਚ ਹੀ ਪਈਆਂ ਨੇ। ਇਹਨਾਂ ਨੂੰ ਬੜਾ ਹੀ ਕਹਿੰਦੇ ਡਾਖੜੋ ਗਾਖੜੋ, ਭਾਰੀ ਦੁੱਖ ਪ੍ਰਾਪਤ ਹੁੰਦਾ ਹੈ। ਜੰਮਣ ਸਮੇਂ ਦਾ ਵੀ ਬਹੁਤ ਦੁੱਖ ਹੈ। ਜਦੋਂ ਜਿਵੇਂ ਸਾਧ ਸੰਗਤ ਸੁਨਿਆਰਾ ਤਾਰ ਖਿੱਚਦਾ ਹੈ ਨਾ, ਇਵੇਂ ਕਹਿੰਦੇ ਜਨਮ ਲੈਣ ਲੱਗਿਆਂ ਜੋ ਜੀਵ ਜੰਮਦਾ ਉਹਨੂੰ ਜਨਮ ਹੁੰਦਾ ਹੈ, ਜਨਮ ਦੇਣ ਲੱਗਿਆਂ ਮਾਂ ਨੂੰ ਦੁੱਖ ਹੁੰਦਾ ਹੈ। ਕਈ ਵਾਰਾਂ ਜਨਮ ਦੇ ਦੁੱਖ ਨੂੰ ਸਹਾਰਦਿਆਂ ਤਾਂ ਕਈ ਬੱਚੇ ਚੜ੍ਹਾਈ ਕਰ ਜਾਂਦੇ ਨੇ, ਕਈ ਵਾਰਾਂ ਜਨਮ ਦੇਣ ਦੇ ਦੁੱਖ ਨੂੰ ਨਾ ਸਹਾਰਦਿਆਂ ਹੋਇਆਂ ਮਾਈਆਂ ਚੜ੍ਹਾਈ ਕਰ ਜਾਂਦੀਆਂ ਨੇ। ਇਸ ਕਰਕੇ ਜੰਮਣ ਦਾ ਵੀ ਬੜਾ ਦੁੱਖ ਹੈ ਤੇ ਮਰਨੇ ਦਾ ਵੀ ਬਹੁਤ ਦੁੱਖ ਹੈ। ਜਦੋਂ ਮੌਤ ਹੁੰਦੀ, ਜਿਵੇਂ ਕਹਿੰਦੇ 72,000 ਵਿਸ਼ੂ ਡੰਗ ਮਾਰੇ ਇਕੱਠਾ, ਇੰਨੀ ਭਾਰੀ ਤਕਲੀਫ ਹੁੰਦੀ ਹੈ ਜਦੋਂ ਜੀਵ ਦਾ ਮਰਨਾ ਹੁੰਦਾ। ਸਾਹਮਣੇ ਵੇਖਦਾ ਤਾਂ ਹੈ ਜਿਹੜੇ ਪ੍ਰਾਣ ਖਿੱਚਣ ਆਉਂਦੇ ਨੇ, ਪਰ ਪੀੜਾ ਹੀ ਇੰਨੀ ਹੁੰਦੀ ਹੈ ਵੀ ਇਹਦੇ ਕੋਲੋਂ ਬੋਲਿਆ ਹੀ ਨਹੀਂ ਜਾਂਦਾ, ਉੱਥੇ ਹੀ ਸਾਹ ਰੁਕ ਜਾਂਦੇ ਹਨ। ਐਵੇਂ ਉਹਨਾਂ ਨੂੰ ਆਉਣ ਜਾਣ ਦਾ ਬਹੁਤ ਹੀ ਕਠਿਨ ਦੁੱਖ ਪ੍ਰਾਪਤ ਹੁੰਦਾ ਹੈ। ਕਿੰਨਾਂ ਨੂੰ ਹੁੰਦਾ ਏ? ਛੋਡੀ ਕੰਤ ਵਿਸਾਰ, ਕਹਿੰਦੇ ਵੀ ਜਿਹੜੀ ਵਿਭਚਾਰਨ ਜਾਣ ਕੇ ਵੀ ਇਹ ਵਿਭਚਾਰਨ ਹੈ, ਔਗਣਾ ਵਾਲੀ ਹੈ, ਭੈੜੇ ਕਰਮ ਹੈ, ਜਿਹਨੂੰ ਕੰਤ ਨੇ ਵਿਸਾਰ ਹੀ ਦਿੱਤਾ ਵੀ ਇਹ ਛੱਡੋ ਪਰੇ ਦਾ ਖਹਿੜਾ ਹੀ ਛੱਡੋ। ਜਿਹੜੀ ਛੁੱਟੜ ਹੋ ਗਈ ਹੈ ਨਾ, ਉਹ ਰਾਹਾਂ 'ਚ ਜਿਵੇਂ ਭਟਕਦੀ, ਐਵੇਂ ਜਿਨ੍ਹਾਂ ਨੂੰ ਮਾਲਕ ਨੇ ਆਖਿਆ ਨਾ ਵੀ ਇਹ ਬੰਦੇ ਪਾਪ ਹੀ ਕਰਦੇ ਐ, ਮਾੜੇ ਕਰਮ ਕਰਦੇ, ਵਿਭਚਾਰ ਕਰਦੇ, ਧੱਕਾ ਕਰਦੇ, ਕਹਿੰਦੇ ਪਰੇ ਹੀ ਰੱਖੋ ਇਹਨਾਂ ਨੂੰ ਨਰਕਾਂ 'ਚ ਹੀ ਪਾਓ, ਇਹ ਮੇਰੇ ਲਾਗੇ ਲੈ ਕੇ ਹੀ ਨਾ ਆਇਓ। ਉਹ ਮਾਲਕ ਨੇ ਬਸ ਵਿਸਾਰ ਹੀ ਦਿੱਤੇ ਐ, ਉਹ ਮਾਲਕ ਪਤੀ ਨੇ ਛੁੱਟੜ ਹੀ ਕਰ ਦਿੱਤੇ, ਛੱਡ ਦਿੱਤੇ ਹਨ ਨਰਕਾਂ 'ਚ ਪਾਉਣ ਰੂਪੀ, ਟੇਢੀਆਂ ਜੂਨਾਂ 'ਚ ਪਾਉਣ ਰੂਪੀ ਬੇਮੁਖ ਜਾਣ ਕੇ। ਫੇਰ ਕੀ ਨਾਰ ਸੁਹਾਵਣੀ, ਆਪ ਸਾਧ ਸੰਗਤ ਜੀ ਜਿਸ ਦੇ ਪ੍ਰਥਾਏ ਅਸਲ ਸ਼ਬਦ ਕਿਹਾ, ਕੋਈ ਭਲੇ ਪੁਰਖ ਨੂੰ ਵੇਖ ਕਰਕੇ ਉਹ ਮਾੜੇ ਕਰਮ ਕਰਨ ਲੱਗ ਪਿਆ, ਤਾਂ ਇਹ ਪ੍ਰਕਰਨ ਬਣਾਇਆ ਪਾਤਸ਼ਾਹ ਨੇ। ਗੁਰੂ ਨਾਨਕ ਦੇਵ ਸਾਹਿਬ ਕਹਿੰਦੇ ਫਿਰ ਕੀ ਨਾਰ ਸੁਹਾਵਣੀ, ਵੀ ਪਤੀ ਅਕਾਲ ਪੁਰਖ ਦੀ ਇਹ ਜੋ ਨਾਲ ਇਸਤਰੀ ਸੀ, ਵੀ ਇਹ ਕੋਈ ਵਿਦਵਾਨ, ਕੋਈ ਇਹ ਮਹਾਨ ਆਤਮਾ, ਰੱਬ ਦਾ ਪਿਆਰਾ ਹੈ ਤੇ ਬੜਾ ਸੋਹਣਾ ਸੀ, ਜੀਵਨ ਤੇ ਬੜਾ ਇਹਦਾ ਨੇਕ ਸੀ, ਆਚਰਣ ਤੇ ਬੜਾ ਚੰਗਾ ਸੀ,
ਜਾਂ ਜੋ ਇਹ ਮਨੁੱਖ ਹਨ, ਇਹ ਮਨੁੱਖਾ ਜਨਮ ਇਹ ਪਤੀ ਪਰਮੇਸ਼ਰ ਨੂੰ ਪ੍ਰਾਪਤ ਕਰਨ ਵਾਸਤੇ ਸੀ। ਤੇ ਕਹਿੰਦੇ ਵੀ ਇਹ ਜੀਵ ਇਸਤਰੀ ਵੀ ਬਹੁਤ ਸੋਹਣੀ ਹੈ। ਮਨੁੱਖਾ ਜਨਮ ਬਾਕੀ 84 ਲੱਖ ਜੂਨਾਂ ਦੇ ਨਾਲੋਂ ਸੋਹਣਾ ਹੈ। ਮਾਲਕ ਦੀ ਤਾਂ ਬੜੀ ਸੋਹਣੀ ਇਸਤਰੀ ਨਾਰ ਸੀ ਇਹ ਜੀਵ। ਮੁਤੀ ਸੋ ਕਿਤ ਸਾਧ, ਮੁੱਤੀ ਸੋ ਕਿਤ, ਫਿਰ ਐਡੀ ਸੋਹਣੀ ਸੁਨੱਖੀ ਹੋਣ ਕਰਕੇ ਇਹ ਮਨੁੱਖਾ ਦੇਹ ਜਿਹੜੀ ਹੈ ਇਹ ਮੁੱਤੀ ਛੁੱਟੜ ਕਾਹਤੋਂ ਹੋ ਗਈ ਹੈ? ਮਾਲਕ ਪਤੀ ਨੇ ਇਹਨੂੰ ਟੇਢੀਆਂ ਜੂਨਾਂ ਦੇ ਵਿੱਚ ਕਾਹਤੋਂ ਪਾ ਦਿੱਤਾ ਹੈ? ਮਾਲਕ ਨੇ ਨਰਕਾਂ 'ਚ ਕਾਹਤੋਂ ਪਾਇਆ ਹੈ? ਤਾਂ ਨਾਲ ਹੀ ਉੱਤਰ ਦਿੰਦੇ ਨੇ ਸਾਧ, ਕਹਿੰਦੇ ਸਵਾਦਾਂ ਕਰਕੇ। ਜਿਹੜੇ ਹੋਰ ਸਵਾਦ, ਹੋਰ ਜਿਹੜੇ ਚਸਕੇ ਲੱਗੇ ਸਨ ਬਹੁਤੇ ਸਵਾਦਾਂ ਕਰਕੇ ਫਿਰ ਪਤੀ ਨੇ ਛੱਡ ਹੀ ਦਿੱਤਾ। ਫਿਰ ਮਾਲਕ ਨੇ ਇਹਦਾ ਤਿਆਗ ਹੀ ਕਰ ਦਿੱਤਾ ਵੀ ਤੂੰ ਸਵਾਦ ਹੀ ਮਾਣ ਲੈ, ਕਦੀ ਜ਼ੁਬਾਨ ਦਾ ਰਸ, ਕਦੀ ਸਰੀਰ ਦਾ ਰਸ, ਸ਼ਬਦ, ਸਪਰਸ਼, ਰੂਪ, ਰਸ, ਗੰਧ, ਇਹ 5 ਤਰ੍ਹਾਂ ਦੇ ਸਾਧ ਸੰਗਤ ਜੀ ਵਿਸ਼ੇ ਹਨ। ਕਦੀ ਸੁਣਨ ਦਾ ਮਨ ਚ ਆ ਗਿਆ ਵੀ ਆਹ ਸੁਣ ਲਈਏ, ਮਨ ਭਾਉਂਦਾ ਸੁਣਨਾ ਮਾੜਾ ਚੰਗਾ, ਵੇਖਣੇ ਮਨ ਭਾਉਂਦੇ, ਮਨ ਆਈਆਂ ਕਰਨੀਆਂ ਜ਼ੁਬਾਨ ਦੇ ਚਸਕਿਆਂ ਲਈ, ਸਪਰਸ਼ ਕਰਨ ਦੀ ਭਾਵਨਾ ਹੋਣੀ ਕਦੀ ਕਿਸੇ ਤਨ ਨੂੰ ਕਦੀ ਕਿਸੇ ਨੂੰ। ਇੱਦਾਂ ਦੇ ਜਿਹੜੇ ਸਵਾਦ ਹਨ ਇਹ ਭੈੜ ਕਰਮ ਜਾਣ ਕਰਕੇ ਕਹਿੰਦੇ ਪਤੀ ਨੇ ਛੱਡ ਹੀ ਦਿੱਤਾ, ਤਿਆਗ ਹੀ ਦਿੱਤਾ ਖਹਿੜਾ। ਵਾਹਿਗੁਰੂ ਨੇ ਨਰਕਾਂ 'ਚ ਭੇਜ ਦਿੱਤਾ। ਫਿਰ ਕੈ ਕਾਮ ਨ ਆਵੈ, ਕਿਉਂਕਿ ਇਹੋ ਜਿਹੀ ਜਿਹੜੀ ਵਿਭਚਾਰਣ ਹੁੰਦੀ ਆ ਉਹ ਪਤੀ ਦੇ ਕੰਮ ਨਹੀਂ ਆਉਂਦੀ ਕਿਸੇ। ਬੋਲੀ ਫਾਦਿਲ ਬਾਦ, ਕਿਉਂਕਿ ਹਰ ਸਮੇਂ ਬੋਲਦੀ ਫਾਦਲ ਬੇਫਜ਼ੂਲ ਵਿਅਰਥ ਦੀਆਂ ਗੱਲਾਂ, ਐਵੇਂ ਭੈੜਾ ਹੀ ਬੋਲਣਾ ਹੈ, ਪਤੀ ਦੀ ਨਰਾਦਰੀ ਦਾ ਬਚਨ ਹੀ ਬੋਲਣਾ, ਉਹਨੂੰ ਤਾਨੇ ਮਿਹਣੇ ਮਾਰਨੇ, ਮਾੜਾ ਹੀ ਕਰਮ ਕਹਿਣਾ ਹੈ। ਉਹ ਬਾਦ ਝਗੜੇ ਹੀ ਪਾਈ ਰੱਖਦੀ ਹੈ ਐਸੀ ਵਿਭਚਾਰ ਨੇ। ਇਸੇ ਤਰ੍ਹਾਂ ਫਿਰ ਕੈ ਕਾਮ ਨ ਆਵੈ, ਪਤੀ ਅਕਾਲ ਪੁਰਖ ਦੇ ਮਹਾਰਾਜ ਕਹਿੰਦੇ ਜਿਹੜੇ ਵਿਭਚਾਰੀ ਜੀਵ ਹਨ ਉਹ ਕਿਸੇ ਕੰਮ ਨਹੀਂ ਹੈ। ਮਾਲਕ ਨੇ ਤਾਂ ਜਨਮ ਦਿੱਤਾ ਸੀ, ਨਾਮ ਜਪੋ, ਸੇਵਾ ਕਰੋ, ਕੰਮਕਾਰ ਕਰਦੇ ਆ, ਧੰਦੇ ਕਰਦੇ ਆ, ਆਪਣੇ ਘਰ ਦੇ ਕੰਮ ਕਰੋ, ਘਰ ਦੇ ਬੱਚੇ ਪਾਲੋ, ਟੱਬਰ ਕਬੀਲੇ 'ਚ ਰਹੋ, ਪਰ ਸੇਵਾ ਨਾ ਛੱਡਿਓ, ਨਾਮ ਨਾ ਛੱਡਿਓ। ਇਹਨਾਂ ਨੇ ਉਹ ਤਾਂ ਨਹੀਂ ਗੱਲ ਮੰਨੀ, ਹੋਰ ਪਾਸੇ ਧਿਆਨ ਰੱਖਿਆ, ਸਵਾਦਾਂ 'ਚ ਪੈ ਗਏ ਤੇ ਫਿਰ ਵਾਹਿਗੁਰੂ ਦੇ ਕਿਸੇ ਕੰਮ ਨਹੀਂ ਆਉਂਦੇ ਇਹ ਜੀਵ। ਭਾਵ ਕਿ ਮਾਲਕ ਦੇ ਦਰ ਤੇ ਪ੍ਰਵਾਨ ਨਹੀਂ ਚੜ੍ਹਦੇ। ਪਰਮੇਸ਼ਰ ਦੇ ਕੰਮ ਆਉਣਾ ਇਹੀ ਹੈ ਜਿਹੜਾ ਬੰਦਗੀ ਕਰਨੀ ਹੈ, ਜਿਹੜਾ ਨਾਮ ਜਪਣਾ ਹੈ। ਹੋਰ ਉਹਨੇ ਸਾਡੇ ਕੋਲ ਕਿਹੜਾ ਕੰਮ ਕਰਾਉਣਾ ਜੇ ਬੰਦਗੀ ਨਹੀਂ ਕਰਾਂਗੇ, ਨਾਮ ਨਹੀਂ ਜਪਾਂਗੇ, ਪਰਉਪਕਾਰ ਨਹੀਂ ਕਰਾਂਗੇ। ਕਹਿੰਦੇ ਵੀ ਇਹ ਮੇਰੇ ਕੰਮ ਦਾ ਹੀ ਨਹੀਂ, ਇਹ ਤੋਂ ਮੈਂ ਕੀ ਲੈਣਾ ਹੈ? ਬੋਲੀ ਫਾਦਿਲ ਬਾਦ, ਇਹ ਬਸ ਜੀਵ ਬੇਅਰਥ ਹੀ ਬੋਲਦੇ ਰਹਿੰਦੇ ਆ, ਐਵੇਂ ਇੱਧਰ ਉੱਧਰ ਦੀਆਂ ਗੱਲਾਂ ਬੋਲਦੇ, ਬਾਦ ਵਿਅਰਥ ਦੇ ਝਗੜੇ ਲੜਾਈਆਂ ਪਾਈ ਰੱਖਦੇ ਹਨ। ਮਾਲਕ ਵਿੱਚ ਹੀ ਦੋਸ਼ ਰੋਪੀ ਜਾਂਦੇ ਨੇ, ਕਹਿੰਦੇ ਰੱਬ 'ਚ ਹੀ ਕਮੀ ਹੈ, ਉਹੀ ਨਹੀਂ ਸਾਨੂੰ ਦਿੰਦਾ, ਉਹਨੇ ਸਾਨੂੰ ਤਾਂ ਦੁਖੀ ਕਰਤਾ, ਸਾਨੂੰ ਤੇ ਦਿੱਤਾ ਹੀ ਕੁਝ ਨਹੀਂ। ਬਸ ਵਿਅਰਥ ਦਾ ਮਾਲਕ ਪਤੀ ਦੇ ਦੋਸ਼ ਰੋਪੀ ਜਾਂਦੇ, ਝਗੜੇ ਪਾਉਂਦੇ ਹਨ। ਦਰ ਘਰ ਢੋਈ ਨਾਲ ਹੈ, ਵੇਖੋ ਵੀ ਉਹ ਪਤੀ ਤਾਂ ਦਰ ਦੇ ਅੰਦਰ ਹੀ ਹੈ, ਘਰ ਦੇ ਵਿੱਚ ਹੀ ਹੈ, ਪਰ ਫੇਰ ਵੀ ਇਹਨੂੰ ਢੋਈ ਨਹੀਂ ਮਿਲਦੀ, ਆਸਰਾ ਨਹੀਂ ਮਿਲਦਾ ਮਾੜੇ ਕਰਮਾਂ ਵਾਲੀ ਹੋਣ ਕਰਕੇ। ਛੂਟੀ ਦੂਜੈ ਸਾਧ, ਇਸ ਕਰਕੇ ਮਹਾਰਾਜ ਕਹਿੰਦੇ ਦੂਜਾ ਹੋਰ ਪਾਸੇ ਦੇ ਸਵਾਦ ਜਿਹੜੇ ਹਨ ਪਤੀ ਵਰਤਾ ਨੂੰ ਛੱਡ ਕੇ, ਉਸ ਕਰਕੇ ਇਹ ਛੁੱਟੜ ਹੋ ਜਾਂਦੀ ਹੈ। ਇਹਦੇ ਨਾਲ ਨਾਲ ਹੀ ਮਹਾਰਾਜ ਨੇ ਸਮਾਜਿਕ ਤੇ ਪਰਮਾਰਥਿਕ ਉਪਦੇਸ਼ ਬਖਸ਼ਿਆ ਹੈ। ਇਵੇਂ ਸਾਹਿਬ ਕਹਿੰਦੇ ਦਰ ਘਰ ਢੋਈ ਨਾਲ ਹੈ। ਵਾਹਿਗੁਰੂ ਦਾ ਜਿਹੜਾ ਦਰ ਘਰ ਹੈ, ਮਾਲਕ ਹੈ ਤਾਂ ਦਰ ਨਾਮ ਹੁੰਦਾ ਵਿੱਚ ਦਾ, ਆਪਣੇ ਹਿਰਦੇ ਦੇ ਵਿੱਚ ਹੀ ਹੈ, ਪਰ ਅੰਦਰ ਹੁੰਦਿਆਂ ਵੀ ਕਹਿੰਦੇ ਵੀ ਉਸ ਮਾਲਕ ਦਾ ਜੋ ਘਰ ਸਰੂਪ ਹੈ ਉਹਦੇ ਵਿੱਚ ਇਹਨਾਂ ਜੀਵਾਂ ਨੂੰ ਢੋਈ ਕੀ ਹੈ, ਆਸਰਾ ਨਹੀਂ ਮਿਲਦਾ। ਮਾਲਕ ਦੇ ਘਰ ਦੇ ਵਿੱਚ ਇਹਨਾਂ ਨੂੰ ਬਹਿਣ ਨੂੰ ਦਹਲੀਜਾਂ ਦੇ ਵੀ ਥਾਂ ਨਹੀਂ ਮਿਲਦੀ। ਛੂਟੀ ਦੂਜੈ ਸਾਧ, ਦੂਜੇ ਮਾਇਆ ਦੇ ਸਵਾਦ, ਵਿਸ਼ਿਆਂ ਦੇ ਸਵਾਦ, ਇਹ ਇਤਿਆਦਿਕ ਅਨੇਕਾਂ ਹੀ ਰਸਾਂ ਕਰਕੇ ਛੁੱਟ ਗਈ, ਛੁੱਟੜ ਹੋ ਗਈ। ਵਾਹਿਗੁਰੂ ਨੇ ਇਹਨੂੰ ਬੇਮੁਖ ਨੂੰ ਤਿਆਗ ਹੀ ਦਿੱਤਾ ਵੀ ਜਾ ਨਰਕਾਂ ਜੀ ਧੱਕੇ ਖਾ, ਲੈ ਲਾ ਜਿੰਨੇ ਚਸਕੇ ਲੈਣੇ ਆ। ਜੇ ਖਾਣ ਦਾ ਸਵਾਦ ਹੈ ਉਹਨੂੰ ਉਹੋ ਜਿਹੀ ਜੂਨ 'ਚ ਪਾ ਦਿੱਤਾ, ਭੋਗਣ ਦਾ ਸਵਾਦ ਉਹਨੂੰ ਉਹੋ ਜਿਹੀ ਜੂਨ ਵਿੱਚ, ਉੱਦਾਂ ਦੀ ਜੂਨ ਫਿਰ ਕਹਿੰਦੇ ਵਾਰ-ਵਾਰ ਮਾਣੀ ਜਾ, ਹੁਣ ਇਹੀ ਰਸ ਲਵੀਂ,
ਹੁਣ ਇਹੀ ਚਸਕਿਆਂ 'ਚ ਫਸੀ। ਐਵੇਂ ਪਰਮੇਸ਼ਰ ਵੱਲੋਂ ਛੱਡੇ ਜਾਂਦੇ ਹਨ, ਭਾਵ ਕਿ ਵਾਹਿਗੁਰੂ ਵੱਲੋਂ ਬੇਮੁਖ ਜਾਣ ਕੇ ਨਰਕਾਂ 'ਚ ਜੂਨੀਆਂ 'ਚ ਪਾਏ ਜਾਂਦੇ ਹਨ ਜੀਵ। ਪੰਡਿਤ ਵਾਚਹਿ ਪੋਥੀਆ। ਪੰਡਤ ਵਾਚੈ ਪੋਥੀਆ, ਕੋਈ ਪੰਡਤ ਪੜ੍ਹਿਆ ਵਿਦਵਾਨ ਹੀ ਸੀ, ਜਿਹਨੂੰ ਮਹਾਰਾਜ ਨੇ ਮਨ ਵੀ ਸਮਝਾਇਆ। ਕਹਿੰਦੇ ਪੰਡਤ ਜਿਹੜਾ ਵਿਦਵਾਨ ਹੈ, ਪੰਡਤ ਡਿਗਰੀ ਹੈ ਇੱਕ, ਜਿਵੇਂ ਅੱਜ ਕੱਲ੍ਹ ਲਿਖਾਉਂਦੇ ਨਾ ਪ੍ਰੋਫੈਸਰ, ਜਾਂ ਕੋਈ ਕਹਿੰਦਾ ਮੈਂ PhD ਕੀਤੀ ਹੈ, ਜਿਹੜਾ ਬਹੁਤਾ ਪੜ੍ਹਿਆ ਹੋਵੇ ਉਹਦੇ ਨਾਲ ਡਾਕਟਰ ਵੀ ਲੱਗਣ ਲੱਗ ਪੈਂਦਾ। ਇੱਕ ਤਾਂ ਡਾਕਟਰ ਹੈ ਨਾ ਜੋ ਮਰੀਜ਼ਾਂ ਨੂੰ ਵੇਖਦੇ ਆ, ਇੱਕ ਪੜ੍ਹਾਈ ਦੀ ਵੀ ਇਹ ਉਪਾਧੀ ਹੈ ਜੋ ਯੂਨੀਵਰਸਿਟੀਆਂ 'ਚ ਦਿੰਦੇ ਆ ਵੀ ਡਾਕਟਰ ਹੈ, ਇਹ ਪ੍ਰੋਫੈਸਰ ਹੈ, ਇਹਨੇ PhD ਕੀਤੀ ਹੈ। ਅੱਗੇ ਤੋਂ ਅੱਗੇ ਬਹੁਤ ਡਿਗਰੀਆਂ ਨੇ। ਇਸੇ ਤਰ੍ਹਾਂ ਪੁਰਾਣੇ ਸਮਿਆਂ ਜਿਹੜਾ ਬਹੁਤਾ ਪੜ੍ਹਿਆ ਹੋਵੇ ਉਹਨੂੰ ਪੰਡਤ ਕਹਿ ਦਿੰਦੇ ਸਨ। ਪੰਡਤ ਇੱਕ ਵਿਦਿਆ ਦਾ ਸਾਧ ਸੰਗਤ ਨਾਮ ਹੈ, ਪੰਡਤ ਕੋਈ ਜਾਤ ਦਾ ਨਾਮ ਨਹੀਂ ਹੈ। ਤੇ ਵਿਦਵਾਨ ਨੂੰ ਪੰਡਤ ਕਹਿੰਦੇ। ਪਾਤਸ਼ਾਹ ਕਹਿੰਦੇ ਵੇਖੋ ਪੰਡਤਾਂ ਨੇ, ਪੜ੍ਹੇ ਲਿਖਿਆਂ ਨੇ ਵੀ ਬੇਸਮਝੀ ਵਿਖਾਈ ਵੀ ਪੰਡਤ ਵਾਚ ਹੈ ਪੋਥੀਆ। ਪੰਡਤ ਵਿਦਵਾਨ ਪੋਥੀਆਂ ਨੂੰ, ਵੇਦਾਂ ਸ਼ਾਸਤਰਾਂ ਨੂੰ ਤਾਂ ਬਹੁਤਾ ਵਾਚਦੇ ਹਨ, ਬਹੁਤਾ ਪੜ੍ਹਦੇ ਹਨ। ਨਾਮ ਬੂਝੇ ਵਿਚਾਰ। ਪਰ ਵੇਦਾਂ ਮੈਂ ਨਾਮ ਉੱਤਮ, ਵੇਦਾਂ ਦੇ ਵਿੱਚ ਪਰਮੇਸ਼ਰ ਦਾ ਨਾਮ ਉੱਤਮ ਕਿਹਾ ਹੈ ਵੀ ਪਰਮੇਸ਼ਰ ਦਾ ਨਾਮ ਜਪੋ। ਉਹ ਨਾਮ ਦੀ ਵਿਚਾਰ ਨਹੀਂ ਕਰਦੇ, ਬੁੱਝਦੇ ਸਮਝਦੇ, ਹੋਰ ਕਰਮ ਕਾਂਡਾਂ ਜਾਪ ਪਏ ਲੋਕਾਂ ਨੂੰ ਪਾਈ ਰੱਖਦੇ ਆ। ਸੋ ਜਿਹੜੇ ਪੰਡਤ ਵਿਦਵਾਨ ਲੋਕ ਹਨ, ਗ੍ਰੰਥ ਤਾਂ ਬਹੁਤ ਪੜ੍ਹਦੇ ਨੇ, ਨਾ ਬੂਝੈ ਵਿਚਾਰ, ਪਰ ਬੁੱਝਦੇ ਨਹੀਂ ਹੈ, ਵਿਚਾਰਦੇ ਨਹੀਂ, ਸਮਝਦੇ ਨਹੀਂ, ਜੀਵਨ ਤੇ ਲਾਗੂ ਹੀ ਨਹੀਂ ਕਰਦੇ। ਇੱਕ ਪੰਡਤ ਸੀ ਕਸ਼ਮੀਰ 'ਚ, ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਕਹਿੰਦਾ ਚਰਚਾ ਕਰਨੀ ਹੈ ਤੁਹਾਡੇ ਨਾਲ। ਸਾਹਿਬ ਜੀ ਕਹਿੰਦੇ ਵੀ ਨਹੀਂ ਅਸੀਂ ਚਰਚਾ ਨਹੀਂ ਕਰਨੀ। ਉਹ ਹਟੇ ਨਾ, ਕਹਿੰਦੇ ਫਿਰ ਸਾਡੀ ਇੱਕ ਸ਼ਰਤ ਹੁੰਦੀ ਜਿਹਦੇ ਨਾਲ ਚਰਚਾ ਕਰਨੀ। ਕਹਿੰਦੇ ਕੀ ਮਹਾਰਾਜ? ਸਾਹਿਬ ਕਹਿੰਦੇ ਇਹ ਦੱਸ ਵੀ ਨਾਮ ਕਿੰਨਾ ਜਪਦਾ। ਜਿਹੜਾ ਨਾਮ ਜਪੇ ਅਸੀਂ ਉਹਦੇ ਨਾਲ ਚਰਚਾ ਕਰਦੇ ਹਾਂ। ਕਹਿਣ ਲੱਗਾ ਮਹਾਰਾਜ ਨਾਮ ਜਪਣ ਦਾ ਕਿੱਥੇ ਸਮਾਂ, ਅਸੀਂ ਤਾਂ ਪੜ੍ਹਦੇ ਰਹਿੰਦੇ ਸਾਰੀ ਰਾਤ, ਵੀ ਦੀਵਾ ਬਾਲ ਕੇ ਮੈਂ ਤੇ ਪੜ੍ਹਾਈ ਕਰਦਾ ਰਹਿਣਾ, ਬਹੁਤ ਸਾਡੇ ਕੋਲ ਗ੍ਰੰਥ ਨੇ, ਅਸੀਂ ਤਾਂ ਉਹੀ ਪੜ੍ਹਦੇ ਰਹਿੰਦੇ, ਬੜੀਆਂ ਕਿਤਾਬਾਂ ਪੜ੍ਹੀਆਂ, ਇਹ ਸਾਡੇ ਕੋਲ ਕਿੱਥੇ ਸਮਾਂ ਨਾਮ ਜਪਣ ਦਾ। ਪਾਤਸ਼ਾਹ ਕਹਿੰਦੇ ਫਿਰ ਇਹੋ ਜਿਹੀ ਵਿਦਿਆ ਜਿਹੜੀ ਹੈ ਤੇਰੀ ਖੂਹ 'ਚ ਹੀ ਪੈ ਰਹੀ ਹੈ। ਵੀ ਇਹੋ ਜਿਹੀ ਪੜ੍ਹਾਈ ਦਾ ਕਰਨਾ ਕੀ? ਪੜ੍ਹਨ ਦਾ ਭਾਵ ਤੇ ਹੁੰਦਾ ਵੀ ਪੜ੍ਹ ਕੇ ਕੁਝ ਸਮਝਣਾ, ਕੁਝ ਵਿਚਾਰਨਾ, ਕੋਈ ਜੀਵਨ ਤਬਦੀਲੀ ਆਉਣੀ। ਵੀ ਪੜ੍ਹ ਕੇ ਕਹਿੰਦੇ ਤੂੰ ਗੱਡੇ ਤਾਂ ਲੱਦੀ ਜਾਣਾ, ਬਹੁਤ ਗ੍ਰੰਥ ਇਕੱਠੇ ਕਰੀ ਜਾਣਾ, ਜਿੱਥੇ ਜਾਣਾ ਗੱਡਿਆਂ ਦੇ ਗੱਡੇ ਲੱਦ ਕੇ ਖੜਦਾ ਏ, ਤੇ ਨਾਮ ਜਿਹੜਾ ਹੈ ਉਹ ਤੁਹਾਡੇ ਕੋਲ ਜਪਿਆ ਨਹੀਂ ਜਾਂਦਾ। ਇਹੀ ਹਿਸਾਬ ਹੁਣ ਦੇ ਲੋਕਾਂ ਦਾ ਹੈ। ਪ੍ਰੋਫੈਸਰ ਬਣ ਕੇ ਗਿਆਨ ਦਿੰਦੇ ਆ, ਜੇ ਕਹੋ ਨਿਤਨੇਮ, ਕਹਿੰਦੇ ਉਹਦੀ ਕੀ ਲੋੜ ਹੈ, ਬਾਣੀ ਰੋਜ਼ ਪੜ੍ਹਨ ਦਾ ਕੀ ਫਾਇਦਾ। ਜਿੰਨੇ ਵੀ ਅੱਜ ਦੇ ਪ੍ਰੋਫੈਸਰ ਹੈ ਕੋਈ ਵਿਰਲਾ ਹੈ ਗੁਰਮੁਖ, ਨਹੀਂ ਤੇ ਇਹਨਾਂ ਨੇ ਤਾਂ ਇੱਕ ਸਾਧ ਸੰਗਤ ਡਾਕਟਰ ਗੁਰਸ਼ਰਨਜੀਤ, ਉਹਨੇ ਇੱਕ ਕੋਸ਼ ਲਿਖਿਆ ਹੈ ਸ਼ਬਦਾਂ ਦਾ। ਅੰਮ੍ਰਿਤ ਵੇਲੇ ਦਾ ਅਰਥ ਕਰਦਿਆਂ ਕਹਿੰਦਾ ਹੈ ਵੀ ਅੰਮ੍ਰਿਤ ਵੇਲੇ ਉਹ ਸਮਾਂ ਜਿਹੜਾ ਅਖੌਤੀ ਲੋਕਾਂ ਨੇ ਬਣਾਇਆ ਤੜਕੇ ਉੱਠਣਾ। ਕਹਿੰਦਾ ਕੰਮਕਾਰ ਵਾਲਿਆਂ ਨੂੰ ਤੜਕੇ ਉੱਠਣ ਦੀ ਕੋਈ ਲੋੜ ਨਹੀਂ ਹੈ, ਮੁੜ ਕੇ ਕੰਮ ਤੇ ਜਾਓਗੇ ਨੀਂਦ ਆਊਗੀ। ਕਹਿੰਦੇ ਵੀ ਇਹ ਤੇ ਵਿਹਲੜਾਂ ਦਾ ਕੰਮ ਹੈ, ਵੀ ਵਿਹਲੇ ਬੰਦੇ ਸਵੇਰੇ ਉੱਠਣ, ਜੋ ਮਰਜ਼ੀ ਕਰਨ। ਜਿਹੜੇ ਕੰਮ ਵਾਲੇ ਆ, ਨੌਕਰੀ ਵਾਲੇ, ਉਹਨਾਂ ਨੂੰ ਨਹੀਂ ਕਹਿੰਦਾ ਉੱਠਣ ਦੀ ਲੋੜ। ਉਹਨੇ ਬਕਾਇਦਾ ਲਿਖਤ ਕਰਤੀ। ਵੇਖੋ ਕਿੱਥੋਂ ਤੀਕਰ ਲੋਕ ਡਿੱਗ ਜਾਂਦੇ ਆ। ਇੱਕ ਤਾਂ ਹੁੰਦਾ ਨਾ ਜ਼ਬਾਨੀ ਕੁਝ ਕਹਿ ਕੇ ਫਿਰ ਹਵਾ ਹੋ ਜਾਣਾ। ਉਹਨੇ ਕੋਸ਼ ਦੇ ਵਿੱਚ ਹੀ ਲਿਖ ਦਿੱਤਾ ਅੰਮ੍ਰਿਤ ਵੇਲੇ ਦਾ ਅਰਥ ਵੀ ਇਹ ਵਿਹਲੜਾਂ ਦਾ ਬਣਾਇਆ ਹੋਇਆ ਇੱਕੋ ਹੈ। ਵੀ ਵੇਖੋ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਤੂੰ ਪੜ੍ਹਨਾ ਹੈ ਤਾਂ ਪੜ੍ਹ ਕੇ ਲੋਕਾਂ ਨੂੰ ਤੂੰ ਰਾਹੇ ਪਾਉਣਾ ਸੀ, ਤੂੰ ਤਾਂ ਖੂਹ 'ਚ ਸੁੱਟੀ ਜਾਣਾ ਹੈ। ਇਹੋ ਜਿਹੀ ਪੜ੍ਹਾਈ ਨਾਲੋਂ ਕੀ ਫਾਇਦਾ। ਬਹੁਤ ਸਾਧ ਸੰਗਤ ਵੇਖੇ ਨੇ ਐਸੇ ਜਿਹੜੇ ਕੁਝ ਪੜ੍ਹ ਗਏ ਨੇ ਨਾ, ਉਹ ਪਰਮੇਸ਼ਰ ਦੀ ਭਾਵਨਾ ਵੱਲੋਂ ਖੁਸ਼ਕ ਹੋ ਗਏ ਨੇ। ਕੋਈ ਵਿਰਲਾ ਹੀ ਗੁਰਮੁਖ ਰਹਿ ਜਾਂਦਾ ਹੈ। ਇਹ ਬੜੀ ਦੁੱਖ ਦੀ ਬਾਤ ਹੈ। ਨਹੀਂ ਤੇ ਪੜ੍ਹ ਕੇ ਤਾਂ ਸਗੋਂ ਜਿਹੜੇ ਆਮ ਲੋਕ ਜਿਨ੍ਹਾਂ ਨੇ ਕੋਈ ਪੜ੍ਹਾਈ ਨਹੀਂ ਕੀਤੀ, ਉਹਦੇ ਨਾਲੋਂ ਵੱਧ ਉਹਦਾ ਨਿਤਨੇਮ ਹੋਣਾ ਚਾਹੀਦਾ ਸੀ, ਉਹ ਤੋਂ ਵੱਧ ਉਹਦਾ ਸਿਮਰਨ ਹੋਵੇ, ਉਹਦੀ ਸੇਵਾ ਵੱਧ ਹੋਵੇ, ਉਹਦਾ ਜੀਵਨ ਸਭ ਤੋਂ ਚੰਗਾ ਉੱਚਾ ਸੁੱਚਾ ਹੋਵੇ। ਇਹ ਪੜ੍ਹਾਈ ਦਾ ਫੇਰ ਪੈਦਾ ਹੈ। ਕਈ ਕਹਿਣਗੇ ਕਿਤਾਬਾਂ ਪੜ੍ਹੋ ਜੀ, ਕਿਤਾਬਾਂ। ਉਹ ਕਿਤਾਬਾਂ ਦਾ ਠੀਕ ਹੈ, ਪਰ ਜੇ ਕਿਤਾਬਾਂ ਪੜ੍ਹ ਕੇ ਕੱਲ੍ਹ ਨੂੰ ਇਹੀ ਕਹਿਣਾ ਵੀ ਨਿਤਨੇਮ ਕਰਨ ਦਾ ਕੋਈ ਫਾਇਦਾ ਨਹੀਂ, ਫਿਰ ਉਹਨੂੰ ਚੰਗਾ ਨਾਮ ਪੜ੍ਹੋ। ਜੇ ਕੱਲ੍ਹ ਨੂੰ ਡਿਗਰੀ ਲੈ ਕੇ ਇਹੀ ਕਹਿਣਾ ਵੀ ਨਾਮ ਨੂਮ ਕੁਝ ਨਹੀਂ ਹੁੰਦਾ, ਤਾਂ ਫਿਰ ਇਹਨੂੰ ਚੰਗਾ ਵੀ ਅਨਪੜ੍ਹ ਹੀ ਚੰਗੇ ਆ ਨਾ। ਫਿਰ ਐਸਾ ਨਹੀਂ, ਪੜ੍ਹੇ ਲਿਖੇ ਵੀ ਬੜੇ ਚੰਗੇ ਭਲੇ ਪੁਰਖ ਹੈਗੇ ਨੇ, ਪਰ ਕਹਿਣ ਤੋਂ ਭਾਵ ਇਹ ਹੈ ਵੀ ਬਹੁਤਾ ਜਿਹੜਾ ਹੈ ਨਾ ਉਹ ਖੁਸ਼ਕਪੁਣਾ ਹੀ ਹੁੰਦਾ ਹੈ। ਬਹੁਤਾ ਖੁਸ਼ਕ ਬੰਦੇ ਨੂੰ ਚਲੇ ਜਾਂਦੇ ਨੇ। ਮਹਾਰਾਜ ਜੀ ਕਿਰਪਾ ਕਰਨ। ਗੁਰੂ ਨਾਨਕ ਸਾਹਿਬ ਇੱਥੇ ਇਹੀ ਕਹਿ ਰਹੇ ਨੇ ਵੀ ਪੰਡਤ ਪੜ੍ਹਦੇ ਤਾਂ ਬੜੇ ਨੇ, ਪੋਥੀਆਂ ਵੀ ਪੜ੍ਹਦੇ ਆ। ਪੰਡਤਾਂ ਨਾਲੋਂ ਪੜ੍ਹਾਈ ਤਾਂ ਸਾਧ ਸੰਗਤ ਅੱਜ ਕਿਸੇ ਵੀ ਵਿਦਵਾਨ ਦੀ ਜ਼ਿਆਦੀ ਨਹੀਂ ਹੈ। 3 ਸਾਲਾਂ ਦਾ ਕੋਰਸ ਕਰਦੇ ਨੇ,
ਉਹ 9 ਸਾਲ 12 ਸਾਲ ਇਕੱਲਾ ਵਿਆਕਰਨ ਹੀ ਪੜ੍ਹਦੇ ਨੇ। ਇਹ 3 ਸਾਲਾਂ 'ਚ ਕਹਿੰਦੇ ਸਾਡੇ ਵਰਗਾ ਵਿਦਵਾਨ ਕੋਈ ਨਹੀਂ। ਜਿਹੜੇ ਮਿਸ਼ਨਰੀ ਕਾਲਜਾਂ 'ਚ ਪੜ੍ਹ ਜਾਂਦੇ ਨਾ 3 ਸਾਲਾਂ 'ਚ ਕਹਿੰਦੇ ਅਸੀਂ ਵਿਦਵਾਨ। ਪੰਡਤ 12 ਸਾਲ 9 ਵਿਆਕਰਨ ਦੇ ਗ੍ਰੰਥ ਪੜ੍ਹਦੇ ਰਹਿੰਦੇ ਆ। ਫਿਰ ਵੇਖੋ 27 ਸਿਮਰਤੀਆਂ, 6 ਸ਼ਾਸਤਰ, 4 ਵੇਦ, ਵੇਦਾਂ ਨੂੰ ਜ਼ੁਬਾਨੀ ਯਾਦ ਕਰ ਲੈਂਦੇ ਆ। ਉਹਨਾਂ ਨੂੰ ਵੀ ਮਹਾਰਾਜ ਕਹਿੰਦੇ ਵੀ ਤੁਹਾਡੀ ਪੜ੍ਹਾਈ ਦਾ ਕੋਈ ਫਾਇਦਾ ਨਹੀਂ। ਤੇ 3 ਸਾਲਾਂ ਵਾਲੇ ਉਹਨਾਂ ਦੇ ਅੱਗੇ ਕੀ ਹੈ ਫਿਰ? ਵੀ ਉਹਨਾਂ ਨੂੰ ਸੰਸਕ੍ਰਿਤ ਦਾ ਗਿਆਨ ਹੈ, ਔਖੇ ਸ਼ਬਦਾਂ ਦਾ ਗਿਆਨ ਹੈ, ਜ਼ੁਬਾਨੀ ਕਿੰਨੇ ਕਿੰਨੇ ਮੰਤਰ ਜਾਣਦੇ ਨੇ, ਮੂੰਹ ਜ਼ਬਾਨੀ ਇਹ ਕਥਾ ਕਰੀ ਜਾਂਦੇ। ਉਹਨਾਂ ਨੂੰ ਪੋਥੀ ਗ੍ਰੰਥ ਵੇਖਣ ਦੀ ਵੀ ਲੋੜ ਨਹੀਂ ਪੈਂਦੀ, ਏਡੇ ਏਡੇ ਵਿਦਵਾਨ ਪਏ ਨੇ। ਪਰ ਵਿਦਵਤਾ ਦਾ ਕੋਈ ਮਾਇਨਾ ਨਹੀਂ ਹੈ ਜੇ ਨਾਮ ਨਹੀਂ ਹੈ, ਜੇ ਕਮਾਈ ਨਹੀਂ ਹੈ, ਜੇ ਸੇਵਾ ਨਹੀਂ, ਜੇ ਸਿਮਰਨ ਨਹੀਂ ਹੈ। ਇਸ ਕਰਕੇ ਇਹ ਜ਼ਰੂਰ ਧਿਆਨ ਰੱਖਿਆ ਕਰੋ ਵੀ ਜਿਸ ਪ੍ਰਕਾਰ ਉਹ ਘੋੜੇ ਦੇ ਖੋਪੇ ਜੇ ਲਾ ਦਿੰਦੇ ਹੁੰਦੇ ਸਨ ਪਸ਼ੂਆਂ ਦੇ, ਵੀ ਸਿੱਧਾ ਵੇਖੇ ਵੀ ਸੱਜੇ ਖੱਬੇ ਨਾ ਜਾਵੇ। ਜਿੰਨਾ ਮਰਜ਼ੀ ਕਹਿੰਦੇ ਖੋਜ ਕਰੋ, ਜਿਹਨੂੰ ਮਰਜ਼ੀ ਸੁਣੋ, ਪਰ ਤੁਹਾਡਾ ਜੀਵਨ ਨਾ ਬਦਲੇ, ਤੁਹਾਡੇ ਜੀਵਨ ਵਿੱਚ ਸਿਮਰਨ ਦੀ ਕਮੀ ਨਾ ਆਵੇ, ਤੁਹਾਡੇ ਜੀਵਨ ਵਿੱਚ ਨਾਮ ਵੱਲੋਂ ਉਣਤਾਈ ਨਾ ਆਵੇ। ਇਹ ਵਿਦਵਾਨ ਲੋਕ ਨਿਤਨੇਮ ਹੀ ਨਹੀਂ ਕਰਦੇ, ਸੱਚਾਈ ਹੈ। ਵਿਦਵਾਨ ਬਿਲਕੁਲ ਨਹੀਂ ਨਿਤਨੇਮ ਕਰਦੇ, ਮੱਤ ਮਾਰੀ ਗਈ ਹੈ। ਕਥਾਵਾਚਕ ਬਾਣੀ ਨਹੀਂ ਪੜ੍ਹਦੇ ਮਹਾਰਾਜ ਸਾਹਿਬ ਜੀ ਦੀ। ਉਹ ਪੜ੍ਹ ਕੇ ਹੀ ਉਹਨਾਂ ਦੇ ਦਿਮਾਗ ਤੇ ਪੁੱਠਾ ਅਸਰ ਹੋ ਗਿਆ। ਗੁਰਮੁਖ ਰੂਹਾਂ ਵਿਰਲੀਆਂ ਨੇ। ਸੋ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਪੰਡਤ ਪੜ੍ਹਦੇ ਹਨ ਪਰ ਬੁੱਝਦੇ ਸਮਝਦੇ ਨਹੀਂ, ਵਿਚਾਰਦੇ ਨਹੀਂ ਹਨ। ਵੀ ਪੜ੍ਹ ਜੋ ਰਹੇ ਆ ਉਹ ਤੇ ਅਮਲ ਵੀ ਕਰੀਏ। ਪੜ੍ਹ ਰਹੇ ਨੇ ਵੇਦ, ਉਹ ਕਹਿੰਦੇ ਆ ਵੀ ਵੇਦਾਂ ਮੈਂ ਨਾਮ ਉਤਮ ਵੀ ਨਾਮ ਜਪੋ, ਕਰਦੇ ਫੇਰ ਕਰਮਕਾਂਡ ਨੇ। ਵੱਡੇ ਵੱਡੇ ਵਦਾਂਤੀ ਲੋਕ ਨੇ, ਕਰਦੇ ਫੇਰ ਕਰਮਕਾਂਡ ਨੇ। ਸੋਮਵਾਰ ਵਰਤ ਰੱਖ ਲਿਆ, ਇਕਾਦਸ਼ੀ ਦਾ ਰੱਖ ਲਿਆ, ਮੱਸਿਆ ਦਾ ਰੱਖ ਲਿਆ, ਰੱਖਦੇ ਫੇਰ ਉਹੀ ਅਣਜਾਣ ਲੋਕਾਂ ਵਾਂਗ ਵਰਤਨੇ। ਅਨ ਕ ਮਤੀ ਦੀ ਚਲ ਹੈ। ਕਹਿੰਦੇ ਅਸਲ ਵਿੱਚ ਪੜ੍ਹੇ ਲਿਖੇ ਲੋਕ ਅਨ ਕੋਏ ਪੰਡਤ ਅਨ ਹੋਰਾਂ ਦੇ ਤਾਈ ਮਤੀ ਕੀ ਮਤ ਦੇ ਕਰਕੇ ਚੱਲੇ ਸੰਸਾਰ ਤੋਂ ਤੁਰ ਗਏ ਹਨ ਜਾਂ ਤੁਰਦੇ ਨੇ। ਕਹਿੰਦੇ ਆਓ ਮੇਰੇ ਕੋਲ ਚੱਲੀਏ, ਆਪਾਂ ਤੁਹਾਨੂੰ ਮੈਂ ਅਕਲ ਦਿੰਨਾ, ਉਪਦੇਸ਼ ਦਿੰਨਾ, ਮੈਂ ਬਹੁਤ ਪੜ੍ਹਿਆ, ਬੈਠੋ ਇੱਥੇ ਮੇਰੀ ਗੱਲ ਸੁਣੋ। ਜੇ ਕੋਈ ਸਵਾਲ ਕਰੇ ਕਹਿੰਦੇ ਨਾ ਤੂੰ ਬੋਲਣਾ ਨਹੀਂ, ਤੂੰ ਪੜ੍ਹਿਆ ਮੇਰੇ ਜਿੰਨਾ, ਤੇਰੇ ਕੋਲ ਡਿਗਰੀ ਹੈ ਕੋਈ, ਤੂੰ ਤਾਂ ਅਨਪੜ੍ਹ ਹੈ, ਤੂੰ ਸਵਾਲ ਹੀ ਨਹੀਂ ਕਰ ਸਕਦਾ। ਐਵੇਂ ਹੋਰਾਂ ਨੂੰ ਮਤ ਦਿੰਦੇ ਆ, ਹੋਰਾਂ ਨੂੰ ਸਿੱਖਿਆ ਦੇ ਕੇ ਮਰ ਕੇ ਤੁਰ ਪੈਂਦੇ ਹਨ ਜਾਂ ਹੋਰਾਂ ਨੂੰ ਉਪਦੇਸ਼ ਦੇਣ ਲਈ ਕਥਾ ਕਰਨ ਤੁਰ ਪੈਂਦੇ ਹਨ। ਅੱਜ ਕੱਲ੍ਹ ਕਥਾ ਦਾ ਨਾਮ ਉਹਨਾਂ ਪੜ੍ਹਿਆਂ ਨੇ ਲੈਕਚਰ ਜਾਂ ਸੈਮੀਨਾਰ ਕਰਤਾ। ਮਾਇਆ ਕਾ ਵਪਾਰ। ਇਹਦਾ ਕਾਰਨ ਕੀ ਹੈ? ਕਹਿੰਦੇ ਮਾਇਆ ਦਾ ਹੀ ਵਪਾਰ ਹੈ, ਬਸ ਮਾਇਆ ਦਾ ਵਪਾਰ, ਮਾਇਆ ਵਾਸਤੇ ਹੀ ਹੋ ਰਿਹਾ ਸਭ ਕੁਝ। ਕੋਈ ਵਿਰਲਾ ਹੈ ਜਿਹੜਾ ਖੁਸ਼ੀ ਲੈਣ ਵਾਸਤੇ ਕਰ ਰਿਹਾ। ਮਾਇਆ ਦੇ ਵਪਾਰੀ ਹੁੰਦੇ ਨਾ, ਜਿਵੇਂ ਦੁਕਾਨਦਾਰ ਵਪਾਰ ਕਰਦੇ, ਸੌਦਾ ਖਰੀਦਿਆ, ਮਹਿੰਗਾ ਵੇਚਿਆ, ਇਹੀ ਕਰਮ ਹੋ ਗਿਆ। ਕਥਾ ਕੀਤੀ, ਮੁੱਲ ਵਟਿਆ, ਪਾਠ ਕੀਤਾ, ਮੁੱਲ ਵਟਿਆ। ਜੇ ਕੋਈ ਪ੍ਰੋਫੈਸ਼ਨਲ ਨਹੀਂ ਹੈ, ਜੇ ਕਿਸੇ ਦਾ ਕੰਮ ਨਹੀਂ ਚੱਲਦਾ, ਆਏ ਮਹਾਰਾਜ ਦੀ ਬਾਣੀ ਪੜ੍ਹੀ, ਕੰਮ ਹੋਇਆ, ਫੇਰ ਹਟ ਕੇ ਦੁੱਖ ਆਇਆ, ਫੇਰ ਅਰਦਾਸ ਕੀਤੀ, ਕੰਮ ਹੋ ਗਿਆ, ਫੇਰ ਚੱਲਦੇ ਬਣੇ। ਇਹੀ ਵਪਾਰ ਹੁੰਦਾ। ਵਪਾਰ ਹੋਰ ਕੀ ਹੈ? ਜਿਹਦਾ ਭਾਵਨਾ ਹੀ ਨਹੀਂ ਹੈ, ਜਦੋਂ ਲੋੜ ਪਵੇ ਉਦੋਂ ਤਾਂ ਅਸੀਂ ਸਾਰੇ ਭੱਜ ਪੈਂਦੇ ਹਾਂ, ਤੇ ਉੱਦਾਂ ਅਸੀਂ ਮਹਾਰਾਜ ਨੂੰ ਯਾਦ ਨਹੀਂ ਕਰਦੇ। ਜਿਹੜੇ ਪ੍ਰੋਫੈਸ਼ਨਲ ਬਣ ਗਏ ਨੇ, ਜਿਨ੍ਹਾਂ ਦਾ ਨਿੱਤ ਦਾ ਕੰਮ ਹੈ ਕਥਾ ਕਰਨੀ, ਕੀਰਤਨ ਕਰਨਾ, ਪਾਠ ਕਰਨਾ, ਉਹ ਵੀ ਸਾਡਾ ਮਾਇਆ ਦਾ ਹੀ ਵਪਾਰ ਹੋ ਗਿਆ। ਇੱਕ ਹੈ ਤਾਂ ਕੋਈ ਅਨਮਤ ਦਾ ਸੀ, ਉਹ ਦੱਸਦੇ ਗਿਆਨੀ ਜੀ ਕਹਿੰਦੇ ਬਰਨਾਲੇ ਆਇਆ ਕਥਾ ਕਰਨ, ਦੂਸਰੇ ਧਰਮ ਦਾ ਸੀ ਉਂਝ, ਪਰ ਉਹ ਕਹਿਣ ਲੱਗੇ ਜੀ ਕਥਾ, ਕਹਿੰਦਾ 7 ਦਿਨਾਂ ਦਾ 7 ਲੱਖ ਲਊਂ। ਉਹ ਨਾਲੇ ਤਾਂ ਕਹਿੰਦੇ ਵੀ ਉਹ ਨਿੰਦੀ ਜਾਣ ਜਿੰਨਾ ਪ੍ਰੋਗਰਾਮ ਕਰਾਇਆ ਬਾਹਰ ਖਲੋ ਕੇ ਵੀ ਇਹਨੇ 7 ਲੱਖ ਲੈ ਲਿਆ, ਨਾਲੇ ਕਹਿਣ ਚਲੋ ਕੋਈ ਨਹੀਂ 4-5 ਤੇ ਆਪਾਂ ਨੂੰ ਵੀ ਬਚ ਹੀ ਜਾਣਾ ਹੈ। ਮਾਇਆ ਦਾ ਵਪਾਰ ਹੈ। ਕਰਨ ਵਾਲਿਆਂ ਨੇ ਵੀ, ਕਰਾਉਣ ਵਾਲਿਆਂ ਨੇ ਵੀ। ਬਹੁਤੇ ਸਮਾਗਮ ਵੀ ਇਸੇ ਤਰ੍ਹਾਂ ਹੀ ਹੋ ਰਹੇ ਆ। ਕਿੰਨੇ ਬਚ ਗਏ, ਕਿੰਨੇ ਬਚਾ ਲਏ। ਗੁਰੂ ਘਰਾਂ 'ਚ ਸ਼ਬਦ ਵਰਤੇ ਜਾਂਦੇ, ਕਿੰਨੀ ਬਚਤ ਹੋ ਗਈ, ਕਿੰਨੀ ਵਟਕ ਹੋ ਗਈ, ਕਿੰਨੇ ਚੜਾਵੇ ਆ ਗਏ। ਮਾਇਆ ਦਾ ਵਪਾਰ ਬਣਿਆ ਪਿਆ ਹੈ। ਗੁਰੂ ਨਾਨਕ ਦੇਵ ਸਾਹਿਬ ਜੀ ਦੇ ਇਹ ਬਚਨ, ਇਹਨਾਂ ਨੂੰ ਆਪਾਂ ਵਿਚਾਰੀਏ ਤਾਂ ਬੜੀ ਡੂੰਘੀ ਸੱਟ ਹੈ ਸਾਡੇ ਤੇ, ਵੀ ਤੁਸੀਂ ਤਾਂ ਕੇਵਲ ਦੁਕਾਨਦਾਰ ਬਣੇ ਹੋ ਭਾਈ, ਕਹਿਣ ਨੂੰ ਅਸੀਂ ਸਿੱਖ ਹਾਂ, ਪਰ ਅਸਲ ਵਿੱਚ ਅਸੀਂ ਧਰਮ ਦੀ ਹੀ ਹੱਟੀ ਪਾਈ, ਮਾਇਆ ਦਾ ਹੀ ਵਪਾਰ ਕਰ ਰਹੇ ਹਾਂ ਸਾਰੇ। ਕਥਨੀ ਝੂਠੀ ਜਗ ਭਵੈ। ਝੂਠੀ ਕਥਨੀ ਹੈ। ਪਾਤਸ਼ਾਹ ਕਹਿੰਦੇ ਵੀ ਇਹਨਾਂ ਪੰਡਤਾਂ ਦੀ, ਉਹ ਪੰਡਤ ਉਹਨੂੰ ਨਾ ਸਮਝ ਲੈਣਾ ਵੀ ਇੱਕ ਦੀ ਗੱਲ ਹੈ, ਸਾਰਿਆਂ ਲਈ ਸਾਂਝਾ ਉਪਦੇਸ਼ ਹੈ। ਇਹਨਾਂ ਜ਼ਰੂਰ ਹੁੰਦਾ ਵੀ ਉਚਾਰਨ ਮਹਾਰਾਜ ਨੇ ਕਿਸੇ ਇੱਕ ਨੂੰ ਸਾਹਮਣੇ ਰੱਖ ਕੇ ਕੀਤਾ,
ਪਰ ਸਮਝਾਉਂਦੇ ਸਾਨੂੰ ਸਾਰਿਆਂ ਨੂੰ ਹਨ। ਫਿਰ ਪੜਿਓ। ਕਥਨੀ ਝੂਠੀ ਜਗ ਆ ਭਵੈ ਝੂਠੀਆਂ ਹੀ ਮਹਾਰਾਜ ਕਹਿੰਦੇ ਕਥਨੀਆਂ ਕਥਾ ਕਰੀ ਜਾਂਦੇ ਹਨ। ਝੂਠੇ ਕਥਨ ਵਿੱਚ ਹੀ ਸਾਰਾ ਜਗ ਫੇਰ ਆਉਂਦੇ ਭਰਮਦੇ ਰਹਿੰਦੇ ਨੇ ਵਿਦਵਾਨ, ਜਾਂ ਸਾਰਾ ਜਗਤ ਝੂਠੀਆਂ ਕਥਨੀਆਂ ਵਿੱਚ ਹੀ ਭਰਮਦਾ ਫਿਰਦਾ ਹੈ। ਆਪਣੇ ਕਹੇ ਦੇ ਨਹੀਂ ਕਾਇਮ ਰਹਿੰਦੇ, ਝੂਠ ਹੀ ਬੋਲਦੇ ਫਿਰਦੇ ਭਰਮਦੇ ਹਨ। ਫਿਰ ਇਸੇ ਝੂਠ ਕਰਕੇ ਦੁਨੀਆਂ 'ਚ ਭਟਕਦੇ ਭਰਮਦੇ ਹਨ। ਰਹਿਣੀ ਸ਼ਬਦ ਸੁਸਾਰ ਮਹਾਰਾਜ ਫਿਰ ਕੀ ਕਰਨਾ ਚਾਹੀਦਾ? ਕਿਹੜੀ ਰਹਿਣੀ ਰਹੇ? ਕਹਿੰਦੇ ਰਹਿਣੀ ਉਹ ਹੈ ਸਾਰ ਸ੍ਰੇਸ਼ਟ, ਜਿਹੜੀ ਸ਼ਬਦ ਵਾਲੀ ਰਹਿਣੀ ਹੈ, ਜਿਹੜੀ ਗੁਰਬਾਣੀ ਵਾਲੀ ਰਹਿਣੀ ਹੈ। ਜੋ ਗੁਰਬਾਣੀ ਕਹਿ ਰਹੀ ਹੈ, ਜੋ ਗੁਰੂ ਤੁਹਾਡੇ ਦਾ ਉਪਦੇਸ਼ ਹੈ, ਉਹਨੂੰ ਮੰਨਣਾ ਤੇ ਕਮਾਉਣਾ, ਇਹੀ ਸ੍ਰੇਸ਼ਟ ਰਹਿਣੀ ਬਹਿਣੀ ਹੈ। ਇਹੀ ਤੁਹਾਡੇ ਜੀਵਨ ਨੂੰ ਚੰਗਾ ਸਵਾਰੇਗੀ। ਮਹਾਰਾਜ ਕਹਿੰਦੇ ਨੇ ਚੋਰੀ ਨਾ ਕਰੋ, ਪਰਾਇਆ ਹੱਕ ਨਾ ਖਾਓ। ਇਹ ਰਹਿਣੀ 'ਚ ਰਵਾਂਗੇ ਤਾਂ ਚੰਗੀ ਹੈ ਨਾ। ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਵਿਭਚਾਰੀ ਨਾ ਬਣੋ। ਵਿਭਚਾਰੀ ਨਾ ਬਣਾਂਗੇ ਤਾਂ ਆਪਣਾ ਘਰ ਵੀ ਸੁੱਖ ਦੇ ਨਾਲ ਵਸਦਾ ਰਹੇਗਾ ਨਾ। ਵਿਭਚਾਰੀ ਲੋਕ ਪਰਾਇਆ ਘਰਾਂ ਨੂੰ ਹੀ ਤੱਕਦੇ ਨੇ ਨਾ, ਭਾਵੇਂ ਉਹ ਔਰਤ ਹੋਵੇ ਭਾਵੇਂ ਪੁਰਖ ਹੋਵੇ। ਮਹਾਰਾਜ ਸਾਹਿਬ ਜੀ ਕਹਿੰਦੇ ਨੇ ਲੜਾਈਆਂ ਝਗੜੇ ਨਾ ਕਰੋ ਮਾਇਆ ਪਿੱਛੇ। ਮਾਇਆ ਦੇ ਪਿੱਛੇ ਝਗੜ ਕੇ ਲੋਕ ਫਿਰ ਦੁਖੀ ਹੁੰਦੇ। ਬਾਅਦ 'ਚ ਹੀ ਕਹਿੰਦੇ ਨੇ ਨਾ ਵੀ ਨਾ ਹੀ ਲੜਦੇ ਫਿਰ ਕੀ ਸੀ, ਫੇਰ ਪੈਸੇ ਤਾਂ ਫੇਰ ਆ ਜਾਂਦੇ, ਮਾਇਆ ਦੇ ਫੇਰ ਆ ਜਾਂਦੀ ਹੈ, ਥਾਂ ਤਾਂ ਫੇਰ ਬਣ ਜਾਂਦੇ ਆ। ਹੁਣ ਸਾਰੀ ਉਮਰ ਦੀ ਕਲਾ ਪੈ ਗਈ, ਵੈਰ ਪੈ ਗਏ। ਇਸ ਤਰ੍ਹਾਂ ਗੁਰੂ ਸਾਹਿਬ ਨੇ ਹਰ ਇੱਕ ਗੱਲ ਖੋਲ ਕੇ ਸਮਝਾਈ ਗੁਰਬਾਣੀ 'ਚ। ਸਾਡਾ ਸਮਾਜਿਕ ਜੀਵਨ ਵੀ ਉਹਦੇ ਨਾਲ ਸੁਧਰਦਾ ਹੈ ਜਦੋਂ ਅਸੀਂ ਉਹਨੂੰ ਮੰਨੀਏ। ਤਾਂ ਪਰਮਾਰਥਿਕ ਜੀਵਨ ਤੇ ਸੁਧਾਰਨਾ ਹੀ ਹੈ। ਮਹਾਰਾਜ ਆਈ ਇਸ ਕਰਕੇ ਹੈ। ਇਸ ਕਰਕੇ ਜੋ ਸ਼ਬਦ ਦੀ ਰਹਿਣੀ ਹੈ, ਜੋ ਤੁਹਾਡੇ ਗੁਰੂ ਨੇ ਕਿਹਾ ਹੈ ਸਿੱਖੋ, ਉਸ ਮੁਤਾਬਕ ਜੋ ਚੱਲਣਾ ਹੈ। ਗੁਰੂ ਸਾਹਿਬ ਨੇ ਤੇ ਕਹਿ ਦਿੱਤਾ ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚੇਰਾ। 10ਵੇਂ ਪਾਤਸ਼ਾਹ ਨੇ ਰਹਿਤਨਾਮੇ ਇੱਥੋਂ ਤੀਕਰ ਬਚਨ ਕਹਿਤਾ, ਜਿਹੜਾ ਸਿੱਖ ਰਹਿਣੀ ਰਹੂਗਾ ਉਹ ਸਾਡਾ ਸਿੱਖ ਹੈ। ਗੱਲ ਕੀ, ਉਹ ਸਾਡਾ ਮਾਲਕ ਹੈ, ਅਸੀਂ ਉਹਦੇ ਦਾਸ ਬਣ ਜਾਾਂਗੇ। ਭਲਿਆ ਤੂੰ ਕਰਮ ਚੰਗੇ ਕਰ, ਅਸੀਂ ਤੇਰੇ ਦਾਸ ਬਣਨ ਨੂੰ ਵੀ ਤਿਆਰ ਹਾਂ। ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਸੀ ਤਾਂ ਮਹਾਰਾਜ ਆਪ ਵੀ ਹੱਥ ਜੋੜ ਕੇ ਕਹਿਣ ਲੱਗੇ, ਸੋ ਗੁਰ ਪੂਰਨ ਅੰਮ੍ਰਿਤ ਮੰਗਤ ਖਾਲਸੇ ਅਗਰ ਖੜਿਓ ਕਰ ਜੋਰੀ। ਪੂਰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਸੰਕ ਨਾ ਕਰੀ ਜੇ ਸਾਵਧਾਨ ਹੋਏ ਦੀਜੈ ਮੋਹੇ। ਕਹਿੰਦੇ ਵੀ ਮੈਨੂੰ ਵੀ ਅੰਮ੍ਰਿਤ ਛਕਾਓ ਜਿਵੇਂ ਤੁਹਾਨੂੰ ਮੈਂ ਛਕਾਇਆ, ਮੈਂ ਤੁਹਾਡਾ ਦਾਸ ਬਣਨ ਨੂੰ ਤਿਆਰ ਹਾਂ। 10ਵੇਂ ਪਾਤਸ਼ਾਹ ਕਹਿੰਦੇ ਸਿੱਖੋ ਮੈਂ ਤੁਹਾਡਾ ਸੇਵਾਦਾਰ ਬਣਨ ਨੂੰ ਤਿਆਰ ਹਾਂ। ਤੁਸੀਂ ਤਿਆਰ ਬੁਰ ਤਿਆਰ ਤਾਂ ਹੋਵੋ, ਜੀਵਨ ਤਾਂ ਬਣਾਓ ਚੰਗਾ, ਰਹਿਤ ਵਿੱਚ ਤਾਂ ਪਰਪੱਕ ਰਹੋ, ਕਿਉਂਕਿ ਜਿਹੜਾ ਰਹਿਣੀ ਰਹੂਗਾ ਉਹਦੇ ਅਸੀਂ ਸੇਵਕ ਹਾਂ। ਤੇ ਰਹਿਤ ਬਿਨਾ ਨਾ ਸਿੱਖ ਕਹਾਵੇ। ਇਹ ਵੀ ਸਮਝ ਲਓ ਵੀ ਜੇ ਰਹਿਤ ਨਹੀਂ ਤਾਂ ਸਿੱਖ ਨਾ ਕਹਾਇਓ। ਜਿੱਥੋਂ ਮਰਜੀ ਕੁਝ ਗੰਦ ਪਿੱਲ ਲੈ ਕੇ ਖਾ ਲਿਆ, ਕਹਿੰਦੇ ਜੀ ਸੁੱਚਾ ਹੀ ਹੁੰਦਾ ਹੈ। ਮਹਾਰਾਜ ਨੇ ਤੇ ਕਿਹਾ ਇਹ ਵੀ ਕਿਸੇ ਤਰ੍ਹਾਂ ਦਾ ਜਿੱਥੇ ਕੋਈ ਜਨਮ ਲਵੇ, ਪੰਡਿਤ ਲੋਕ ਨਹੀਂ ਸੀ ਖਾਂਦੇ ਹੁੰਦੇ, ਉੱਥੋਂ ਕੋਈ ਮਰ ਜਾਵੇ ਉਹਦੇ ਵੀ ਘਰੇ ਕਹਿੰਦੇ ਵੀ ਸੂਤਕ ਪਾਤਕ ਹੈ, ਉਹਦੇ ਲਈ ਵਜਨ ਵਰਤਿਆ ਸੀ। ਖਾਣਾ ਪੀਣਾ ਪਵਿੱਤਰ ਹੈ, ਦਿੱਤੋ ਨੇ ਰਿਜਕ ਸਬਾਹੇ। ਵੀ ਇਹ ਜਿਹੜਾ ਖਾਣਾ ਪੀਣਾ ਇਹ ਜੰਮਣ ਮਰਨ ਦੇ ਨਾਲ ਪਵਿੱਤਰ ਨਹੀਂ ਹੁੰਦਾ, ਰੱਬ ਦਾ ਰਿਜਕ ਹੈ। ਤੇ ਗੰਦੀਆਂ ਚੀਜ਼ਾਂ ਖਾ ਕੇ ਆਹ ਪ੍ਰਮਾਣ ਦਿੰਦੇ ਕਈ, ਕਹਿਣ ਲੱਗੇ ਮਹਾਰਾਜ ਕਹਿੰਦੇ ਖਾਣਾ ਪੀਣਾ ਪਵਿੱਤਰ ਹੈ। ਉੱਥੇ ਤਾਂ ਭਰਮ ਕੱਢਿਆ ਸੀ ਵੀ ਕਿਸੇ ਦੇ ਜੰਮਣੇ ਮਰਨੇ ਤੇ ਜਾ ਕੇ ਭਰਮ ਨਹੀਂ ਕਰਨਾ ਛਕਣ ਛਕਾਉਣ ਦਾ। ਤੇ ਇੱਥੇ ਬਾਜ਼ਾਰ ਵਿੱਚੋਂ ਕੋਈ ਵੀ ਗੰਦ ਪਿਲ ਅਸੀਂ ਖਾ ਕੇ ਤੇ ਕਹਿ ਦਿੰਦੇ ਆ ਵੀ ਮਹਾਰਾਜ ਤਾਂ ਕਹਿੰਦੇ ਵੀ ਖਾਣਾ ਪੀਣਾ ਦੇ ਪਵਿੱਤਰ ਹੁੰਦਾ ਹੈ। ਇਹ ਕਿੱਡੀ ਵੱਡੀ ਸਾਡੀ ਮੂਰਖਤਾ ਹੈ। ਗੁਰੂ ਸਾਹਿਬ ਜੀ ਦੀ ਰਹਿਤ ਅਨੁਸਾਰ ਰਹੇ। ਜਹਾਂ ਤਹਾਂ ਕਾ ਅਚੇ ਪ੍ਰਸਾਦ ਸੋ ਸਿੱਖ ਨਾਹੀ ਆਦ ਜੁਗਾਦ। ਜਿੱਥੋਂ ਕਿੱਥੋਂ ਲੈ ਕੇ ਜਿਹੜਾ ਖਾਣ ਵਾਲਾ ਹੈ, ਰਹਿਤਨਾਮੇ ਸਾਹਿਬ ਕਹਿੰਦੇ ਨਾ ਪਹਿਲਾਂ ਤੇ ਨਾ ਹੁਣ ਨਾ ਅੱਗੇ ਨੂੰ ਸਾਡਾ ਸਿੱਖ ਨਾ ਸੀ, ਨਾ ਹੈ, ਨਾ ਅੱਗੇ ਨੂੰ ਹੋਵੇਗਾ। ਜਿਹੜਾ ਆਪਣੇ ਜੀਵਨ ਤੇ ਕੰਟਰੋਲ ਨਹੀਂ ਕਰਦਾ। ਰਹਿਣੀ ਤਾਂ ਗੁਰੂ ਦੀ ਦੱਸੀ ਹੀ ਸਭ ਤੋਂ ਸ੍ਰੇਸ਼ਟ ਹੈ। ਕੀਤੀ ਪੰਡਿਤ ਜੋਤ ਕੀ। ਕਹਿੰਦੇ ਵਿਦਵਾਨ ਨੇ ਪੰਡਿਤ ਜਿਨ੍ਹਾਂ ਬਹੁਤ ਵਿਦਿਆ ਪੜ੍ਹੀ ਹੈ, ਜੋਤਸ਼ੀ ਨੇ ਜਿਹੜੇ ਦੱਸ ਦਿੰਦੇ ਹਨ, ਕਹਿੰਦੇ ਭਵਿੱਖ ਚਾਹ ਆਊਗਾ ਤੁਹਾਡੇ ਤੇ, ਆਹ ਗ੍ਰਹਿ ਇਦਾਂ ਟਾਲ ਦਿਆਂਗੇ, ਮੀਂਹ ਇਦਾਂ ਪਊਗਾ, ਹਨੇਰੀ ਇਦਾਂ ਆਊਗੀ। ਇਹ ਜੋਤਸ਼ੀ ਗ੍ਰੰਥਾਂ ਨੂੰ ਪੜ੍ਹਦੇ ਨੇ, ਪੰਡਿਤ ਵਿਦਿਆ ਪੜ੍ਹਦੇ ਨੇ। ਕਿੰਨੇ ਹੀ ਇਹੋ ਜਿਹੇ ਹੋਏ ਨੇ ਸੰਸਾਰ ਵਿੱਚ। ਵੇਦਾ ਕਰਹਿ ਵਿਚਾਰ। ਕਿੰਨੇ ਹੀ ਏਡੇ ਵੱਡੇ ਵੱਡੇ ਵਿਦਵਾਨ ਹਨ ਜਿਹੜੇ ਵੇਦਾਂ ਦਾ, ਸ਼ਾਸਤਰਾਂ ਦਾ, ਸਿਮਰਤੀਆਂ ਦਾ, ਪੁਰਾਣਾਂ ਦਾ ਵਿਚਾਰ ਹੀ ਕਰਦੇ ਰਹਿੰਦੇ ਹਰ ਸਮੇਂ। ਵਾਦ ਵਿਰੋਧ ਸਲਾਹਣੀ। ਪਰ ਉਹ ਸਾਰਾ ਕੁਝ ਕਰਕੇ ਕਰਦੇ ਕੀ ਹੈ? ਕਹਿੰਦੇ ਵਾਦ ਵਿਰੋਧ ਹੀ ਕਰਦੇ ਆਪਸ ਵਿੱਚ। ਪੜ੍ਹ ਤਾਂ ਚੰਗਾ ਲੈਂਦੇ ਆ, ਫਿਰ ਬਹਿਸ ਕਰਦੇ ਹਨ, ਵਾਦ ਕਰਦੇ ਨੇ।
ਝਗੜਾ ਕਰਦੇ ਹਨ, ਬਹਿਸ ਕਰਨੀ, ਇੱਕ ਦੂਸਰੇ ਨਾਲ ਚਰਚਾ ਕਰਨੀ, ਵਿਰੋਧ ਕਰਨਾ, ਫਿਰ ਕਿਸੇ ਨੂੰ ਨੀਵਾਂ ਵਿਖਾਉਣ ਦਾ ਯਤਨ ਕਰਨਾ, ਤੇ ਸਲਾਹਣੇ ਆਪਣੀ ਸਲਾਹਤਾ ਕਰਨੀ। ਕਹਿੰਦੇ ਮੈਂ ਬਹੁਤ ਵੱਡਾ ਵਿਦਵਾਨ ਜੋਤਸ਼ੀ, ਉਹ ਫਲਾਨਾ, ਉਹ ਤਾਂ ਬਿਲਕੁਲ ਨਿੱਲ ਹੈ। ਇਦਾਂ ਹੀ ਹੁੰਦਾ ਹੈ ਨਾ ਵਿਦਵਾਨਾਂ ਦੀ ਨਿਗਾਹ, ਉਹ ਆਪਣੇ ਆਪ ਨੂੰ ਚੰਗਾ ਕਹਿਣਗੇ। ਜੇ ਵਿਦਵਾਨ ਕਿਸੇ ਲਾਗੇ ਕਿਸੇ ਹੋਰ ਦਾ ਨਾਂ ਲੈ ਦਿਓ ਨਾ, ਜੇ ਤੁਹਾਡੇ ਨਾਲ ਖੁੱਲ੍ਹ ਕੇ ਬੋਲਦਾ ਹੋਵੇ, ਉਹ ਕਹਿੰਦਾ ਉਹਨੂੰ ਤਾਂ ਆਉਂਦਾ ਹੀ ਕੁੱਖ ਨਹੀਂ, ਉਹਦੇ ਪੜ੍ਹਿਆ ਹੀ ਨਹੀਂ ਕੁਝ, ਮੈਂ ਤਾਂ ਉਹ ਤੋਂ ਜ਼ਿਆਦਾ ਪੜ੍ਹਿਆ। ਇਹ ਕੁਝ ਚੱਲਦਾ ਹੈ। ਪਾਤਸ਼ਾਹ ਕਹਿੰਦੇ ਵੀ ਪੜ੍ਹਾਈ ਕਰਕੇ ਵਿਦਵਾਨ ਲੋਕ ਵਾਦ ਕਰਦੇ ਨੇ, ਵਿਅਰਥ ਦੀਆਂ ਚਰਚਾ ਕਰਦੇ ਨੇ, ਵਿਰੋਧ ਕਰਦੇ ਨੇ, ਤੂੰ ਗਲਤ ਕਹਿ ਰਿਹਾ, ਮੈਂ ਸਹੀ ਕਹਿ ਰਿਹਾ ਹਾਂ, ਤੇ ਸਲਾਹਣੇ ਆਪਣੇ ਆਪ ਨੂੰ ਸਲਾਉਂਦੇ ਨੇ ਵੀ ਮੈਂ ਬਿਲਕੁਲ ਬਹੁਤ ਵਧੀਆ ਵਿਦਵਾਨ ਹਾਂ। ਵਾਦੀ ਆਵਣ ਜਾਣ। ਇਸ ਤਰ੍ਹਾਂ ਮਹਾਰਾਜ ਸਾਹਿਬ ਕਹਿੰਦੇ ਵਾਦੇ ਵਾਦ ਝਗੜਿਆਂ ਦੇ ਵਿੱਚ ਹੀ ਇਹਨਾਂ ਦਾ ਆਉਣਾ ਜਾਣਾ, ਜੰਮਣਾ ਮਰਨਾ ਬਣਿਆ ਰਹਿੰਦਾ, ਝਗੜੇ ਪਾਉਣ ਕਰਕੇ। ਬਿਨ ਗੁਰ ਕਰਮ ਨਾ ਛੁਟ ਸੀ। ਇਹ ਬਿਨਾਂ ਗੁਰੂ ਸਾਹਿਬ ਜੀ ਦੀ ਕਿਰਪਾ ਹੋਏ ਤੋਂ ਜਿਹੜਾ ਕਰਮਾਂ ਦਾ ਜਾਲ ਪਿਆ ਹੈ ਨਾ, ਕਰਮ ਕਾਂਡਾਂ ਦਾ, ਇਹ ਤੋਂ ਹੀ ਸਾਧ ਸੰਗਤ ਛੁੱਟਿਆ ਜਾਂਦਾ। ਇਹ ਬੰਧਨ ਕਰਤਾ ਭੋਗਤਾ ਦੇ, ਹੰਗਤਾ ਮਮਤਾ ਦੇ, ਨਿਤ ਨਮਿਤ ਪ੍ਰਾਸ਼ਚਿਤ ਕਰਮ ਜਿਹੜੇ ਹਨ, ਬਿਦ ਨਖੇਦ ਆਦਿਕ ਕਈ ਤਰ੍ਹਾਂ ਦੇ ਕਰਮ ਹਨ, ਸੰਧਿਆ ਤਰਪਣ ਗਾਇਤਰੀ, ਇਹਨਾਂ ਦਾ ਜੰਜਾਲ ਪਿਆ ਹੀ ਰਹਿੰਦਾ ਬੰਦੇ ਨੂੰ। ਗੁਰੂ ਸਾਹਿਬ ਜੀ ਦੀ ਕਿਰਪਾ ਨਹੀਂ ਜਿੰਨਾ ਚਿਰ ਹੁੰਦੀ, ਗੁਰਾਂ ਤੋਂ ਬਗੈਰ ਗੁਰੂ ਨਾਨਕ ਦੇਵ ਸਾਹਿਬ ਕਹਿੰਦੇ ਨੇ ਕਰਮਾਂ ਦੇ ਜਾਲ ਤੋਂ ਨਾ ਪਹਿਲਾਂ ਕੋਈ ਛੁੱਟਿਆ, ਨਾ ਹੀ ਕਹਿੰਦੇ ਕੋਈ ਅੱਗੇ ਛੁੱਟੇਗਾ। ਕਹਿ ਸੁਣ ਆਖ ਵਖਾਣ। ਹਾਂ, ਬਸ ਉਹੀ ਕਹਿੰਦੇ ਰਹਿੰਦੇ ਹਨ, ਕੋਈ ਨਾ ਕੋਈ ਕਿਸੇ ਨੂੰ ਉਪਦੇਸ਼ ਕਰੀ ਜਾਣਾ। ਆਪ ਕਰਮਾਂ 'ਚ ਬੱਝੇ ਨੇ ਤੇ ਹੋਰਾਂ ਨੂੰ ਕਹਿੰਦੇ ਆ ਵੀ ਤੁਸੀਂ ਕਰਮ ਕਾਂਡਾਂ 'ਚੋਂ ਮੁਕਤ ਹੋ ਜਾਵੋ। ਆਪ ਮੁਕਤ ਨਹੀਂ ਨੇ, ਦੂਸਰਿਆਂ ਨੂੰ ਮੁਕਤ ਦੀਆਂ ਗੱਲਾਂ ਕਹਿੰਦੇ ਨੇ ਸੁਣ, ਜਾਂ ਕਿਸੇ ਕੋਲੋਂ ਆਪਣੀ ਸਿਫਤ ਸੁਣਦੇ ਰਹਿੰਦੇ, ਜੀ ਤੁਸੀਂ ਤਾਂ ਬਹੁਤ ਵਿਦਵਾਨ, ਬੜਾ ਰਸ ਆਉਂਦਾ ਜਦੋਂ ਤੁਸੀਂ ਕੁਝ ਬੋਲਦੇ, ਖੁਸ਼ ਹੋ ਜਾਂਦੇ ਨੇ ਨਾਲ ਹੀ। ਆਖ ਵਖਾਣ, ਤੇ ਜਿਹੜੇ ਵਖਿਆਣ ਪਿਛਲੇ ਅਖਾਣ ਬਣੇ ਨੇ, ਕਥਾ ਕਹਾਣੀਆਂ, ਉਹਨਾਂ ਨੂੰ ਹੀ ਆਖਦੇ ਰਹਿੰਦੇ ਨੇ। ਜ਼ਬਾਨੀ ਕਲਾਮੀ ਪਿਛਲੀਆਂ ਹੀ ਸਾਖੀਆਂ ਅੱਗੇ ਤੋਂ ਅੱਗੇ, ਅੱਗੇ ਤੋਂ ਅੱਗੇ ਆਪਣੇ ਹਿਸਾਬ ਨਾਲ ਬਣਾ ਕੇ ਸੁਣਾਈ ਜਾਂਦੇ ਨੇ। ਆਪ ਫਸੇ ਨੇ ਤੇ ਹੋਰਾਂ ਨੂੰ ਮੁਕਤ ਕਰਨ ਦਾ ਉਪਦੇਸ਼ ਦਿੰਦੇ ਹਨ। ਸਭ ਗੁਣਵੰਤੀ ਆਖੀਐ। ਇਹ ਪਹਿਲੀਆਂ 7 ਪੌੜੀਆਂ 'ਚ ਪਦਿਆਂ 'ਚ ਮਹਾਰਾਜ ਸਾਹਿਬ ਜੀ ਨੇ ਰੱਬ ਦੇ ਪਿਆਰਿਆਂ ਦਾ ਵੀ ਤੇ ਬੇਮੁਖਾਂ ਦਾ ਵੀ ਹਾਲ ਕਹਿ ਕੇ ਤੇ ਅਖੀਰ 'ਚ ਕਹਿੰਦੇ ਬੇਨਤੀ ਕਰਨੀ ਚਾਹੀਦੀ, ਭਾਵੇਂ ਜਿੰਨੇ ਮਰਜ਼ੀ ਗੁਣ ਹੋਣ ਤੇ ਫਿਰ ਵੀ ਨਿਮਰਤਾ ਜੀ ਆਖੇ, ਸਭ ਗੁਣਵੰਤੀ ਆਖੀ ਹੈ ਵੀ ਹੇ ਮਹਾਰਾਜ, ਬਾਕੀ ਜਿੰਨੀਆਂ ਵੀ ਜੀਵ ਇਸਤਰੀਆਂ ਨੇ ਸਭ ਗੁਣਾਂ ਵਾਲੀਆਂ ਹੀ ਕਹੀਆਂ ਜਾਂਦੀਆਂ ਹਨ। ਨਹੀਂ ਤੇ ਸਾਡਾ ਬਹੁਤਿਆਂ ਦਾ ਹਿਸਾਬ ਇਹ ਹੁੰਦਾ ਏ ਵੀ ਗੱਲੀ ਮੈਂ ਸੁਹਾਗਣ ਭੈਣੇ, ਕੰਤ ਨਾ ਕਦ ਹੀ ਮੈਂ ਮਿਲਿਆ। ਗੱਲਾਂ ਬਾਤਾਂ ਦੇ ਮੈਂ ਸੁਹਾਗਣ ਹੈ, ਪਰ ਰੱਬ ਕੰਤ ਪਤੀ ਦਾ ਮੇਲ ਉਹ ਨਹੀਂ ਕਹਿੰਦੀ ਕਦੀ ਹੋਇਆ, ਪਰ ਉਹ ਹੈ ਮੈਂ ਸੁਹਾਗਣ ਆ। ਗੱਲਾਂ ਬਾਤਾਂ ਦੇ ਨਾਲ ਨਹੀਂ ਆਪਣੇ ਆਪ ਨੂੰ ਰੱਬ ਦੇ ਨਾਲ ਮਿਲੇ ਹੋਏ ਕਹਾ ਸਕਦੇ। ਇਹ ਵਾਹਿਗੁਰੂ ਨਾਲ ਮਿਲਣ ਕਰਕੇ ਹੀ ਸਾਧ ਸੰਗਤ ਜੀ ਮਿਲਿਆ ਹੋਇਆਂ ਦਾ ਪਤਾ ਲੱਗਦਾ। ਇਵੇਂ ਨਿਮਰਤਾ ਰੱਖੇ, ਵੇਖੋ ਕਿੰਨੀ ਨਿਮਰਤਾ ਹੈ ਮਹਾਰਾਜ 'ਚ। ਸਭ ਗੁਣ ਨੇ ਪਰ ਕਹਿੰਦੇ ਨੇ ਸਭ ਗੁਣਵੰਤੀ ਆਖੀ ਹੈ। ਸਾਰੀਆਂ ਗੁਣਾਂ ਵਾਲੀਆਂ ਹੀ ਰੂਹਾਂ ਨੇ, ਸਭ ਜੀਵਾਂ 'ਚ ਕੋਈ ਨਾ ਕੋਈ ਗੁਣ ਹੀ ਕਿਹਾ ਜਾਂਦਾ ਹੈ ਮਹਾਂਪੁਰਖਾਂ 'ਚ। ਮੈਂ ਗੁਣ ਨਾਹੀ ਕੋਈ, ਮੇਰੇ 'ਚ ਕੋਈ ਗੁਣ ਨਹੀਂ ਹੈ, ਕਮੀ ਮੇਰੇ 'ਚ ਹੀ ਹੈ। ਜਦੋਂ ਆਪਾਂ ਇੱਥੇ ਆ ਜਾਾਂਗੇ, ਜਿੰਨਾ ਚਿਰ ਹੁੰਦਾ ਨਾ ਤੂੰ ਗਲਤ ਹੈ, ਜਦੋਂ ਉਂਗਲ ਦੂਜੇ ਵੱਲ ਜਾਵੇ, ਜਦੋਂ ਤੂੰ ਹੋਵੇ ਵੀ ਤੂੰ ਗਲਤ ਹੈ, ਮੈਂ ਸਹੀ ਹੈ, ਉੱਥੇ ਫਿਰ ਟੈਂਟਾ ਪਿਆ ਰਹਿੰਦਾ, ਲੜਾਈ ਪਈ ਰਹਿੰਦੀ ਹੈ। ਜਦੋਂ ਇਹ ਹੋ ਜਾਏ ਨਾ ਵੀ ਮੈਂ ਹੀ ਗਲਤ ਹਾਂ, ਮੇਰੀ ਹੀ ਗਲਤੀ ਹੈ, ਮੇਰੇ 'ਚ ਹੀ ਕੋਈ ਕਮੀ ਹੈ। ਮਾਲਕ ਤਾਂ ਦਿਆਲੂ ਹੈ, ਮਾਲਕ ਤਾਂ ਰਹਿਮਤਾਂ ਕਰਨ ਵਾਲਾ, ਸਾਨੂੰ ਹੀ ਨਹੀਂ ਉਸ ਦੀ ਰਹਿਮਤ ਦਾ ਪਤਾ ਲੱਗਦਾ। ਮੈਂ ਗੁਣ ਨਾਹੀ ਕੋਏ, ਗੁਣ ਮੇਰੇ 'ਚ ਹੀ ਕੋਈ ਨਹੀਂ ਹੈ। ਔਗਣਾਂ ਨਾਲ ਮੈਂ ਭਰੀ ਹੋਈ ਹਾਂ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਸਾਡੇ ਦੇ ਵਿੱਚ ਤਾਂ ਇੰਨੇ ਔਗਣ ਹਨ ਮਹਾਰਾਜ। ਹਰ ਵਾਰ ਨਾਰ ਸੁਹਾਵਣੀ, ਪਰ ਜਿਨ੍ਹਾਂ ਨੂੰ ਹਰੀ ਪਰਮੇਸ਼ਰ ਰੂਪੀ ਵਾਰ ਪਤੀ ਪ੍ਰਾਪਤ ਹੋਇਆ, ਉਸ ਦੀਆਂ ਜੋ ਨਾਰੀਆਂ ਕੌਣ ਹੈ? ਮਹਾਂਪੁਰਖ ਗੁਰਮੁਖ ਪਿਆਰੇ। ਉਹ ਕਹਿੰਦੇ ਵੀ ਸੁਹਾਵਣੀ ਸੋਹਣੇ ਹਨ। ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਦੇ ਮਿਲਾਪ ਦਾ ਆਨੰਦ ਹੋਇਆ, ਉਹ ਪਰਮੇਸ਼ਰ ਪਤੀ ਦੀ ਪ੍ਰਾਪਤੀ ਵਾਲੀਆਂ ਰੂਹਾਂ, ਉਹ ਰੱਬ ਦੇ ਮੇਲ ਵਾਲੇ ਮਹਾਂਪੁਰਖ ਗੁਰਮੁਖ ਬੜੇ ਸੋਹਣੇ ਜੀਵਨ ਵਾਲੇ ਹਨ। ਉਹ ਤਾਂ ਮੈਂ ਔਗਣ ਵਾਰੀ ਹਾਂ, ਮੈਂ ਭਾਵੈ ਪ੍ਰਭ ਸੂਈ। ਪਰ ਇੱਕ ਗੱਲ ਜ਼ਰੂਰ ਹੈ, ਭਾਵੇਂ ਮੇਰੇ ਚੌਗਣ ਹੈ, ਜਿਸ ਵਾਹਿਗੁਰੂ ਨੂੰ ਮਹਾਂਪੁਰਖ ਮਿਲੇ ਨੇ, ਜਿਨ੍ਹਾਂ ਨੂੰ
ਮਹਾਂਪੁਰਖਾਂ ਨੂੰ, ਰੱਬ ਦੇ ਪਿਆਰਿਆਂ ਨੂੰ ਪਤੀ ਪਰਮੇਸ਼ਰ ਪ੍ਰਾਪਤ ਹੋਇਆ, ਮੈਨੂੰ ਵੀ ਉਹ ਵਾਹਿਗੁਰੂ ਚੰਗਾ ਲੱਗਦਾ। ਮੇਰੀ ਵੀ ਚਾਹਨਾ ਹੈ, ਮੇਰੀ ਵੀ ਭਾਵਨਾ ਹੈ ਵੀ ਮੈਂ ਵੀ ਪਰਮੇਸ਼ਰ ਪਤੀ ਨੂੰ ਮਿਲਾ ਮਿਲਾਪ ਕਰਾਂ ਉਸ ਦੇ ਨਾਲ। ਨਾਨਕ ਸ਼ਬਦ ਮਿਲਾਵੜਾ। ਤੇ ਮੇਰਾ ਸਵਾਲ ਹੈ ਵੀ ਭਾਵਨਾ ਤੇ ਹੈ, ਮੇਰਾ ਮੇਲ ਕਿਵੇਂ ਹੋਵੇ? ਤਾਂ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ ਸ਼ਬਦ ਕਰਕੇ ਨਾਨਕ ਸ਼ਬਦ ਮਿਲਾਵੜਾ। ਕਹਿੰਦੇ ਸ਼ਬਦ ਦੀ ਕਮਾਈ ਕਰੋ, ਗੁਰਬਾਣੀ ਗੁਰੂ ਉਪਦੇਸ਼ ਨੂੰ ਮੰਨੋ, ਕਮਾਓ, ਇਹਦੇ ਨਾਲ ਹੀ ਮਿਲਾਵੜਾ ਕੀ ਮਿਲਾਪ ਹੋਵੇਗਾ ਵਾਹਿਗੁਰੂ ਦਾ ਪਤੀ ਦਾ। ਨਾ ਵਿਛੋੜਾ ਹੋਏ। ਇਹੋ ਜਿਹਾ ਮਿਲਾਪ ਹੋਵੇਗਾ, ਫਿਰ ਕਦੀ ਵਿਛੋੜਾ ਨਹੀਂ, ਤੋੜ ਵਿਛੋੜਾ ਨਹੀਂ ਪਵੇਗਾ। ਫਿਰ ਕਦੀ ਛੁੱਟਣ ਨਹੀਂ ਹੋਣਾ ਪਊ, ਜੂਨਾ 'ਚ ਨਹੀਂ ਜਾਣਾ ਪਊ, ਜੰਮਣ ਮਰਨ 'ਚ ਨਹੀਂ ਜਾਵਾਂਗੇ। ਜਦੋਂ ਸ਼ਬਦ ਕਰਕੇ ਮੇਲ ਮਿਲਾਪ ਹੋ ਗਿਆ, ਸ਼ਬਦ ਕਰਕੇ ਸੁਰਤ ਠਹਿਰ ਗਈ ਮਾਲਕ ਦੇ ਚਰਨਾਂ 'ਚ, ਫਿਰ ਉਹ ਸੁਰਤ ਨਹੀਂ ਲੱਥਦੀ। ਭਾਵੇਂ ਉਹ ਸਰੀਰ ਨੂੰ ਚੀਰ ਫਾੜ ਕਿਉਂ ਨਾ ਦਵੇ, ਬੰਦ ਵੀ ਕਿਉਂ ਨਾ ਕੱਟੇ ਜਾਣ, ਖੋਪਰ ਕਿਉਂ ਨਾ ਉਤਾਰੇ ਜਾਣ, ਉਬਲਦੀਆਂ ਦੇਗਾਂ 'ਚ ਵੀ ਉਬਾਲ ਦਿੱਤਾ ਜਾਵੇ, ਆਰੇ ਨਾਲ ਚੀਰ ਦਿੱਤਾ ਜਾਵੇ, ਉਹ ਫਿਰ ਵਿਛੋੜਾ ਨਹੀਂ ਹੁੰਦਾ। ਜਪ ਸਾਹਿਬ ਦਾ ਪਾਠ ਦੋਵਾਂ ਹਿੱਸਿਆਂ 'ਚੋਂ ਆਈ ਜਾਂਦਾ ਸੀ। ਸਿੱਖ ਦਾ ਸਰੀਰ ਦੋ ਹਿੱਸੇ ਹੋ ਗਿਆ, ਚਾਂਦਨੀ ਚੌਂਕ 'ਚ, ਤੇ ਦੋਵਾਂ 'ਚੋਂ ਜਲਾਦ ਸੁਣਦੇ ਨੇ, ਜਪਜੀ ਸਾਹਿਬ ਦੀ ਆਵਾਜ਼ ਆ ਰਹੀ ਹੈ, ਫਿਰ ਵਿਛੋੜਾ ਨਹੀਂ ਹੁੰਦਾ। ਬਾਬਾ ਬੰਦਾ ਸਿੰਘ ਬਹਾਦਰ ਨੂੰ ਤੂੰਬਾ ਕਰਕੇ ਜਮੂਰਨਾ, ਸਾਰਾ ਸਰੀਰ ਦਾ ਮਾਸ ਲਾ ਦਿੱਤਾ, ਪਰ ਗੁਰੂ ਸਾਹਿਬ ਦਾ ਪ੍ਰੇਮ ਨਹੀਂ ਉਹਦੇ ਅੰਦਰੋਂ ਕੱਢ ਸਕੇ। ਇੱਦਾਂ ਜਿਹੜਾ ਗੁਰੂ ਦੇ ਸ਼ਬਦ ਕਰਕੇ ਮਿਲ ਜਾਂਦਾ ਹੈ, ਉਹ ਸਾਧ ਸੰਗਤ ਫਿਰ ਕਦੀ ਵਿਛੜਦਾ ਨਹੀਂ ਹੈ, ਸਦਾ ਪਰਮੇਸ਼ਰ ਦੇ ਚਰਨਾਂ ਵਿੱਚ ਲੀਨ ਰਹੀਦਾ ਹੈ। ਜਿਵੇਂ ਕਈ ਮਤ ਵਾਲਿਆਂ ਨੇ ਮੰਨਿਆ ਵੀ 3.5 ਕਰੋੜ ਸਾਲ ਬਾਅਦ ਜਾਨੀ ਕਹਿੰਦੇ ਫਿਰ ਰੂਹ ਵਿਛੜ ਜਾਂਦੀ ਹੈ, ਪਰ ਅਸਲ ਵਿੱਚ ਜਿਹੜਾ ਇੱਕ ਵਾਰ ਮਿਲ ਗਿਆ ਉਹ ਸਦਾ ਮਿਲਿਆ ਹੀ ਰਹਿੰਦਾ ਹੈ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਕਿਰਪਾ ਕਰਕੇ ਇਸ ਉਪਦੇਸ਼ ਦੇ ਵਿੱਚ ਸਾਡੇ ਔਗਣ ਸਾਨੂੰ ਵਿਖਾ ਕੇ ਤੇ ਮਹਾਂਪੁਰਖਾਂ ਦੇ, ਰੱਬ ਦੇ ਪਿਆਰਿਆਂ ਦੇ ਗੁਣ ਵਿਖਾ ਕੇ ਦੱਸਿਆ ਵੀ ਇਹੋ ਜਿਹੇ ਗੁਣ ਧਾਰਨ ਕਰੋ, ਆਹ ਔਗਣ ਨੇ ਦੂਰ ਕਰੋ। ਦੂਰ ਹੋਣੇ ਕਿਵੇਂ? ਉਹ ਹੋਣੇ ਆ ਗੁਰੂ ਦੀ ਸਿੱਖਿਆ ਮੰਨਿਆ, ਮਹਾਰਾਜ ਸਾਹਿਬ ਦੇ ਬਚਨਾਂ ਨੂੰ ਕਮਾਇਆ, ਵਿਦਵਤਾ ਦੇ ਨਾਲ ਤਾਂ ਖੜਕਦੇ ਰਹੋਗੇ ਖਾਲੀ ਭਾਂਡਿਆਂ ਵਾਂਗ। ਜੇ ਨਾਮ ਦੀ ਕਮਾਈ ਹੋਵੇਗੀ ਨਾਲ ਤਾਂ ਫਿਰ ਆਨੰਦ ਮਾਣੋਗੇ। ਗੁਰੂ ਸਾਹਿਬ ਦੇ ਪਵਿੱਤਰ ਸ਼ਬਦ ਦੀ ਵਿਚਾਰ ਕਰਦੇ ਹਾਂ। ਅਨੇਕਾਂ ਹੋਈਆਂ ਭੁੱਲਾਂ ਗਲਤੀਆਂ ਬਖਸ਼ ਦੇਣੀਆਂ, ਮਹਾਰਾਜ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣਾ। ਇੱਕ ਵਾਰ ਫੇਰ ਅਖੀਰ ਵਿੱਚ ਆਪ ਜੀ ਨੂੰ ਮਹਾਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਪਾਵਨ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਗੁਣਵੰਤੀ ਆਖੀਐ ਹੈ, ਮੈਂ ਗੁਣ ਨਾਹੀ ਬੂਏ। ਹਰ ਵਰ ਨਾਰ ਸੁਹਾਵਣੀ, ਮੈਂ ਭਾਵੈ ਪ੍ਰਭ ਸੂਏ। ਨਾਨਕ ਸ਼ਬਦ ਮਿਲਾਵੜਾ, ਨਾ ਵਿਛੋੜਾ ਹੋਏ। ਵਾਹਿਗੁਰੂ ਜੀ ਕਾ ਖਾਲਸਾ,